ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਅੱਜ ਆਪਾਂ 24ਵੀਂ ਪੌੜੀ ਲੈਣੀ ਹੈ ਜੀ। ਉਹ ਜਿਹੜੀ ਆਪਾਂ ਗੌੜੀ ਰਾਗ ਦੇ ਵਿੱਚ ਵਾਰ ਲੈ ਰਹੇ ਚੌਥੀ ਪਾਤਸ਼ਾਹੀ ਦੀ। ਇਹਦੀ ਪੌੜੀ ਹੈਗੀ ਭਾਈ, ਸਟੈਪਸ ਹੈਗੇ। ਇਹ ਪੌੜੀਆਂ ਦਾ ਮਤਲਬ ਹੁੰਦਾ ਸਟੈਪ, ਉੱਪਰ ਜਾਂਦੀਆਂ ਇਹ ਪੌੜੀਆਂ। ਜੇ ਇਹ ਪੌੜੀ ਦੇ ਹਿਸਾਬ ਦੇ ਨਾਲ ਜੇ ਆਪਾਂ ਆਪਣੇ ਜੀਵਨ ਨੂੰ ਜਿਹੜਾ ਹੈਗਾ ਇਹ ਪੌੜੀਆਂ ਨੂੰ ਆਪਣੇ ਜੀਵਨ ਦੇ ਵਿੱਚ ਘਟਾਵਾਂਗੇ ਤਾਂ ਆਪਾਂ ਇਹਨਾਂ ਦੀ ਇਸ ਤਰੀਕੇ ਨਾਲ ਆਪਣਾ ਜਿਹੜਾ ਹੈਗਾ ਆਪਣਾ ਮਨ ਜਿਹੜਾ ਹੈਗਾ ਇਹ ਉੱਚੀ ਅਵਸਥਾ ਦੇ ਵਿੱਚ ਜਾਏਗਾ ਭਾਈ। ਇਹ ਪੌੜੀਆਂ ਜਾਂਦੀਆਂ ਸਿੱਧੀਆਂ ਜਿਹੜੀਆਂ ਹੈਗੀਆਂ ਆਤਮਾ ਦੇ ਵਿੱਚ, ਆਤਮ ਦਰਸ਼ਨ ਵਾਸਤੇ। ਜਿਹੜਾ ਕਿ ਸਰੀਰ ਦੇ ਵਿੱਚ ਜਿਹੜਾ ਹੈਗਾ ਇਹ ਮਹਿਲ ਹੈ ਮਾਲਕ ਪਰਮਾਤਮਾ ਦਾ ਜਿਹੜਾ ਹੈਗਾ, ਇਹ ਮਾਲਕ ਦਾ ਜਿਹੜਾ ਘਰ ਆ। ਇਹਦੇ ਵਿੱਚ ਮਾਲਕ ਹੈਗਾ ਆਤਮਾ ਮਾਲਕ ਆ, ਮਾਲਕ ਦਾ ਅੰਸ਼ ਹੈ ਆਤਮਾ, ਪਾਰਟ ਉਹਦਾ ਮਾਲਕ ਪਰਮਾਤਮਾ ਦੀ ਆਤਮਾ ਉਹਦਾ ਪਾਰਟ ਹੈ ਭਾਈ ਪਰਮਾਤਮਾ ਦਾ। ਇਹੀ ਯਾਤਰਾ ਹੈਗੀ ਔਰ ਇਹਦੇ ਵਿੱਚ ਰੁਕਾਵਟ ਹੈਗੀ ਆਪਣੇ ਜਿਹੜੇ ਹੈਗੇ ਇਹ ਹੜ੍ਹ ਜਿਹੜਾ ਆਇਆ ਹੋਇਆ ਆਪਾਂ ਨੂੰ, ਇਹ ਵਿਚਾਰਾਂ ਦਾ ਹੜ੍ਹ ਹੈਗਾ ਜਿਹੜਾ ਆਪਾਂ ਨੂੰ ਆਪਣਾ 24 ਘੰਟੇ ਹੜ੍ਹ ਆਇਆ ਹੁੰਦਾ ਹੈ। ਦੇਖ ਲਓ ਹੜ੍ਹ ਆ ਜੇ ਤੇ ਕਿਵੇਂ ਜਿਹੜਾ ਸਾਰਾ ਕੁਝ ਰੋੜ ਕੇ ਲੈ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਇਹ ਹੜ੍ਹ ਜਿਹੜਾ ਹੈਗਾ ਆਪਣੀ ਮਨੁੱਖੀ ਜੂਨ ਜਿਹੜੀ ਹੈਗੀ ਇਹਨੂੰ ਇਹ ਚਾਂਸ ਜੇ ਬਾਰੀ ਜਿਹੜੀ ਹੈਗੀ ਇਹਨੂੰ ਜਿਹੜਾ ਹੈਗਾ ਕਈ ਵਾਰੀ ਆਪਾਂ ਨੇ ਗਵਾਇਆ ਹੈ। ਔਰ ਜੂਨਾਂ ਦੇ ਵਿੱਚ ਜਿਹੜਾ ਹੈਗਾ ਆਪਾਂ ਜਿਹੜੇ ਹੈਗੇ ਆ ਇਹ ਗਏ ਆ। ਔਰ ਦੇਖ ਲਓ ਆਪਾਂ ਹੁਣ ਇਹ ਇਨਸਾਨ ਜੂਨ 'ਤੇ ਆ। ਇਸ ਤੋਂ ਬਾਅਦ 3 ਚੀਜ਼ਾਂ ਹੁੰਦੀਆਂ ਹੈ। ਇੱਕ ਹੈਗਾ ਦੇਖੋ ਇੱਕ ਆਪਾਂ ਸਰੀਰ ਦੇ ਵਿੱਚ ਹੈਗੇ ਆ, ਹੈ ਤਾਂ ਆਪਾਂ ਆਤਮਾ ਹੈ ਪਰ ਸਰੀਰ ਦੇ ਵਿੱਚ ਹੈਗੇ ਆ। ਅਤੇ ਇਸ ਤੋਂ ਬਾਅਦ ਜਿਹੜਾ ਹੈਗਾ ਸੂਖਸ਼ਮ ਸਰੀਰ ਦੇ ਵਿੱਚ ਰਵਾਂਗੇ। ਜਦ ਜਿਹੜਾ ਹੈਗਾ ਇਹ ਸਰੀਰ ਖਤਮ ਹੋ ਜਾਏਗਾ ਤਾਂ ਸੂਖਸ਼ਮ ਸਰੀਰ ਦੇ ਵਿੱਚ ਆ। ਫਿਰ ਆਪਾਂ ਜਿਹੜੇ ਜਿਨ੍ਹਾਂ ਨੂੰ ਭੂਤ ਪ੍ਰੇਤ ਕਹਿ ਲਓ। ਅਤੇ ਇਸ ਤੋਂ ਬਾਅਦ ਜਿਹੜਾ ਹੈਗਾ ਇਹ ਦੋਨਾਂ ਦੇ ਵਿੱਚ ਗਤੀ ਹੁੰਦੀ ਹੈ ਅਤੇ ਗਤੀ ਥੰਮਣੀ ਆ ਅਤੇ ਫਿਰ ਪਰਮਾਤਮਾ ਦੇ ਵਿੱਚ ਜਾਣਾ ਪਊਗਾ। ਨਹੀਂ ਤਾਂ ਆਹ ਦੋਨਾਂ ਦੇ ਵਿੱਚ ਜਿਹੜਾ ਹੈਗਾ ਇਹ ਲੋਕ ਅਤੇ ਪਰਲੋਕ ਇਸ ਤਰ੍ਹਾਂ ਹੀ ਘੁੰਮੀ ਜਾ ਰਹੇ ਹਾਂ ਆਪਾਂ ਜਿਹੜੇ ਹੈਗੇ। ਇਸ ਤੋਂ ਬਾਅਦ ਜਿਹੜਾ ਹੈਗਾ ਸਰੀਰ ਤੋਂ ਬਾਅਦ ਫਿਰ ਜਿਹੜਾ ਹੈਗਾ ਵੇਟਿੰਗ ਲਿਸਟ ਹੋ ਜਾਂਦੀ ਹੈ। ਪਤਾ ਨਹੀਂ ਕਦੋਂ ਕੋ ਜਿਹੜੀ ਹੈ ਬਾਰੀ ਆਉਂਦੀ ਹੈ, ਕਿਹੜੇ ਸਰੀਰ ਦੇ ਵਿੱਚ ਜਾਣਾ ਹੈ, ਉੱਥੇ ਜਿਹੜਾ ਹੈਗਾ ਉਹ ਅਵੇਲੇਬਿਲਿਟੀ ਹੈ ਕਿ ਨਹੀਂ ਹੈਗੀ, ਉਹ ਸਾਰਾ ਜਿਹੜਾ ਦੇਖ ਲਓ। ਫਿਰ ਕੁੱਖ ਲੱਭਣੀ ਪੈਂਦੀ ਆ, ਉਹ ਜਿਹੜੀ ਹੈਗੀ ਆ ਬਹੁਤ ਲੌਂਗ ਪ੍ਰੋਸੈਸ ਹੈ। ਕਈ ਵਾਰੀ ਆਪਾਂ ਕਰ ਚੁੱਕੇ ਹਾਂ। ਅਤੇ ਚੌਥੀ ਪਾਤਸ਼ਾਹੀ ਜਿਹੜੀ ਹੁਣ ਆਪਾਂ ਨੂੰ ਗਿਆਨ ਦੇ ਰਹੇ ਆ, ਮੈਂ ਮਨ ਤਨ ਖੋਜੇਂਦੀਆਂ ਸੋ ਪ੍ਰਭ ਲੱਦਾ ਲੋੜ। 2 ਹੀ ਲਾਈਨਾਂ ਦਾ ਸ਼ਲੋਕ ਹੈਗਾ ਔਰ ਗਿਆਨ ਦਾ ਭਰਪੂਰ ਗਿਆਨ ਹੈਗਾ। ਕਹਿੰਦੇ ਮਨ ਔਰ ਤਨ ਜਿਹੜੇ ਹੈਗੇ ਇਹਨੂੰ ਦੋਨੋਂ ਆ ਤਨ ਦਿੱਤਾ ਹੋਇਆ, ਇਹਦੇ ਵਿੱਚ ਮਨ ਹੈਗਾ ਆਪਣਾ, ਇਸ ਦੇ ਵਿੱਚ ਖੋਜ ਕਰਨੀ ਆ। ਮਨ ਔਰ ਤਨ ਦੇ ਵਿੱਚ ਤਨ ਦੀ ਕੀ ਖੋਜ ਕਰਨੀ ਹੈ ਜੀ? ਤਨ ਹੀ ਤਾਂ ਹੈਗਾ ਪਤੰਦਰ ਜਿਹੜਾ ਹੈਗਾ ਜਿਹਨੂੰ ਖਿਲਾਈ ਪਿਲਾਈ ਰਹੇ ਹਾਂ ਆਪਾਂ। ਤਨ ਜਿਹੜਾ ਹੈਗਾ ਇਸੇ ਨੂੰ ਜਿਹੜਾ ਹੈਗਾ ਲੱਗਿਆ ਹੋਇਆ ਮਨ ਇਹ ਸਵਾਦ ਦੇ ਵਿੱਚ, ਤਨ ਦੇ ਨਾਲ ਸਵਾਦ ਮਿਲਦੇ ਆ। ਆਹੀ ਖੋਜ ਕਰਨੀ ਆ। ਮੈਂ ਮਨ ਤਨ ਖੋਜੇਂਦਿਆਂ ਸੋ ਪ੍ਰਭ ਲੱਦਾ ਲੋੜ। ਮਨ ਦੇ ਵਿੱਚੋਂ ਦੀ ਰਸਤਾ ਜਾਂਦਾ ਹੈ ਆਤਮਾ ਦਾ। ਮਨ ਛਾਇਆ ਹੋਇਆ ਆਤਮਾ ਦੇ ਉੱਤੇ। ਮਨ ਜਿਹੜਾ ਹੈਗਾ ਮੈਲ ਹੈਗੀ ਆ, ਇਹ ਕਾਲਕ ਲੈ ਜਾਏਗੀ ਅਤੇ ਆਤਮਾ ਲਿਸ਼ਕਾਰੇ ਮਾਰਨ ਲੱਗ ਜਾਏਗੀ। ਮੈਂ ਮਨ ਤਨ ਖੋਜੇਂਦਿਆਂ ਸੋ ਪ੍ਰਭ ਲੱਦਾ ਲੋੜ। ਉਹ ਮਾਲਕ ਪਰਮਾਤਮਾ ਇਸ ਤਰੀਕੇ ਦੇ ਨਾਲ ਮਿਲ ਜਾਂਦਾ ਹੈ ਭਾਈ। ਆਤਮ ਦਰਸ਼ਨ ਹੋ ਜਾਂਦੇ ਆ। ਆਹ ਤਰੀਕਾ ਦੇਖ ਲਓ। ਕਹਿੰਦੇ ਜਿਹੜਾ ਮੈਨੂੰ ਉਹ ਮਾਲਕ ਪਰਮਾਤਮਾ ਦੀ ਜਿਹੜਾ ਮੈਂ ਲੋੜੀਂਦਾ ਸੀਗਾ ਉਸ ਮਾਲਕ ਪਰਮਾਤਮਾ ਨੂੰ, ਪਹਿਲਾਂ ਤਾਂ ਲੋੜ ਹੋਣੀ ਚਾਹੀਦੀ ਆ ਨਾ ਆਪਣੇ ਅੰਦਰ ਜਿਹੜੀ ਹੈਗੀ ਆ, ਆਪਣੇ ਅੰਦਰ ਇੱਛਾ ਹੋਣੀ ਚਾਹੀਦੀ ਆ। ਕੋਈ ਚੀਜ਼ ਆਪਣੀ ਗੁੰਮ ਜਾਏ ਜਾਂ ਕੋਈ ਚੀਜ਼ ਚਾਹੀਦੀ ਆਪਾਂ ਨੂੰ ਅਤੇ ਲੋੜ ਹੈਗੀ ਅਤੇ ਆਪਾਂ ਉਹਦੇ ਵਾਸਤੇ ਜਿਹੜਾ ਹੈਗਾ ਉਹਨੂੰ ਲੱਭਾਂਗੇ। ਫਿਰ ਐਸੇ ਤਰੀਕੇ ਦੇ ਨਾਲ ਜੇ ਲੋੜ ਹੈ ਪਰਮਾਤਮਾ ਦੀ ਤਾਂ ਬਈ ਭਗਤੀ ਮਾਰਗ 'ਤੇ ਚਲੋ। ਜੇ ਲੋੜ ਨਹੀਂ ਹੈਗੀ ਤਾਂ ਫਿਰ ਤਾਂ ਜਿਸ ਤਰ੍ਹਾਂ ਚੱਲ ਰਹੇ ਆ ਉਸ ਤਰ੍ਹਾਂ ਕਰੀ ਜਾਈਏ। ਕਿਉਂਕਿ ਇੱਥੇ ਆ ਕੇ ਜਿਹੜੇ ਨਹੀਂ ਚੱਲਦੇ ਉਹਨਾਂ ਦੀ ਗੱਲ ਹੀ ਨਹੀਂ ਹੈ। ਜਿਹੜੇ ਚੱਲਦੇ ਆ ਪਰ ਜਿਹੜੇ ਹੈਗੇ ਡਿਊਐਲਿਟੀ ਦੇ ਵਿੱਚ ਰਹਿੰਦੇ ਆ, ਜਿਹੜੇ ਕਿ ਬਸ ਔਸੀਲੇਟ ਹੋਈ ਜਾਂਦੇ ਆ। ਅੱਗੇ ਵੱਧ ਗਏ ਪਿੱਛੇ ਆ ਗਏ, ਅੱਗੇ ਵੱਧ ਗਏ ਪਿੱਛੇ ਆ ਗਏ। ਨਾ ਉੱਧਰ ਦੇ ਰਹੇ ਨਾ ਇੱਧਰ ਦੇ ਰਹੇ, ਨਾ ਮਾਇਆ ਮਿਲੀ ਨਾ ਰਾਮ। ਦੋਨੋਂ ਪਾਸੇ ਜਿਹੜੇ ਹੈਗੇ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜਾ ਹੈਗਾ ਇਹ ਗਿਆਨ ਦੇ ਰਹੇ ਮਹਾਰਾਜ। ਮੈਂ ਮਨ ਤਨ ਖੋਜੇਂਦਿਆਂ ਸੋ ਪ੍ਰਭ ਲੱਦਾ ਲੋੜ।
ਵਿਸ਼ਟ ਗੁਰੂ ਮੈਂ ਪਾਇਆ ਜਿਨੇ ਹਰ ਪ੍ਰਭ ਦਿੱਤਾ ਜੋੜ। ਆ ਦੇਖੋ ਵਿਸ਼ਟ ਕਹਿੰਦੇ ਆ ਵਿਚੋਲਾ ਗੁਰੂ ਮੈਨੂੰ ਮਿਲ ਗਿਆ। ਗੁਰੂ ਨੇ ਕੀ ਕੀਤਾ? ਬ੍ਰਹਮ ਗਿਆਨੀਆਂ ਨੇ ਕੀ ਕੀਤਾ? ਗਿਆਨ ਦਿੱਤਾ ਮੈਨੂੰ। ਇਹ ਲਿੰਕ ਹੈਗੀ ਆ, ਇਹਨੇ ਜੋੜਨਾ ਹੈ। ਇਹ ਜਿਹੜਾ ਹੈਗਾ ਵਕੀਲ ਹੈਗਾ ਭਾਈ, ਇਹਦਾ ਪਰਮਾਤਮਾ, ਇਹਨੇ ਉਧਰ ਮਾਲਕ ਦੇ ਵੱਲ ਵੀ ਇਹ ਐਕਸੈਸ ਹੈਗੀ ਔਰ ਦੁਨੀਆ ਦੇ ਵਿੱਚ ਵੀ ਸਾਡੇ ਵੱਲ ਵੀ ਐਕਸੈਸ ਹੈਗੀ। ਇਹ ਕੜੀ ਨਹੀਂ ਹੋਏਗੀ ਤੇ ਇੰਪੋਸੀਬਲ ਹੈਗੀ ਭਾਈ, ਇੰਪੋਸੀਬਲ ਆ। ਵਿਸ਼ਟ ਗੁਰੂ ਮੈਂ ਪਾਇਆ ਜਿਹਨੇ ਹਰ ਪ੍ਰਭ ਦਿੱਤਾ ਜੋੜ। ਇਸ ਨੇ ਮਿਲਾਉਣਾ ਹੈ, ਜੋੜ ਲਾਉਣਾ ਹੈ ਭਾਈ। ਇਹ ਲਿੰਕ, ਇਹ ਕੜੀ ਨਹੀਂ ਹੈ ਤੇ ਪੌੜੀ ਚੜਾਂਗੇ ਕਿਵੇਂ ਭਾਈ? ਹਾਂਜੀ ਗੋਰਖੀ ਸਾਹਿਬ। ਹਾਂਜੀ ਬਿਲਕੁਲ ਠੀਕ ਹੈ ਜੀ। ਗੁਰੂ ਜੀ ਬਿਲਕੁਲ ਸਹੀ ਫਰਮਾਈ ਜਾ ਰਹੇ ਨੇ। ਉਹ ਕਹਿੰਦੇ ਨੇ ਮੈਂ ਮਨ ਤਨ ਖੋਜੇਂਦਿਆਂ ਸੋ ਪ੍ਰਭ ਲੱਥਾ ਲੋੜ। ਲੱਦਾ ਲੋ, ਹਾਂਜੀ। ਲੱਦਾ ਮਤਲਬ ਲੱਭ ਲਿਆ। ਲੱਭ ਲਿਆ, ਠੀਕ ਹੈ। ਮਨ ਤੇ ਤਨ ਦੋਨੋਂ ਅਲੱਗ ਨਹੀਂ ਹੈ ਸਾਧ ਸੰਗਤ ਜੀ। ਤੁਸੀਂ ਵੇਖੋਗੇ ਜੇਕਰ ਤੁਸੀਂ ਅਪਸੈਟ ਜੋ ਕਿਸੇ ਨੇ ਮਾੜੇ ਸ਼ਬਦ ਬੋਲ ਦਿੱਤੇ ਤੇ ਤੁਸੀਂ ਕਹਿੰਦੇ ਜੋ ਤੁਹਾਡਾ ਸਰੀਰ ਵੀ ਜਿਹੜਾ ਵਾ ਉਹ ਵੀ ਸ਼ਾਂਤ ਹੋ ਕੇ ਬੈਠਾ ਰਹਿੰਦਾ। ਦੁਖੀ ਹੋ ਜਾਂਦਾ ਉਹ ਵੀ। ਤੇ ਜਦੋਂ ਤੁਹਾਡੇ ਸਰੀਰ ਦੁਖੀ ਹੋ ਜਾਂਦਾ ਤੇ ਜਦੋਂ ਤੁਹਾਡੇ ਸਰੀਰ ਨੂੰ ਬੁਖਾਰ ਹੋ ਜਾਂਦਾ ਤੇ ਫਿਰ ਆਪਾਂ ਕਹਿੰਦੇ ਆ ਕਿ ਮੇਰਾ ਮਨ ਨਹੀਂ ਕਰਦਾ ਰੋਟੀ ਖਾਣ। ਬਿਲਕੁਲ। ਤੇ ਕਹਿੰਦੇ ਆਓ ਟੀਵੀ ਵੇਖੀਏ, ਨਹੀਂ ਮਨ ਨਹੀਂ ਕਰਦਾ, ਟੀਵੀ ਨਹੀਂ ਚੰਗਾ ਲੱਗਦਾ, ਹੱਸਣਾ ਵੀ ਨਹੀਂ ਚੰਗਾ ਲੱਗਦਾ। ਲਾ ਕੇ ਗੱਲ ਕਰਦਾ ਗੁੱਸਾ ਚੜੀ ਜਾਂਦਾ, ਕਾਹਨੂੰ ਗੱਲਾਂ ਕਰਦੇ। ਉਦਾਂ ਸਾਰਾ ਦਿਨ ਆਪਾਂ ਵੀ ਰੌਲਾ ਪਾਉਂਦੇ ਆ, ਪਰ ਜਦੋਂ ਤਨ ਸਹੀ ਨਹੀਂ ਆ, ਵੇਖਿਆ ਬਿਮਾਰ ਜਿਨ੍ਹਾਂ ਦੇ ਘਰ ਮਰੀਜ਼ ਹੁੰਦੇ ਨੇ ਉਹ ਮਤਲਬ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਤੇ ਉਹਨਾਂ ਦੇ ਲਾਗੇ ਹੁਣ ਦੂਜੇ ਤੇ ਵਿਚਾਰੇ ਥੋੜੀ ਬਿਮਾਰ ਹੈ, ਉਹ ਤੇ ਚੰਗੇ ਭਲੇ ਆ ਪਰ ਉਹਨਾਂ ਤੇ ਰੌਲਾ ਪਾਈ ਜਾਂਦਾ। ਇਹ ਕੀ ਰੌਲਾ ਪਾਇਆ? ਕੀ ਇਹਨਾਂ ਹੱਸੀ ਜਾਂਦੇ ਜੋ? ਕਾਹਨੂੰ ਹੱਸੀ ਜਾਂਦੇ ਜੋ? ਕਿਉਂਕਿ ਉਹਨੂੰ ਚੰਗਾ ਨਹੀਂ ਲੱਗਣ ਦਿਆ, ਉਹ ਤੇ ਬਿਮਾਰ ਆ। ਬਿਲਕੁਲ ਸਹੀ ਗੱਲ ਹੈ। ਘਰਾਂ ਦੇ ਬੜੇ ਮਸਲੇ ਹੁੰਦੇ। ਠੀਕ ਹੈ ਜੀ, ਬਿਲਕੁਲ। ਬਾਣੀ ਕਹਿੰਦੀ ਆ ਕਿ ਸੰਤ ਕਾ ਮਾਰਗ ਧਰਮ ਕੀ ਪੌੜੀ ਹੈ ਕੋਵੜ ਭਾਗੀ ਪਾਏ। ਹਾਂਜੀ ਬਿਲਕੁਲ। ਧਰਮ ਦਾ ਮਤਲਬ ਜਿੰਨਾ ਚਿਰ ਤੱਕ ਤੁਹਾਡੇ ਜੀਵਨ 'ਚ ਧਰਮ ਨਹੀਂ ਆ ਉਹਨਾਂ ਚਿਰ ਤੱਕ ਤੁਸੀਂ ਧਾਰਮਿਕ ਨਹੀਂ ਜੇ। ਧਰਮ ਦਾ ਮਤਲਬ ਜੀਵਨ ਨੂੰ ਜਿਉਣ ਦਾ ਚੱਜ ਤੇ ਆਚਾਰ ਸਿਸਟਮ, ਜੋ ਬੇਸਿਕ ਰੂਲ ਰੈਗੂਲੇਸ਼ਨ ਹੈ। ਧਾਰਮਿਕ ਹੋ ਜਾਣਾ ਤੁਸੀਂ ਆਤਮ ਗਿਆਨੀ ਨਹੀਂ ਹੋ ਜਾਣਾ ਜੇ। ਬਿਲਕੁਲ। ਅਜੇ ਤੇ ਸ਼ੁਰੂਆਤ ਹੈ। ਇਹ ਤੇ ਜਸਟ ਗੱਡੀ ਖਰੀਦੀ ਹੈ, ਤੇ ਗੱਡੀ ਚੱਲਣੀ ਆ, ਉਸ ਤੋਂ ਅੱਗੇ ਅਜੇ ਤੇ ਤੁਹਾਨੂੰ ਪਤਾ ਲੱਗ ਗਿਆ ਖੱਡਿਆਂ ਖੁੱਡਿਆਂ ਦਾ। ਇਹ ਨਹੀਂ ਖੱਡੇ 'ਚ ਡਿੱਗੇ ਨਹੀਂ ਤੇ ਬੜੀ ਵੱਡੀ ਪ੍ਰਾਪਤੀ ਹੋ ਗਈ ਆ। ਡਿੱਗ ਜਾਂਦੇ ਤੇ ਲੱਤ ਨੂੰ ਜਾਂ ਪੈਰ ਨੂੰ ਜਾਂ ਬਾਂਹ ਨੂੰ ਕਿਸੇ ਨੂੰ ਸੱਟ ਲੱਗ ਸਕਦੀ ਸੀ, ਹਨਾ। ਬਿਲਕੁਲ। ਪਰ ਹਜੇ ਤੇ ਸਾਨੂੰ ਖੱਡਿਆਂ ਦਾ, ਧਰਮ ਦਾ ਮਤਲਬ ਕਿ ਖੱਡਿਆਂ ਦਾ ਪਤਾ ਲੱਗ ਗਿਆ ਤੇ ਆਪਾਂ ਖੱਡਿਆਂ 'ਚ ਗੱਡੀ ਨਹੀਂ ਮਾਰਦੇ, ਪਰ ਅਜੇ ਸਫ਼ਰ ਕਰਨਾ ਵਾ। ਮੰਜ਼ਿਲ ਕਿਤੇ ਹੋ ਰਿਹਾ, ਆਤਮਾ ਨੂੰ ਜਾਣਨਾ ਹੈ। ਪਰ ਜਿਹਦੀ ਜੀਵਨ 'ਚ ਧਰਮ ਹੀ ਨਹੀਂ ਆ, ਹੁਣ ਤੁਸੀਂ ਝੂਠ ਬੋਲੀ ਜਾਓ, ਚੋਰੀ ਕਰੀ ਜਾਓ, ਠੱਗੀਆਂ ਮਾਰੀ ਜਾਓ, ਦੁਰਾਚਾਰ ਕਰੋ, ਪਰਾਏ ਮਰਦ ਦੇ ਨਾਲ ਜਾਂ ਇਸਤਰੀ ਨਾਲ ਸੰਬੰਧ ਬਣਾਈ ਜਾਓ, ਕੋਈ ਤੁਹਾਡੀ ਜ਼ਿੰਦਗੀ 'ਚ ਕੋਈ ਸਿਸਟਮ ਨਹੀਂ ਹੈਗਾ, ਤੇ ਫਿਰ ਤੁਸੀਂ ਧਾਰਮਿਕ ਥੋੜ੍ਹੀ ਹੋਏ ਜੇ। ਇਹ ਤੇ ਆਮ ਸਧਾਰਨ ਪ੍ਰਾਣੀ, ਨੋਰਮਲ ਪੀਪਲ, ਜਿੱਦਾਂ ਆਮ ਦੁਨੀਆ ਤੁਰੀ ਫਿਰਦੀ ਆ। ਅਜੇ ਤਿਆਰੀ ਨਹੀਂ ਹੈ ਤੁਹਾਡੀ। ਇਸੇ ਕਰਕੇ ਬਾਣੀ ਕਹਿੰਦੇ ਆ ਕਿ ਲੱਭਣਾ ਉਹ ਵੀ ਇੱਕ ਅਵਸਥਾ ਹੈ, ਪਰ ਪਹਿਲਾਂ ਧਾਰਮਿਕ ਹੋਣਾ ਪਊਗਾ। ਪਹਿਲੀ ਕਲਾਸ ਹੀ ਧਰਮ ਹੈ। ਇਸ ਲਈ ਬਾਣੀ ਚ ਆ ਵੇਖੋ ਤੁਕ ਚ ਸਮਝਾਇਆ, ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵੜ ਭਾਗੀ ਪਾਏ। ਬਿਲਕੁਲ। ਕਿਉਂਕਿ ਉਹ ਤੁਹਾਨੂੰ ਉਹ ਇੱਕ ਮਾਰਗ ਆ, ਉਹਨੇ ਤੁਹਾਨੂੰ ਪੌੜੀ ਬਣ ਕੇ ਤੁਹਾਡੇ ਜੀਵਨ ਦੇ ਵਿੱਚ ਜਿਹੜਾ ਕਨੈਕਸ਼ਨ ਬ੍ਰੇਕ ਹੋ ਗਿਆ ਪਰਮਾਤਮਾ ਦੇ ਨਾਲੋਂ, ਉਹ ਜੋੜਨਾ ਹੈ ਉਹਨੇ। ਉਹਨੂੰ ਕਿੱਦਾਂ ਜੋੜੂਗਾ? ਉਹਨਾਂ ਚੀਜ਼ਾਂ ਨੂੰ ਤੁਹਾਡੇ ਤੋਂ ਕਰੇਗਾ ਬਚਨਾਂ ਦੇ ਰਾਹੀਂ, ਜਾਂ ਕੁਛ ਕਰਨ ਵਾਸਤੇ ਕਵੇਗਾ, ਜਾਂ ਕੁਛ ਨਾ ਕੁਛ ਤੁਹਾਨੂੰ ਦੱਸੀ ਜਾਵੇਗਾ, ਮਾਰਗ ਦਰਸ਼ਨ ਕਰੀਦਾ। ਹੁਣ ਇੱਕ ਦਿਨ 'ਚ ਬੱਚਾ ਕੋਈ ਡਾਕਟਰ, ਕੋਈ ਇੰਜੀਨੀਅਰ ਨਹੀਂ ਬਣਦਾ, ਉਹਦੇ ਲਈ ਬੜੀ ਘਾਲਣਾ ਹੈ। ਕਈ ਗੁਰੂਆਂ ਕੋਲ ਜਾ ਕੇ ਸਿੱਖਿਆ ਲੈਣੀ ਪੈਂਦੀ, ਫਿਰ ਜਾ ਕੇ ਇੱਕ ਬੱਚੇ ਦੇ ਹੱਥ 'ਚ ਸਰਟੀਫਿਕੇਟ ਆਉਂਦਾ। ਹਜੇ ਵੀ ਗੱਲ ਖਤਮ ਨਹੀਂ ਹੋਈ।
ਉਹਨੂੰ ਪ੍ਰੈਕਟੀਕਲ ਕਰਨ ਵਾਸਤੇ ਕਿਸੇ ਕਾਲਜ ਵਿੱਚ ਜਾਣਾ ਪੈਂਦਾ ਹੈ, ਕਿਸੇ ਹਸਪੀਟਲ ਜਾਣਾ ਪੈਂਦਾ ਹੈ। ਫਿਰ ਜਦੋਂ ਉਹਦੀ ਅਪ੍ਰੈਂਟਿਸਸ਼ਿਪ ਕੰਪਲੀਟ ਹੋ ਜਾਂਦੀ, ਐਕਸਪੀਰੀਅੰਸ ਆ ਜਾਂਦਾ ਹੈ, ਉਸ ਤੋਂ ਬਾਅਦ ਫਿਰ ਕਿਤੇ ਜਾ ਕੇ ਉਹ ਆਪਣੀ ਸਰਵਿਸ ਨੂੰ ਪਰਫਾਰਮ ਕਰ ਸਕਦਾ ਹੈ। ਧਰਮ ਦਾ ਮਤਲਬ ਇਹੋ ਹੀ ਆ ਕਿ ਉਹ ਮਨੁੱਖ ਜਿਹੜੇ ਇਸ ਟਾਸਕ ਦੇ ਵਿੱਚੋਂ ਲੰਘ ਚੁੱਕੇ ਨੇ, ਜਿਹੜੇ ਪਾਰ ਹੋ ਚੁੱਕੇ ਨੇ, ਪਰ ਕਈ ਮੇਰੇ ਵਰਗੇ ਹਜੇ ਰਾਹ 'ਚ ਹੀ ਤੁਰੇ ਫਿਰਦੇ ਆ ਤੇ ਮਾਰਗਦਰਸ਼ਨ ਕਰਨਾ ਸ਼ੁਰੂ ਕਰ ਦਿੰਦੇ ਆ। ਹਜੇ ਗੱਡੀ ਖਰੀਦੀ ਆ, ਹਜੇ ਟਾਇਰ ਟੂਰ ਪਵਾਏ ਨੇ, ਤਿਆਰੀ ਬੱਧੀ ਆ ਤੇ ਸਿੱਧੀ ਜਿਹੀ ਤੁਹਾਡੀ ਰੱਬ ਨਾਲ ਗੱਲ ਕਰਾ ਦਿੰਦੇ ਆ। ਪਹਿਲੀ ਗੱਲ ਤੇ ਉਹ ਉੱਥੇ ਇਹ ਸਵਾਲ ਕਰਨਾ ਜ਼ਰੂਰੀ ਹੈ ਕਿ ਤੂੰ ਰੱਬ ਨੂੰ ਜਾਣਦਾ ਹੈ? ਤੂੰ ਸਾਨੂੰ ਤੇ ਗਾਈਡ ਕਰ ਦਿੰਦੇ ਆ, ਤੂੰ ਬੜਾ ਇਨਫਲੂਐਂਸ, ਬੜਾ ਪ੍ਰਭਾਵਿਤ ਕਰ ਲਿਆ ਲੋਕਾਂ ਨੂੰ ਕਿ ਲੋਕੀ ਹੁਣ ਚਾਹੁੰਦੇ ਕਿ ਰੱਬ ਨੂੰ ਮਿਲਣਾ ਹੈ, ਪਰ ਲੋਕਾਂ ਦੇ ਮਨ 'ਚ ਇਹ ਵਿਚਾਰ ਨਹੀਂ ਆਉਂਦਾ ਕਿ ਜਣਾ ਖਣਾ ਤੁਹਾਨੂੰ ਰੱਬ ਨਾਲ ਨਹੀਂ ਮਿਲਾ ਸਕਦਾ। ਨਾ ਨਾ ਨਾ, ਬਿਲਕੁਲ ਨਹੀਂ ਮਿਲਾ ਸਕਦਾ। ਔਰ ਜਿਹੜਾ ਕਹਿੰਦਾ ਹੈ ਉਹ ਤਾਂ ਮਿਲਾ ਹੀ ਨਹੀਂ ਸਕਦਾ। ਹਾਂ, ਇਸ ਕਰਕੇ ਪਲੀਜ਼ ਉਹ ਕਹਿੰਦੇ ਆ ਕਿ ਅਕਲ ਸਾਹਿਬ ਸੇਵਨਾ, ਅਕਲੀ ਅਕਲ ਦੇ ਨਾਲ ਪ੍ਰਮਾਤਮਾ ਨੂੰ ਓਕੇ ਆਉਂਦਾ ਅਕਲ ਦੇ ਨਾਲ ਪਲੀਜ਼ ਇਹ ਕੰਮ ਕਰ। ਬਿਲਕੁਲ, ਅਕਲੀ ਸਾਹਿਬ ਸੇਵੀਏ, ਅਕਲੀ ਕੀਚੇ ਦਾਨ, ਦਾਨ ਵੀ ਅਕਲ ਦੇ ਨਾਲ ਕਰਨਾ ਹੈ ਭਾਈ। ਅਕਲੀ ਪੜ੍ਹ ਕੇ ਬੁੱਝੀਏ, ਬੁੱਝਣਾ ਵੀ ਪੜ੍ਹ ਕੇ ਅਕਲ ਦੇ ਨਾਲ ਹੀ ਆ। ਤੇ ਮੂਰਖਾਂ ਦਾ ਕੰਮ ਨਹੀਂ ਹੈ ਕਿ ਐਵੇਂ ਅੱਖਾਂ ਬੰਦ ਕਰਕੇ ਕਿਸੇ ਭੇਡ ਚਾਲ ਦੇ ਪਿੱਛੇ ਤੁਰ ਪੋ ਤੇ ਤੁਸੀਂ ਆਤਮ ਗਿਆਨੀ ਹੋ ਜਾਓਗੇ। ਨਹੀਂ ਹੋ ਸਕਦੇ। ਕਿਉਂ? ਕਿਉਂਕਿ ਮਾਇਆ ਬਹੁਤ ਪਾਵਰਫੁਲ ਹੈ, ਨਕਲੀ ਧਰਮ ਬਣਾ ਕੇ ਬੈਠੀ ਹੋਈ ਹੈ। ਔਰ ਜ਼ਿਆਦਾਤਰ ਉੱਥੇ ਲੋਕ ਪਹੁੰਚ ਜਾਂਦੇ ਨੇ ਕਿਉਂਕਿ ਲੋਕ ਤਾਮਸਿਕ ਲੋਕ ਹੁੰਦੇ ਨੇ ਔਰ ਉਹਨਾਂ ਦੇ ਮਨ 'ਚ ਇੱਛਾਵਾਂ ਬੜੀਆਂ ਹੁੰਦੀਆਂ ਨੇ, ਤੇ ਇਸ ਕਰਕੇ ਉਹ ਵੇਗ ਨੂੰ ਰੋਕ ਹੀ ਨਹੀਂ ਸਕਦੇ ਵਿਚਾਰੇ, ਉੱਥੇ ਪਹੁੰਚ ਜਾਂਦੇ। ਸੰਸਾਰਿਕ ਮਨੁੱਖ ਉਹ ਗੱਲ ਯਾਦ ਨਹੀਂ ਉਸੇ ਬਾਬੇ ਦੀ, ਉਹ ਕਹਿੰਦੇ ਤੁਸੀਂ ਬਾਬਾ ਜੀ ਇੱਥੇ ਵੇਖਿਆ ਕਿੰਨੇ ਸਾਲਾਂ ਤੋਂ ਇੱਥੇ ਤੁਰੇ ਫਿਰਦੇ ਜੋ, ਆਤਮ ਗਿਆਨ ਤੇ ਕਿਸੇ ਨੂੰ ਪ੍ਰਾਪਤ ਨਹੀਂ ਹੋਇਆ। ਉਹ ਕਹਿੰਦਾ ਮੈਂ ਤੇ ਆਤਮ ਗਿਆਨ ਪ੍ਰਾਪਤ ਕਰਵਾ ਦਾਂ, ਪਰ ਕੁਝ ਲੈਣ ਨੂੰ ਵੀ ਤਾਂ ਤਿਆਰ ਹੋਵੇ ਨਾ। ਉਹ ਕਹਿੰਦਾ ਨਹੀਂ ਬਾਬਾ ਜੀ, ਸਾਰਾ ਨਗਰ ਤੁਹਾਡੇ ਕੋਲ ਆਉਂਦਾ। ਕਹਿੰਦਾ ਜਾ ਕੇ ਫਿਰ ਪੁੱਛ ਕੇ ਉਹਨਾਂ ਨੂੰ ਪੁੱਛੋ ਕੀ ਚਾਹੀਦਾ ਹੈ। ਉਹ ਕਹਿੰਦਾ ਮੈਨੂੰ ਜਨਾਨੀ ਚਾਹੀਦੀ ਆ, ਕੋਈ ਕਹਿੰਦਾ ਮੈਨੂੰ ਨੌਕਰੀ ਚਾਹੀਦੀ, ਕੋਈ ਕਹਿੰਦਾ ਮੈਨੂੰ ਘਰ ਚਾਹੀਦਾ, ਕੋਈ ਕਹਿੰਦਾ ਮੈਨੂੰ ਬੱਚਾ ਚਾਹੀਦਾ, ਕੋਈ ਕਹਿੰਦਾ ਮੈਨੂੰ ਬੱਚੀ ਚਾਹੀਦੀ ਹੈ। ਉਹ ਕਿਸੇ ਕੋਲ ਸਾਰਾ ਕੁਝ ਹੈਗਾ। ਉਹ ਕਹਿੰਦਾ ਮੈਨੂੰ ਲੋਕੀ ਜਾਣਨ, ਮੈਂ ਪ੍ਰਧਾਨ ਬਣਨਾ ਚਾਹੁੰਦਾ, ਪਿੰਡ ਦਾ ਸਰਪੰਚ ਬਣਨਾ ਚਾਹੁੰਦਾ। ਔਰ ਉਹ ਕਿਸੇ ਨੇ ਵੀ ਨਹੀਂ ਕਿਹਾ ਕਿ ਰੱਬ ਮੈਨੂੰ ਚਾਹੀਦਾ ਮੈਨੂੰ। ਔਰ ਆਪ ਜੀ ਪਲੀਜ਼ ਜਾ ਕੇ ਗੁਰਦੁਆਰੇ ਜਾ ਕੇ ਖਲੋ ਜਾਓ ਤੇ ਮੇਰੇ ਕਹਿਣ ਤੇ ਨਾ 2-4 ਮਿੰਟ ਉਹਨਾਂ ਨੂੰ ਪੁੱਛੋ, 10-20 ਬੰਦਿਆਂ ਨੂੰ ਪੁੱਛ ਕੇ ਵੇਖੋ ਕਿ ਤੁਸੀਂ ਦੱਸੋ ਕਿ ਸਰ ਕੀ ਕਰਨਾ ਹੈ ਜੋ, ਤੁਸੀਂ ਸੱਚੀ ਰੱਬ ਨੂੰ ਮਿਲਣਾ ਚਾਹੁੰਦੇ ਹੋ? ਕਿਸੇ ਨੇ ਕਹਿਣਾ ਨਹੀਂ ਤੁਹਾਨੂੰ, ਉਹਨੇ ਕਹਿਣਾ ਕਿਹੜੇ ਰੱਬ ਦੀ ਗੱਲ ਕਰਦੇ। ਸਾਨੂੰ ਇੰਨਾ ਪਤਾ ਕਿੱਥੇ ਮੱਥਾ ਟੇਕਣ ਆਏ ਆ। ਉਹ ਵੀ ਤਾਂ ਆਇਆ ਵਾ ਕਿ ਮੈਨੂੰ ਧੀ ਪੁੱਤ ਚਾਹੀਦਾ, ਮੈਨੂੰ ਨੌਕਰੀ ਚਾਹੀਦੀ ਆ, ਮੇਰੇ ਕੋਲ ਨੌਕਰੀ ਵੀ ਹੈਗੀ, ਹੁਣ ਮੇਰੀ ਵਾਹਵਾ ਗੁੱਡੀ ਓਕੇ ਆ, ਮੈਂ ਇਸ ਕਰਕੇ ਆਉਣਾ ਕਿ ਮੇਰੀ ਗੁੱਡੀ ਥੱਲੇ ਨਾ ਆਵੇ। ਨਾਲੇ ਜਿਹੜਾ ਹੈਗਾ ਸੈਟਰਡੇ ਸੰਡੇ ਆਊਟਿੰਗ ਹੋ ਜਾਂਦੀ ਹੈ ਔਰ ਵਧੀਆ ਜਿਹੜਾ ਲੰਗਰ ਮਿਲ ਜਾਂਦਾ ਹੈ, ਪਕੌੜੇ ਸ਼ਕੌੜੇ ਸਾਰੇ ਇੱਥੇ ਵਧੀਆ ਮਿਲ ਜਾਂਦੇ। ਤੇ ਅੰਦਰੋਂ ਜਿਹੜੀ ਆਵਾਜ਼ ਆਉਂਦੀ ਉਹ ਵੀ ਸ਼ਾਂਤ ਹੋ ਜਾਂਦੀ ਹੈ। ਉਹ ਅੰਦਰੋਂ ਕਹਿੰਦੀ ਕਿ ਭਗਤੀ ਕਰਨੀ ਆ। ਕਹਿੰਦਾ ਹਾਂ ਮੈਂ ਕੀਤੀ ਤੇ ਆਇਆ ਨਾ, ਗੁਰਦੁਆਰੇ ਗਿਆ ਨਾ, ਆਪਾਂ ਮੱਥਾ ਟੇਕ ਕੇ ਆਏ ਆ, ਉੱਥੇ ਸੇਵਾ ਵੀ ਕਰਕੇ ਆਏ ਆ। ਤੇ ਉਹ ਕਹਿੰਦੇ ਕਿ ਬਾਣੀ ਜੀ ਤੇ ਲਿਖਿਆ ਧਰਮ ਤੇ ਚੱਲਣਾ। ਉਹ ਕਹਿੰਦੇ ਉਹ ਅਲੱਗ ਚੈਪਟਰ ਆ, ਫਿਰ ਕਿਤੇ ਡਿਸਕਸ ਕਰਾਂਗੇ ਆਪਾਂ। ਪਰ ਇਸੇ ਤਰ੍ਹਾਂ ਇਨਸਾਨ ਆਪਣੇ ਆਪ ਨੂੰ ਬੇਵਕੂਫ ਬਣਾਈ ਜਾਂਦਾ। ਠੀਕ ਹੈ ਜੀ, ਧਰਮ ਤੇ ਚੱਲਣਾ ਪਊਗਾ। ਧਰਮ ਦਾ ਮਤਲਬ ਕੀ ਹੈ? ਧਰਮ ਦਾ ਮਤਲਬ ਹੈ ਕਿ ਜਿਹੜਾ ਮਨੁੱਖ ਭੋਗਾਂ ਦੇ ਵਿੱਚ ਗ੍ਰਸਤ ਹੋ ਜਾਂਦਾ ਹੈ। ਧਰਮ ਦਾ ਮਤਲਬ ਹੈ ਜਿਹੜਾ ਆਪਣੇ ਆਪ ਨੂੰ ਬੁਰਾਈ ਤੋਂ ਰੋਕਦਾ ਹੈ, ਜਿਹੜਾ ਖੱਡੇ 'ਚ ਨਹੀਂ ਡਿੱਗਦਾ, ਜਿਹੜਾ ਸਲਿੱਪ ਨਹੀਂ ਹੁੰਦਾ। ਔਰ ਜਿਹੜਾ ਮੇਰੇ ਵਰਗਾ ਸਲਿੱਪ ਹੋਈ ਜਾਂਦਾ ਵਾ ਉਹ ਅਧਰਮੀ ਹੈ। ਜਦੋਂ ਗੱਡੀ ਸਲਿੱਪ ਹੋਈ ਜਾਵੇ ਉਹਨੇ ਕਿਤੋਂ ਖਿੱਚਣਾ ਨਾ। ਜਿਹੜਾ ਬੰਦਾ ਅਵਗੜਾ 'ਚ ਟਿਕ ਗਿਆ ਉਹ ਸਮਝ ਲਓ ਕਿ ਉਹਦੀ ਗੱਡੀ ਸਲਿੱਪ ਹੋ ਰਹੀ ਹੈ ਵਿਚਾਰਾ। ਤੇ ਹੁਣ ਜਦੋਂ ਗੱਡੀ ਸਲਿੱਪ ਹੋ ਜਾਵੇ ਫਿਰ ਉਹਨੇ ਸਫ਼ਰ ਕਿੱਥੇ ਕਰਨਾ? ਉੱਥੇ ਚਿੱਕੜ 'ਚ ਖਲੋਤੀ ਰਹੂਗੀ ਬਸ। ਉਹ ਟਾਇਰ ਘੁੰਮੀ ਜਾਣਾ ਉਹਦਾ। ਪਰ ਉਹਨੂੰ ਲੱਗਦਾ ਜ਼ਰੂਰ ਹੈ ਕਿ ਮੇਰੀ ਗੱਡੀ ਚੱਲਦੀ ਆ, ਪਰ ਉਹਨੂੰ ਇਹ ਨਹੀਂ ਪਤਾ ਕਿ ਤੇਰੀ ਗੱਡੀ ਨਹੀਂ ਚੱਲਣ ਦੀ, ਕਿ ਤੇਰੀ ਗੱਡੀ ਦਾ ਟਾਇਰ ਘੁੰਮ ਰਿਹਾ ਕੇਵਲ। ਤੇਰੀ ਗੱਡੀ ਤਾਂ ਉੱਥੇ ਖਲੋਤੀ ਆ, ਸਲਿੱਪ ਕਰ ਰਹੀ ਹੈ, ਟਾਇਰ ਘੁੰਮ ਰਿਹਾ। ਠੀਕ ਹੈ ਜੀ। ਇਸ ਕਰਕੇ ਤੁਹਾਡੇ ਜੀਵਨ 'ਚ ਧਰਮ ਹੋਣਾ ਬਹੁਤ ਜ਼ਰੂਰੀ ਹੈ। ਜੇ ਤੁਹਾਡੇ ਜੀਵਨ 'ਚ ਕਬੀਰ ਸਾਹਿਬ ਨਹੀਂ ਆ ਰਹੀ, ਨਿਰਮਲਤਾ ਨਹੀਂ ਆ ਰਹੀ, ਸੱਚ ਨਹੀਂ ਪ੍ਰਗਟ ਹੋ ਰਿਹਾ, ਸੱਚਾਈ ਨਹੀਂ ਆ ਰਹੀ, ਤੇ ਸਮਝ ਲਓ ਕਿ ਤੁਹਾਡੀ ਗੱਡੀ ਸਲਿੱਪ ਮਾਰ ਰਹੀ ਹੈ ਜੇ। ਉਦਾਂ ਉਹ ਵੱਖਰੀ ਗੱਲ, ਆਪਾਂ ਕਥਾ ਆਖਣੀ ਹੈ, ਉੱਥੇ ਗੁਰਦੁਆਰੇ ਜਾਈਏ, ਬਾਣੀ ਮੁਣੀ ਪੜ੍ਹੀ ਜਾਈਏ, ਉਹ ਇੱਕ ਅਲੱਗ ਮੈਟਰ ਆ। ਪਰ ਆਊਟਪੁੱਟ ਨਹੀਂ ਜੇ ਹੈਗਾ। ਆਊਟਪੁੱਟ ਦਾ ਮਤਲਬ ਤੁਹਾਡਾ AC ਚੱਲਣ ਡਿਆ, ਬੱਤੀ ਵੀ ਪੂਰੀ ਖਾ ਰਿਹਾ ਵਾ, ਪਰ ਕੂਲਿੰਗ ਨਹੀਂ ਕਰ ਰਿਹਾ, ਬਸ ਫੈਨ ਵੀ ਚੱਲ ਰਿਹਾ। ਹਾਂ ਨਿਜਰ ਸਾਹਿਬ, ਬਿਲਕੁਲ ਗੈਸ ਠੰਡਕ ਹੈ ਨਹੀਂ ਗੀ।
ਠੰਡਕ ਨਹੀਂ ਹੈਗੀ, ਹੈ ਨਾ। ਉਹ ਤੇ ਫਿਰ ਦੇਖੋ ਧਰਮ ਦਾ ਮਤਲਬ ਕੀ ਹੈ, ਇਹ ਨਹੀਂ ਅਗਲੇ ਲਈ ਇਹ ਵੀ ਛੱਡ ਦੇਣਾ, ਜੀਵਨ ਇਹ ਵੀ ਜਿਉਣਾ ਵਾ ਪੂਰੀ ਤਰ੍ਹਾਂ, ਇੱਥੇ ਵੀ ਸੁੱਖ ਪੂਰੇ ਪ੍ਰਾਪਤ ਕਰਨੇ ਆ, ਅਗਲਾ ਵੀ ਸਵਾਰਨਾ ਹੈ। ਹਲਤ ਤੇ ਪਲਤ ਸਵਾਰਨ ਦੀ ਗੱਲ ਚ ਕਿਤੇ ਵੀ ਪਲਤ ਦੀ ਗੱਲ ਨਹੀਂ ਚੱਲੀ। ਜਿਹਦਾ ਆ ਨਹੀਂ ਸਵਾਰਿਆ ਗਿਆ ਉਹਦਾ ਅਗਲਾ ਕਿੱਥੋਂ ਸਵਾਰਨਾ? ਕਿਹੜੀਆਂ ਗੱਲਾਂ ਹੈ ਨਿੱਜਰ ਸਾਹਿਬ? ਬਿਲਕੁਲ ਸਹੀ ਗੱਲ ਹੈ। ਹੁਣ ਤੁਸੀਂ ਮੈਨੂੰ 2 ਰੋਟੀਆਂ ਕਹੋ ਕਿ ਚਰਨਜੀਤ ਤੈਨੂੰ 5 ਰੋਟੀਆਂ ਦੇ ਦਾਂਗੇ ਕੱਲ, ਉਹ ਮੈਂ ਕਹਾਂਗਾ ਨਿੱਜਰ ਸਾਹਿਬ ਭੁੱਖ ਤੇ ਮੈਨੂੰ ਅੱਜ ਆ, ਇੱਕ ਦੀ ਹੁਣ ਵੀ ਤੇ ਦੋ, ਹੈ ਨਾ ਨਿੱਜਰ ਸਾਹਿਬ? ਬਣ ਕੇ ਕਹਿੰਦੀ ਆ, ਬਿਲਕੁਲ ਸਹੀ ਗੱਲ ਹੈ। ਇਹ ਵੀ ਤੇ ਉਹ ਵੀ ਦੋਵੇਂ ਸੈੱਟ ਹੋਣੇ ਬੜੇ ਜ਼ਰੂਰੀ ਆ। ਕਿਉਂਕਿ ਐਵੇਂ ਹੁਣ ਜਿੱਦਾਂ ਲੋਕਾਂ ਨੂੰ ਵਿਚਾਰਿਆਂ ਨੂੰ ਇੱਥੇ ਮੁਸਲਮਾਨਾਂ ਨੂੰ ਕਹਿ ਦਿੰਦੇ ਕਿ ਤੁਹਾਨੂੰ ਜੰਨਤ ਮਿਲੂਗੀ, ਉਹ ਉਹਨਾਂ ਦਾ ਸਵਾਲ ਬਣਦਾ ਹੈ ਕਿ ਭਾਈ ਥੋੜੀ ਬਹੁਤਾ ਸੈਂਪਲ ਸਾਨੂੰ ਇੱਥੇ ਵੀ ਮਿਲੇ। ਹਾਂ, ਬਾਣੀ ਤਾਂ ਕਹਿੰਦੀ ਹੈ ਕਿ ਤੂੰ ਸਹੀ ਸੱਚੇ ਦਿਲੋਂ ਇਸ ਪਾਸੇ ਤੁਰ ਜਾ ਤੇ ਪਹਿਲੇ ਦਿਨ ਤੋਂ ਤੈਨੂੰ ਮੈਂ ਸੈਂਪਲ ਦੇ ਦੂੰਗਾ। ਠੀਕ ਹੈ, ਸੈਂਪਲ ਦਾ ਮਤਲਬ ਹੀ ਆ, ਆਪਾਂ ਬਾਣੀ ਤੋਂ ਪੜ੍ਹਦੇ ਆ, ਸੈਂਪਲ ਦਾ ਮਤਲਬ ਇਹੋ ਹੀ ਆ ਕਿ ਤੁਹਾਡੇ ਮਨ ਦਾ ਸ਼ਾਂਤ ਹੋਣਾ, ਸਥਿਰ ਹੋਣਾ, ਚਿੱਤ ਦਾ ਗਤੀਹੀਨ ਹੋਣਾ, ਇਹ ਸਭ ਸੈਂਪਲ ਹੈ। ਔਰ ਜਦੋਂ ਇਹ ਮਿਲ ਗਏ ਤੇ ਜੀਵਨ 'ਚ ਸ਼ਾਂਤੀ ਆ ਜਾਏਗੀ। ਤੁਸੀਂ ਸੱਚ ਤੇ ਚੱਲਣਾ ਸ਼ੁਰੂ ਕਰ ਦਿਓ, ਆਟੋਮੈਟਿਕਲੀ ਤੁਹਾਡੇ ਦੁੱਖਾਂ ਦਾ ਅੰਤ ਹੋ ਜਾਏਗਾ। ਕਈ ਕਹਿੰਦੇ ਜੀ ਮੈਂ ਤੇ ਸੱਚ ਤੇ ਚੱਲਦਾ, ਮੇਰੇ ਘਰ ਦੁੱਖ ਬੜੇ ਆ ਗਿਆ, ਮੈਂ ਤੂੰ ਝੂਠ ਮਾਰ ਦਿੰਦੇ ਆ। ਨਹੀਂ, ਪੋਸੀਬਲ ਹੀ ਨਹੀਂ ਹੈਗਾ। ਤੂੰ ਸੱਚ ਤੇ ਚੱਲੇ ਤੇ ਮਤਲਬ ਹੀ ਨਹੀਂ ਤੇਰੀ ਜ਼ਿੰਦਗੀ 'ਚ ਦੁੱਖ। ਹੁਣ ਉਹ ਫਿਰ ਸੱਚ ਕਿਹੜਾ ਹੋਇਆ? ਗੋਰਖੀ ਸਾਹਿਬ, ਵਿਚਾਰ ਜਿਹੜੇ ਹੈਗੇ, ਹੜ ਜਿਹੜਾ ਹੈਗਾ ਉਹਦੇ ਉੱਤੇ ਪੱਥਰ ਦਾ ਸੁੱਟਣਾ, ਕੋਈ ਬੰਨ ਤਲਾ ਕਈ ਚੱਕ ਕੇ ਕੁਛ ਪਾ ਤਾਂ ਸਹੀ ਨਾ ਉੱਥੇ। ਆਊਟਪੁੱਟ ਤਾਂ ਹੀ ਕੁਝ ਨਿਕਲੂ। ਹੁਣ ਪਾਣੀ 'ਚ ਮਧਾਣੀ ਪਾ ਕੇ ਬੈਠਾ ਹੋਵੇ ਤੇ ਕਹੀ ਜਾਵੇ ਮੈਂ ਸੱਚ ਤੇ ਚੱਲਦਾ, ਸੱਚ ਤੇ ਚੱਲਣਾ। ਤੇ ਕਬੀਰ ਸਾਹਿਬ ਤੇ ਕਹਿੰਦੇ ਆ ਕਿ ਔਗੜ ਘਾਟੀ ਰਾਮ ਕੀਤਾ ਡਰਿਓ ਕਬੀਰ। ਉੱਥੇ ਥੋੜੀ ਜਿਹੀ ਉਚਾਈ ਵਾਲਾ ਕੰਮ ਆ, ਪਰ ਪੋਸੀਬਲ ਹੈ। ਪ੍ਰੈਕਟਿਕ ਉਹ ਕਹਿੰਦੇ ਸੁਨਿਆਰੇ ਵਾਂਗੂ ਧੀਰਜ ਕਰਨਾ ਜਦ, ਹਨਾ? ਬਿਲਕੁਲ, ਧੀਰਜ ਸੁਨਿਆਰ, ਏਦਾਂ ਦੀ ਚੌਕਾਈ, ਸੁਨਿਆਰੇ ਵਾਂਗੂ ਧੀਰਜ ਰੱਖ ਕੇ ਬੈਠਾ ਰਵੇ, ਕਲਪੀ ਨਾ, ਕਿਉਂਕਿ ਇਹ ਮਾਰਗ ਸਹਿਜ ਮਾਰਗ ਆ। ਦੇਖੋ 1 ਮਿੰਟ 'ਚ ਕੋਈ ਯਾਤਰਾ ਨਹੀਂ ਜੇ ਪੂਰੀ ਹੁੰਦੀ ਤੇ ਨਾ ਹੋ ਸਕਦੀ ਆ। ਜੇਕਰ ਵੱਡੀ ਯਾਤਰਾ ਕਰਨੀ ਹੈ ਨਾ, ਉੱਥੇ ਟਾਈਮ ਲੱਗਣਾ, ਟਾਈਮ ਵੀ ਉਹਦਾ ਮਤਲਬ ਇਹੋ ਕਿ ਪੇਸ਼ੈਂਟ ਰੱਖ। ਹਾਂ, ਟਾਈਮ ਵੀ ਲੱਗਣਾ ਹੈ ਗੋਰਖੀ ਸਾਹਿਬ। ਪਹਿਲਾਂ ਪਤਾ ਉਹਦਾ ਮੈਪ ਵੀ ਹੋਏ ਆਪਣੇ ਕੋਲ, ਯਾਤਰਾ ਕਿੱਧਰ ਨੂੰ ਜਾਣਾ ਹੈ, ਕੀ ਕਰਨਾ ਹੈ। ਫਿਰ ਜਿਹੜਾ ਹੈਗਾ ਯਾਤਰਾ ਵਾਸਤੇ ਜਿਹੜਾ ਹੈਗਾ ਆਪਣੇ ਕੋਲ ਸਾਧਨ ਵੀ ਹੋਣ। ਤੇ ਆ ਦੇਖੋ ਕਹਿੰਦੇ ਵਿਸ਼ਟ ਗੁਰੂ ਮੈਂ ਪਾਇਆ, ਜਿਹਨੇ ਹਰ ਪ੍ਰਭ ਦਿੱਤਾ ਜੋੜ। ਪਹਿਲਾਂ ਤਾਂ ਮੈਪ ਤਾਂ ਚਾਹੀਦਾ ਹੈ, ਰੋਡ ਮੈਪ। ਹਾਂਜੀ ਵੀਰ ਜੀ। ਨਕਸ਼ੇ ਤੋਂ ਬਿਨਾਂ ਮਕਾਨ ਕਿੱਥੋਂ ਬਣਾ ਦੋਗੇ? ਐਵੇਂ ਮੁੜ ਕੇ ਬੀਮ ਕੱਢੀ ਜੋ, ਕਿਟ ਕੱਢੀ ਜੋ, ਮੁੜ ਕੇ ਪਤਾ ਲੱਗਾ ਸਾਰੇ ਬੀਮ ਹੀ ਗਲਤ ਜਗ੍ਹਾ ਤੇ ਕੱਢ ਲਏ। ਡਿਜ਼ਾਈਨ ਦਾ ਨਹੀਂ ਪਤਾ ਸੀ। ਬਿਲਕੁਲ, ਵੀ ਡਿਜ਼ਾਈਨ ਤੇ ਜ਼ਰੂਰੀ ਹੈ ਨਾ। ਪਹਿਲਾਂ ਡਿਜ਼ਾਈਨ ਹੋਊਗਾ, ਉਸ ਤੋਂ ਬਾਅਦ ਹੀ ਤੇ ਗੱਲ ਸ਼ੁਰੂ ਹੋਣੀ ਹੈ। ਪਹਿਲਾਂ ਜ਼ਮੀਨ ਤੇ ਲੈਵਲ ਕਰੀਏ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਕਿ ਮੈਨੂੰ ਗਾਈਡ ਮਿਲ ਗਿਆ, ਤੇ ਫਿਰ ਉਹ ਗਾਈਡ ਨੇ ਕੀਤਾ ਕਿ ਉਹ ਕਹਿੰਦੇ ਕਿ ਉਹਨੇ ਜੋੜ ਦਿੱਤਾ ਮੈਨੂੰ, ਇੱਥੇ ਖੋਦ ਇਹਦੇ ਨਾਲ ਜੋੜ ਦਿੱਤਾ ਪਰਮਾਤਮਾ ਦੇ ਨਾਲ। ਨਹੀਂ, ਹੁਣ ਇਹਦੇ ਆਪੇ, ਹੁਣ ਜਿਹੜੇ ਬਾਬੇ ਜਿਹੜੇ ਗੁਰੂ ਮਿਲਦੇ ਇਹਦੇ ਲੋਕੀ ਆਪਣੇ ਆਪ ਨਾਲ ਜੋੜ ਲੈਂਦੇ ਆ ਬਸ। ਉਹ ਕਹਿੰਦੇ ਸਾਡੀ ਫੋਟੋ ਨੂੰ ਅੱਖਾਂ ਦੇ ਵਿੱਚ ਧਿਆਨ ਆਓ। ਉਹ ਕਹਿੰਦੇ ਕਿਹੜਾ ਪਰਮਾਤਮਾ? ਉਹ ਕਹਿੰਦੇ ਉਹ ਜਿਹੜਾ ਪਰਮਾਤਮਾ ਹੈ ਬਾਣੀ 'ਚ ਲਿਖਿਆ ਕਿ ਗੁਰੂ ਵਿਚੋਲਾ ਹੈ, ਤੇ ਇਹ ਅਸੀਂ ਗੁਰੂ ਹੈਗੇ ਆ ਤੁਹਾਡੇ, ਇਸ ਕਰਕੇ ਸਾਡੇ ਤੋਂ ਬਿਨਾਂ ਤੇ ਤੁਸੀਂ ਪਰਮਾਤਮਾ ਕੋਲ ਜਾ ਹੀ ਨਹੀਂ ਸਕਦੇ। ਇਸ ਕਰਕੇ ਰਾਹ 'ਚ ਅਸੀਂ ਖਲੋਤੇ ਆ। ਪਹਿਲਾਂ ਸਾਡੀ ਭਗਤੀ ਕਰੋ। ਹੋਰ ਵੀ ਮਹਾਂਪੁਰਖ ਹੈਗੇ, ਕਹਿੰਦੇ ਜੀ ਗੁਰੂ ਨਾਨਕ ਸਾਹਿਬ ਦੀ ਪਦਮ ਰੇਖਾ ਬਣਾਤੀ ਫੋਟੋ ਤੇ, ਪਦਮ ਰੇਖਾ ਕੱਢਤੀ, ਫੋਟੋ ਦਾ ਧਿਆਨ ਕਰੋ, ਪਦਮ ਰੇਖਾ ਦਾ ਧਿਆਨ ਕਰੋ। ਉਹ ਵੀ ਹੈਗੇ ਭਾਈ। ਬਹੁਤ ਬਹੁਤ ਬਹੁਤ। ਇਸ ਲਈ ਬਾਣੀ ਕਹਿੰਦੀ ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਮੂਲ ਗੱਲ ਤੋਂ ਬੰਦੇ ਨੂੰ ਪਰੇ ਲੈ ਜਾਂਦੇ ਨੇ। ਇਹ ਨਹੀਂ ਕਹਿੰਦੇ ਕਿ ਤੇਰੇ ਜੀਵਨ 'ਚ ਉਚਾਈ ਆਉਣੀ ਚਾਹੀਦੀ ਹੈ, ਤੂੰ ਸੱਚ ਤੇ ਚੱਲ, ਤੂੰ ਇਮਾਨਦਾਰ ਬਣ, ਤੂੰ ਚੰਗਾ ਇਨਸਾਨ ਬਣ, ਕਮ ਸੇ ਕਮ ਧਰਮ ਆਪਣੇ ਜੀਵਨ 'ਚ ਸਥਾਪਿਤ ਕਰ, ਆਪਣੇ ਆਪ ਨੂੰ ਰੋਕ ਤੇ ਭਗਤੀ ਕਰ। ਜਦ ਕਿ ਜ਼ਿਆਦਾਤਰ ਇਹੋ ਕਹਿੰਦੇ ਮੱਥਾ ਟੇਕੋ, ਪੈਸੇ ਚੜਾਓ ਤੇ ਘਰ ਨੂੰ ਜਾਓ। ਸਿੱਧੀ ਗੱਲ। ਅੱਛਾ ਅੱਗੇ ਚਲੋ ਨਿੱਜਰ ਸਾਹਿਬ। ਨਹੀਂ ਗੋਰਖੀ ਸਾਹਿਬ, ਇਹਦੇ ਵਿੱਚ ਦੇਖ ਲਓ ਨਾ, ਇਹਦੇ ਵਿੱਚ ਜਿਹੜਾ ਹੈਗਾ ਸ਼ਲੋਕ ਦੇ ਵਿੱਚ ਮਹਾਰਾਜ ਤਾਂ ਕਹਿ ਰਹੇ ਕਿ ਭਾਈ ਪਰਮਾਤਮਾ ਮੈਨੂੰ ਮੇਰੇ ਮਨ ਔਰ ਤਨ ਨੂੰ ਖੋਜਣ ਦੇ ਨਾਲ ਮਿਲਿਆ ਆ। ਪਰਮਾਤਮਾ ਕਿੱਥੇ ਕਹਿ ਰਹੇ ਵੀ ਮੈਂ ਜਿਹੜਾ ਹੈਗਾ ਜਾ ਕੇ ਹੇਮਕੁੰਟ ਚੜ ਗਿਆ ਜਾਂ ਹੋਰ ਕਿਤੇ ਚਲਾ ਗਿਆ, ਬਦਰੀਨਾਥ, ਜਾਂ ਮੈਂ ਕਿਤੇ ਮੱਕਾ ਮਦੀਨਾ ਜਾਇਆ? ਇਹ ਦੱਸੋ ਨਾ ਕਿੱਥੇ ਹੈਗਾ। ਨਿੱਜਰ ਸਾਹਿਬ ਉਹ ਤਾਂ ਨਾ ਬਾਣੀ ਕਹਿੰਦੀ, ਬਾਣੀ ਨੂੰ ਵਿਚਾਰਦਾ ਕੌਣ ਪਿਆ? ਵਿਚਾਰਨ ਵਾਲੇ ਤੇ ਆਪ ਕਹਿੰਦੇ ਇੱਥੇ ਮੱਥਾ ਟੇਕੋ। ਇੱਥੇ ਟੇਕੋਗੇ, ਇੱਥੇ ਇਸ਼ਨਾਨ ਕਰੋ ਤੇ ਤੁਹਾਨੂੰ ਪਤਾ ਨੀ ਕਿੰਨੇ
ਤੀਰਥਾਂ ਦੇ ਫਲ ਪ੍ਰਾਪਤ ਹੋਊਗਾ। ਜੇ ਕਹਿੰਦੇ ਤੇ ਮੈਂ ਕੱਲ ਫੋਟੋ ਖਿੱਚ ਲਿਆਉਂਦਾ, ਦਰਬਾਰ ਸਾਹਿਬ ਮੇਰੇ ਨਾਲ ਸਿਰੇ ਲੱਗੀ ਨਹੀਂ ਉਹਲੇ ਬੰਨੇ ਦੁੱਖ ਭੰਜਣੀ ਦੇ ਲਾਗੇ। ਨਾ ਉੱਥੋਂ ਵੀ ਗੁਰਕੀ ਸਾਹਿਬ, ਉੱਥੋਂ ਵੀ ਆਪਾਂ ਨੂੰ ਇਹੀ ਨਕਸ਼ਾ ਹੀ ਚਾਹੀਦਾ ਹੈ। ਇਸੇ ਵਾਸਤੇ ਆਪਾਂ ਜਿਹੜੇ ਹੈਗੇ ਇਹ ਜਿਹੜੇ ਆਪਾਂ ਗੁਰੂ ਦੇ ਕੋਲ ਜਾ ਰਹੇ ਹਾਂ, ਇਸੇ ਵਾਸਤੇ ਆਪਾਂ ਜਿਹੜੇ ਹੈ ਕਿ ਨਕਸ਼ਾ ਮਿਲ ਗਿਆ ਤੇ ਖੋਜਣਾ ਤਾਂ ਅੰਦਰ ਹੀ ਹੈ ਭਾਈ, ਮਨ ਔਰ ਤਨ ਨੂੰ ਹੀ ਖੋਜਣਾ ਹੈ। ਹਾਂਜੀ ਵੀਰ ਜੀ। ਉਹ ਤੇ ਗੱਲ ਤੇ ਉਹੀ ਆ ਕਿ ਬਾਣੀ ਤੇ ਕਹਿੰਦੀ ਬਾਹਰੋਂ ਧੋਤੀ ਤੂੰਬੜੀ ਅੰਦਰੋਂ ਵੇਚਣ ਕੋਰ, ਇੱਕ ਭਾ ਉਤਰੇ ਨਹਾਤੇ ਤੇ ਦੋ ਪਰ ਚੜੀਏ ਸੋਰ, ਇੱਕ ਭਾ ਉਤਰੇ ਨਹਾਤੀ ਹੈ, ਦੋ ਪਾਏ ਚੜੀਏ ਸੋਰ। ਬਿਲਕੁਲ। ਤੇ ਜ਼ਿਆਦਾ ਤੇ ਸਾਡੇ ਵੀ ਤੇ ਤਨ ਦੀ ਸਫਾਈ ਬਾਰੇ ਜ਼ਿਆਦਾ ਧਿਆਨ ਦਿੰਦੇ। ਇੱਥੇ ਇਸ਼ਨਾਨ ਕਰ ਲਓ ਤੇ ਕਹਿੰਦੇ ਨੀ ਕਿ ਮਨ ਦੀ ਇਸ਼ਨਾਨ ਕਰਨਾ ਹੈ, ਤੇਰੇ ਮਨ ਨੇ ਨਹਾਉਣਾ ਹੈ। ਬਿਲਕੁਲ। ਹੁਣ ਮਨ ਦਾ ਇਸ਼ਨਾਨ ਕਿਹਨੂੰ ਪਤਾ ਨਹੀਂ, ਉਹ ਕਹਿੰਦੇ ਪਾਠ ਪੜ੍ਹ ਲਓ। ਉਹ ਬਾਣੀ ਫਿਰ ਕਹਿੰਦੀ ਹੈ ਵੇਦ ਪੜ੍ਹੇ ਨਹੀਂ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਆਦਿ ਕਹਾਂ ਬੁੱਧ ਬਾਧੇ, ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੇ ਦੁਆਰੇ, ਦੀਜੈ ਬੁੱਧ ਵਿਵੇਕਾ। ਹਾਂਜੀ ਵੀਰ ਜੀ। ਉਹ ਤੇ ਕਹਿੰਦੇ ਬਥੇਰੇ ਪੜ੍ਹੇ ਆ ਬਾਬਾ, ਆੜੇ ਦੂਜੇ ਤੁਸੀਂ ਜੋ ਐਕਸ਼ਨ ਦੱਸੇ ਸਾਰੇ ਕਰ ਲਏ ਆ। ਤੇ ਪਰ ਉਹ ਕਹਿੰਦੇ ਆ ਕਿ ਇਹ ਕੋਈ ਤਰੀਕਾ ਨਹੀਂ ਹੈਗਾ, ਇਹ ਤੇ ਇੱਕ ਜਸਟ ਡਿਫਰੈਂਟ ਤਰੀਕਾ ਹੈ ਜਿੱਥੇ ਤੁਸੀਂ ਲੈ ਚੱਲੇ ਜੋ। ਠੀਕ ਹੈ ਜੀ। ਸਾਧ ਸੰਗਤ ਜੀ ਵਿਚਾਰ ਕਰੋ ਪਲੀਜ਼। ਜਦੋਂ ਆਪਾਂ ਗਿਆਨ ਦੀ ਗੱਲ ਕਰਦੇ ਹਾਂ, ਦੇਖੋ ਬਾਣੀ ਕਹਿੰਦੀ ਹੈ ਸਭ ਤੋਂ ਪਹਿਲਾਂ ਮਹਿਸੂਸ ਕਰ, ਪਰ ਮਹਿਸੂਸ ਤੇ ਉਹੀ ਕਰੂਗਾ ਜਿਹੜਾ ਅਨੁਭਵ ਕਰੂਗਾ। ਜਿਹਨੇ ਅਨੁਭਵ ਨਹੀਂ ਕੀਤਾ ਨਿਜਾ ਸਾਹਿਬ, ਉਹ ਮਹਿਸੂਸ ਕਿੱਥੋਂ ਕਰ ਸਕਦਾ? ਬਿਲਕੁਲ। ਕੋਈ ਚੀਜ਼ ਹੈ ਤੁਸੀਂ ਮਹਿਸੂਸ ਕਰੋਗੇ, ਹਵਾ ਨੂੰ ਜਾਂ ਗਰਮੀ ਨੂੰ ਕਿੱਥੋਂ ਮਹਿਸੂਸ ਕਰੋਗੇ ਦੱਸੋ? ਪਹਿਲਾਂ ਉਸ ਚੀਜ਼ ਕੋ ਜਾਓਗੇ ਫੇਰ ਹੀ ਤੇ ਉਹਦਾ ਅਨੁਭਵ ਹੋਣਾ ਹੈ। ਆਤਮਾ ਨੂੰ ਕਿੱਥੋਂ ਅਨੁਭਵ ਕਰੋਗੇ, ਮਹਿਸੂਸ ਕਰੋਗੇ? ਪਹਿਲਾਂ ਨੂੰ ਅਨੁਭਵ ਕਰੋਗੇ ਫੇਰ ਹੀ ਤੇ ਉਹਨੂੰ ਮਹਿਸੂਸ ਕਰਾਂਗੇ ਨਾ, ਫੇਰ ਹੀ ਤੇ ਡਰਾਂਗੇ ਨਾ ਕਿ ਪਰਮਾਤਮਾ ਸਰਬ ਵਿਆਪਕ ਹੈ। ਉਹਨੂੰ ਅਨੁਭਵ ਕਰਨਾ ਪੈਣਾ ਹੈ। ਔਰ ਜਦੋਂ ਉਸ ਨੂੰ ਅਨੁਭਵ ਕੀਤਾ ਫਿਰ ਪਤਾ ਲੱਗਣਾ ਕਿ ਪਰਮਾਤਮਾ ਕੋਈ ਬੱਚਾ ਨਹੀਂ ਆ ਜਿਹਨੂੰ ਆਪਾਂ ਬੇਵਕੂਫ ਬਣਾਉਂਦੇ ਆ ਇਹ ਜਿਹੜੇ ਆਪਣੇ ਐਕਸ਼ਨ ਕਰ ਕਰਕੇ। ਪਰਮਾਤਮਾ ਬ੍ਰਹਮ ਹੈ, ਪਾਵਰਫੁਲ ਸ਼ਕਤੀ, ਔਰ ਇੰਨਾ ਪਾਵਰਫੁਲ ਹੈ ਅਸੀਂ ਇਹ ਵੀ ਨਹੀਂ ਕਹਿ ਸਕਦੇ ਕੋਈ ਕਿੱਡਾ ਕੁ ਪਾਵਰਫੁਲ ਹੈ। ਆਪ ਜਸਟ ਇਹ ਸੋਚੋ ਕਿ 84 ਲੱਖ ਜੂਨ ਜਿਹੜੀ ਆ ਬਿਨਾਂ ਕਿਸੇ ਗਰਭ ਤੋਂ ਹੀ ਪੈਦਾ ਕਰ ਦਿੰਦਾ, ਉਹ ਕੀ ਆ? ਆਪਾਂ ਜੋ ਵੀ ਕਰ ਰਹੇ ਹਾਂ ਆਲਰੇਡੀ ਡਿਜ਼ਾਈਨ ਕੀਤਾ ਹੋਇਆ। ਹੁਣ ਦੇਖੋ, ਹੁਣ ਮੈਂ ਇੱਥੇ ਬੈਠਾ, ਚਰਨਜੀਤ ਐਵੇਂ ਨਹੀਂ ਜਿੰਦਾ, ਉਹਨੂੰ ਸਪੋਰਟ ਦੇ ਲਈ 5 ਤੱਤ ਲੱਗੇ ਹੋਏ ਨੇ। ਸੂਰਜ ਦੀ ਕਿਰਨਾਂ ਤੁਹਾਨੂੰ ਚਾਹੀਦੀਆਂ ਨੇ, ਤੁਹਾਡੇ ਵਿਟਾਮਿਨ, ਗੋਡੇ, ਹੱਡੀਆਂ ਮਜ਼ਬੂਤ ਲਈ, ਤੁਹਾਡੇ ਦਿਮਾਗ ਦੇ ਸੰਤੁਲਨ ਲਈ, ਤੁਹਾਡੇ ਵਾਲਾਂ ਦੇ ਲਈ। ਇਹ ਸਭ ਪ੍ਰੋਡਕਟਸ ਜਿਹੜੇ 5 ਤੱਤ ਹੈਗੇ ਵੈਰੀ ਵੈਰੀ ਇੰਪੋਰਟੈਂਟ। ਔਰ ਜਦੋਂ ਤੁਸੀਂ ਇਹਨਾਂ ਤੋਂ ਇੱਕ ਤੱਤ ਨੂੰ ਅਲੱਗ ਕਰਦੇ ਜੋ, ਤੁਹਾਡੀ ਬੋਡੀ ਦਾ ਬੈਲੈਂਸ ਖਰਾਬ ਹੋ ਜਾਂਦਾ। ਅਸਕ ਜੇ ਸਾਡੇ ਸਰੀਰ ਦੀ ਜ਼ਰੂਰਤ ਹੈ ਤੇ ਉਹ ਡਿਜ਼ਾਈਨ ਕੀਤਾ ਤੇ ਕਿਸੇ ਨੇ ਤਾਂ ਹੀ ਤੋਂ ਚੀਜ਼ਾਂ ਹੈਗੀਆਂ। ਬਿਲਕੁਲ। ਠੀਕ ਹੈ ਜੀ। ਬਿਲਕੁਲ। ਇਹ ਚੀਜ਼ਾਂ ਹੁੰਦੀਆਂ ਨੇ। ਆਪ ਅੱਗੇ ਚਲੋ ਨਿਜਰ ਸਾਹਿਬ, ਅਗਲੀ ਤੁਕ ਬੋਲੋ। ਹਾਂਜੀ, ਅੱਗੇ ਗੋਰਖੀ ਸਾਹਿਬ ਦੇਖੋ, ਇਹਦੇ ਵਿੱਚ ਜਿਹੜਾ ਹੈਗਾ ਨਾ, ਹੁਣ ਸੰਗਤ ਦੇ ਵਿੱਚ ਗੁਰੂ ਦੇ ਕੋਲ ਬ੍ਰਹਮ ਗਿਆਨ ਲੈਣ ਵਾਸਤੇ ਜਿਹੜਾ ਹੈਗਾ ਸਾਧ ਸੰਗਤ ਦੇ ਵਿੱਚ ਦੋਨੋਂ ਟਾਈਪ ਦੇ ਬੰਦੇ ਆਉਣਗੇ। ਇੱਕ ਜਿਹੜਾ ਹੈਗਾ ਉਹਨਾਂ ਦਾ ਮਨ ਜਿਹੜਾ ਹੈਗਾ ਦ੍ਰਵਿਤ ਹੈਗਾ, ਔਰ ਉਹ ਜਿਹੜਾ ਹੈਗਾ ਉਹਨੂੰ ਜਿਹੜਾ ਮਾੜਾ ਜਿਹਾ ਸੱਟ ਮਾਰਾਂਗੇ ਤੇ ਉਹ ਜਿਹੜਾ ਹੈਗਾ ਥੋੜ੍ਹਾ ਜਿਹਾ ਗਿਆਨ ਮਿਲ ਗਿਆ ਤੇ ਉਹਨੇ ਜਿਹੜਾ ਹੈਗਾ ਉਹਨੂੰ ਫੜ ਲੈਣਾ। ਦੂਸਰਾ ਜਿਹੜਾ ਹੈਗਾ ਉਹ ਪੂਰੀ ਤਰ੍ਹਾਂ ਹਾਰਡ ਹੋਇਆ ਪਿਆ ਹੈ, ਉਹ ਜਿਹੜਾ ਹੈਗਾ ਦੁਨੀਆ ਦੇ ਪਦਾਰਥ, ਸਵਾਦ, ਚੋਗਾ ਜਿਹੜਾ ਹੈਗਾ ਇਸ ਦੇ ਵਿੱਚ ਪੂਰਾ ਖੁੱਭਿਆ ਹੋਇਆ, ਉਹਨੇ ਗੱਲ ਸੁਣਨੀ ਨਹੀਂ ਆ। ਹੁਣ ਅਗਲਾ ਸ਼ਲੋਕ ਆਇਆ ਤੀਸਰੀ ਪਾਤਸ਼ਾਹੀ ਦਾ, ਮਹੱਲਾ ਤੀਜਾ, ਮਾਇਆ ਧਾਰੀ ਅਤ ਅੰਨ੍ਹਾ ਬੋਲਾ। ਲਓ, ਜਿਹੜਾ ਮਾਇਆ ਧਾਰੀ, ਹੁਣ ਮਾਇਆ ਧਾਰੀ ਜਿਹੜੀ ਪੈਸੇ ਵਾਲਾ ਥੋੜ੍ਹੀ ਨਾ ਹੈ ਕਿ ਭਈ ਮਾਇਆ ਧਾਰੀ ਵੀ ਅਮੀਰ ਬੰਦਾ ਜਿਹੜਾ ਅੰਨਾ ਬੋਲਾ ਹੁੰਦਾ ਹੈ, ਗਰੀਬ ਬੜੇ ਵਧੀਆ ਹੁੰਦੇ ਆ। ਨਹੀਂ ਭਾਈ, ਗਰੀਬ ਵੀ ਮਾਇਆ ਧਾਰੀ ਹੁੰਦਾ ਹੈ ਤੇ ਅਮੀਰ ਵੀ ਜਿਹੜਾ ਹੈਗਾ ਉਹ ਗੁਰਮੁਖ ਹੁੰਦਾ ਹੈ। ਮਾਇਆ ਜਿਹੜੀ ਹੈਗੀ ਆ ਇਹ ਖਾਲੀ ਪੈਸਾ ਨਹੀਂ ਹੈ। ਮਾਇਆ ਜਿਹੜੀ ਹੈਗੀ ਜੋ ਕੁਛ ਵੀ ਦਿਸ ਰਿਹਾ ਆ, ਇਹ ਸਾਰਾ ਦਾ ਸਾਰਾ ਆਪਣਾ ਸਰੀਰ, ਇਹ ਸਾਰਾ ਮਾਇਆ ਹੈਗੀ ਭਾਈ। ਜਿਹੜਾ ਮਾਇਆ ਦੇ ਵਿੱਚ ਹੈ, ਮਾਇਆ ਧਾਰੀ, ਜਿਹਨੂੰ ਇਹ ਜਿਹੜਾ ਸੰਸਾਰ ਦੇ ਪਦਾਰਥ, ਜਿਹੜੇ ਸਵਾਦ ਜਿਹੜੇ ਹੈਗੇ ਇਹੀ ਚਾਹੀਦੇ ਆ, ਮਾਇਆ ਧਾਰੀ ਅਤ ਅੰਨਾ ਬੋਲਾ। ਉਹ ਸੰਗਤ ਦੇ ਵਿੱਚ ਜਾਊਗਾ, ਉਹਨੇ ਨਹੀਂ ਕੁਛ ਲੈਣਾ, ਕਿਉਂਕਿ ਉਹ ਅੰਨਾ ਵੀ ਹੈਗਾ ਤੇ ਬੋਲਾ ਵੀ ਹੈਗਾ। ਮਾਇਆ ਧਾਰੀ ਅਤ,
और अन्ना बोला अत दर्जे दा, ऐसा नहीं थोड़ा बहुत ना, बिल्कुल नहीं। माया तारी अत अन्ना बोला, शब्द ना सुनी बौरोल कचोड़ा। नहीं सुनेगा शब्द, भावें जिन्ना मर्जी जे मर्जी शब्द होए, उन्हें नहीं सुनना। बहुत रोल, क्योंकि ਉਹਦੇ ਅੰਦਰ ਇੰਨਾ ਰੋਲਾ ਕਚੋਲਾ ਪਿਆ ਹੋਇਆ ਮਾਇਆ ਦਾ, ਉਹਦੇ ਆਪਣਾ ਵਿਚਾਰ ਹੀ ਚੱਲ ਰਿਹਾ, ਉਹ ਸ਼ਬਦ ਕਿੱਥੇ ਪਹੁੰਚ ਜੂਗਾ ਉਹਦੇ ਮਨ ਤੱਕ। ਗੁਰਮੁਖੇ ਜਾਪੈ ਸ਼ਬਦੇ ਲਿਵ ਲਾਏ, ਜਿਹੜੇ ਹੁਣ ਦ੍ਰਵਿਤ ਹੋ ਜਾਂਦੇ ਆ, ਜਿਹੜੇ ਗੁਰੂ ਦੇ ਰਾਹੀਂ ਜਿਹੜੇ ਹੈਗੇ, ਉਹ ਫਿਰ ਸੁਣ ਲੈਂਦੇ ਆ ਗੁਰੂ ਦੀ ਗੱਲ। ਉਹਨਾਂ ਨੂੰ ਪਤਾ ਲੱਗ ਗਿਆ ਭਾਈ ਰਸਤਾ ਤਾਂ ਆ ਹੈਗਾ। ਉਹਨਾਂ ਨੇ ਫਿਰ ਸ਼ਬਦ ਦੇ ਦੁਆਰਾ ਉਹਨਾਂ ਨੇ ਸ਼ੁਰੂ ਕਰ ਦੇਣਾ ਹੈ, ਜਿਹੜਾ ਹੈਗਾ ਪ੍ਰੈਕਟੀਕਲ ਖੋਜਣਾ, ਮਨ ਔਰ ਤਨ ਨੂੰ ਖੋਜਣਾ ਸ਼ੁਰੂ ਕਰ ਦੇਣਾ ਹੈ। ਉਹਨਾਂ ਦੀ ਲਿਵ ਲੱਗ ਜਾਣੀ ਹੈ। ਗੁਰਮੁਖੇ ਜਾਪੈ ਸ਼ਬਦ ਲਿਵ ਲਾਏ, ਹਰ ਨਾਮ ਸੁਣ ਮੰਨੇ, ਹਰ ਨਾਮ ਹੈ ਸਮਾਏ। ਉਹਨੇ ਨਾਮ ਨੂੰ ਸੁਣ ਲਿਆ ਭਾਈ, ਪਤਾ ਲੱਗ ਗਿਆ ਵੀ ਮਿਨੋ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਔਰ ਦੇਹੀ ਮੈਂ ਇਸਕਾ ਵਿਸਰਾਮ। ਕਹਿੰਦੇ ਲਓ ਖੋਜੋ, ਇਹਨੂੰ ਮੰਨ ਲਿਆ, ਸੁਣ ਲਿਆ, ਤੇ ਮੰਨ ਲਿਆ ਮਤਲਬ ਕੀ ਆ, ਸ਼ੁਰੂ ਕਰਤਾ ਪ੍ਰੈਕਟੀਕਲ ਖੋਜਣਾ, ਵਿਚਾਰ ਬੰਦ ਕਰਨੇ, ਫਿਰ ਹਰ ਨਾਮ ਦੇ ਵਿੱਚ, ਇਹਦੇ ਵਿੱਚ ਹੀ ਸਮਾ ਜਾਂਦਾ ਹੈ। ਉਹ ਇਸੇ ਵਿੱਚ ਹੀ ਪੂਰੇ ਸੁਆਸ ਲਗਾ ਦਿੰਦਾ ਔਰ ਪ੍ਰਗਟ ਕਰ ਦਿੰਦਾ ਹੈ ਨਾਮ ਨੂੰ। ਜੋ ਤਿਸ ਭਾਵੈ ਸੋ ਕਰੇ ਕਰਾਇਆ। ਆ ਮਾਲਕ ਪਰਮਾਤਮਾ ਦੀ ਖੇਡ ਹੈਗੀ ਭਾਈ। ਜੋ ਮਾਲਕ ਨੂੰ ਜਿਹੜਾ ਹੈਗਾ ਪਸੰਦ ਆਉਂਦਾ ਹੈ ਉਹ ਕਰਦਾ ਹੈ ਔਰ ਕਰਵਾਉਂਦਾ ਵੀ ਹੈ ਮਾਲਕ ਪਰਮਾਤਮਾ। ਉਹਨੇ ਦੋਨੋਂ ਕੈਟੇਗਰੀਆਂ ਬਣਾਈਆਂ ਹੋਈਆਂ, ਦੋਨਾਂ ਨੂੰ ਉਹਨੇ ਜਿਹੜਾ ਹੈਗਾ ਪੂਰਾ ਪ੍ਰਫੁੱਲਿਤ ਕਰਨਾ ਹੈ। ਜੋ ਤਿਸ ਭਾਵੈ ਸੋ ਕਰੇ ਕਰਾਇਆ, ਨਾਨਕ ਵੱਜਦਾ ਜੰਤ ਵਜਾਇਆ। ਕਹਿੰਦੇ ਭਾਈ ਦੇਖ ਲਓ, ਇਹਦੇ ਵਿੱਚ ਜਿਹੜਾ ਹੈਗਾ ਮਾਲਕ ਦਾ ਅੰਸ਼ ਹੈ, ਮਾਲਕ ਦੀ ਜੋਤ ਹੈ, 5 ਤੱਤ ਹੈਗੇ ਆ। ਇਹ ਮਾਲਕ ਪਰਮਾਤਮਾ ਜਿਹੜਾ ਹੈਗਾ ਜਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਸੰਸਾਰ ਨੂੰ ਜਿਹੜਾ ਹੈਗਾ ਚਲਾਉਂਦਾ ਹੈ, ਉਸੇ ਤਰੀਕੇ ਨਾਲ ਸੰਸਾਰ ਚੱਲਦਾ ਹੈ। ਹਾਂਜੀ ਵੀਰ ਜੀ। ਹਾਂਜੀ ਸਾਧ ਸੰਗਤ ਜੀ, ਇੱਕ ਚੀਜ਼ ਨੂੰ ਪਲੀਜ਼ ਆਪ ਅੰਡਰਸਟੈਂਡ ਕਰੋ। ਪਹਿਲੀ ਗੱਲ ਤੇ ਪਰਮਾਤਮਾ ਨੂੰ ਲੱਭਣ ਦੀ ਕੋਈ ਲੋੜ ਨਹੀਂ ਆ। ਪਰਮਾਤਮਾ ਦੀ ਹੋਣ ਤੋਂ ਬਿਨਾਂ ਅਸੀਂ ਜੀਵਤ ਨਹੀਂ ਰਹਿ ਸਕਦੇ। ਠੀਕ ਹੈ, ਅਸੀਂ ਕੇਵਲ ਇੱਕ ਚੀਜ਼ ਨੂੰ ਖਤਮ ਕਰਨ ਦੇ ਲਈ ਸਾਰੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਸਾਡੇ ਅੰਦਰ ਜਿਹੜੀ ਮਲੀਨਤਾ, ਅਗਿਆਨ, ਜਿਹੜਾ ਭਰਮ, ਅਵਿਦਿਆ, ਜਿਹਨੂੰ ਮਾਇਆ ਕਹਿ ਦਿੰਦੇ ਆ, ਇਹਦਾ ਜਿਹੜਾ ਸਾਡੇ ਤੇ ਜਿਹੜੀ ਪਰਤ ਚੜ ਗਈ ਆ, ਕੋਟਿੰਗ ਚੜ ਗਈ ਆ, ਉਹਨੂੰ ਉਤਾਰਿਆ ਕਿੱਦਾਂ ਜਾਵੇ। ਅੰਦਰ ਤੇ 24 ਕੈਰਟ ਸੋਨਾ ਹੀ ਆ, ਆਤਮਾ ਹੈ। ਬਿਲਕੁਲ, ਆਪ ਪਲੀਜ਼ ਸਮਝੋ, 24 ਕੈਰਟ ਦਾ ਸੋਨੇ ਦੇ ਅੰਦਰ ਅਸਲੀ ਸੋਨਾ ਹੈ। ਜਿਹੜਾ 24 ਕੈਰਟ ਸੋਨਾ ਉਹ ਖੋਟ ਦੇ ਵਿੱਚ ਰਲਿਆ, ਉਹ ਕਿਤੇ ਨਹੀਂ ਗਿਆ, ਉੱਥੇ ਹੈਗਾ। ਆਪਾਂ ਕੇਵਲ ਜਿਹੜੀ ਉਹ ਚ ਡੁਪਲੀਕੇਟ ਚੀਜ਼ ਹੈਗੀ ਉਹਨੂੰ ਅਲੱਗ ਕਰਨਾ ਹੈ, ਜੋ ਉਹ ਸੋਨਾ ਨਹੀਂ ਆ। ਤੇ ਜਦੋਂ ਸੋਨਾ ਸਾਹਮਣੇ ਪ੍ਰਗਟ ਹੋ ਗਿਆ, ਮਲੀਨਤਾ ਕੱਢ ਕੇ ਸਾਈਡ ਤੇ ਰੱਖਤੀ, ਤੇ ਫਿਰ ਉਹ ਤੇ ਬ੍ਰਹਮ ਇੱਕੋ ਹੀ ਆ। ਜੋ 24 ਕੈਰਟ ਰਹਿ ਗਿਆ ਨਾ ਤੁਹਾਡੇ ਕੋਲ, ਉਹ ਸੋਨਾ ਹੀ ਆ, ਸ਼ੁੱਧ, ਨਿਰਮਲਤਾ, ਸੱਚਾਈ, ਜੋ ਤੁਹਾਡੇ ਅੰਦਰ ਜੋ ਓਰੀਜਨਲ ਚੀਜ਼ ਹੈ ਨਾ, ਪ੍ਰੋਡਕਟ ਆ, ਉਹ ਤੁਹਾਡੇ ਕੋਲ ਰਹਿ ਗਿਆ। ਠੀਕ ਹੈ ਜੀ, ਉਹ ਪਰਮਾਤਮਾ ਹੈ। ਪਰ ਉਸ ਤੱਕ ਪਹੁੰਚਣ ਦੇ ਲਈ ਸਾਨੂੰ ਮਿਹਨਤ ਕਰਨੀ ਪਊਗੀ, ਕਿਉਂਕਿ ਕੁਝ ਏਦਾਂ ਦੀਆਂ ਚੀਜ਼ਾਂ ਆਪਾਂ ਕਰ ਲਈਆਂ ਨੇ ਜਿਹਦੇ ਕਰਕੇ ਸਾਡਾ ਉਹਦੇ ਤੋਂ ਸੰਪਰਕ ਹੌਲੀ ਹੌਲੀ ਕਰਕੇ ਟੁੱਟਦਾ ਗਿਆ। ਹੁਣ ਇਸ ਅਵਸਥਾ 'ਚ ਬੈਠੇ ਆ, ਅਸੀਂ ਕੇਵਲ ਮਾਇਆ ਦੇ ਬਾਰੇ ਹੀ ਸੋਚਦੇ ਹਾਂ। ਮਾਇਆ ਧਾਰੀ ਅੰਨਾ ਬੋਲਾ ਕਿਉਂ ਬੋਲਦੇ ਆ ਕਿ ਜਿਹੜਾ ਬੰਦੇ ਨੂੰ ਕੇਵਲ ਇੰਨਾ ਪਤਾ ਹੈ ਕਿ ਸੰਸਾਰ 'ਚ ਜੀਣਾ ਹੈ ਤੇ ਸੁੱਖਾਂ ਨੂੰ ਪ੍ਰਾਪਤ ਕਰਨਾ ਹੈ, ਕੇਵਲ ਦੇਹ ਦੇ ਬਾਰੇ ਉਹਨੂੰ ਗਿਆਨ ਹੈ ਕਿ ਦੇਹ ਦੇ ਸੁੱਖ ਇਕੱਠੇ ਕਰਨੇ ਆ, ਘਰ-ਬਾਰ ਬਣਾਉਣਾ ਹੈ, ਬੱਚਿਆਂ ਨੂੰ ਪੜ੍ਹਾਉਣਾ ਲਿਖਾਉਣਾ ਹੈ, ਚੱਲ ਲੋਕਾਂ ਨੂੰ ਪ੍ਰੋਪਰਟੀ ਸਾਂਭਣਗੇ, ਵਿਆਹ ਕਰਨਾ ਹੈ, ਇਹ ਸਭ ਨੌਕਰੀ ਕਰਨੀ ਹੈ, ਫੈਕਟਰੀ ਬਣਾਉਣੀ ਹੈ। ਮੋਸਟਲੀ ਮਾੜੀ ਚੀਜ਼ ਨਹੀਂ ਹੈ, ਜ਼ਰੂਰਤਾਂ ਨੇ ਸਾਡੀਆਂ, ਕੇਵਲ ਤਨ ਦੀਆਂ ਜ਼ਰੂਰਤਾਂ ਨੇ, ਪਰ ਸਾਡੇ ਜੀਵਨ ਦੀ ਜ਼ਰੂਰਤ ਨਹੀਂ ਆ। ਜਦੋਂ ਅਸੀਂ ਆਪਣੇ ਤਨ ਦੀ ਜ਼ਰੂਰਤ ਨੂੰ ਆਪਣੇ ਜੀਵਨ ਦਾ ਮਕਸਦ ਬਣਾ ਲੈਂਦੇ ਹਾਂ, ਫਿਰ ਮਾਇਆ ਧਾਰੀ ਤੇ ਅੱਤ ਅੰਨਾ ਬੋਲੇ ਵਾਲਾ ਕੰਮ ਹੋ ਜਾਂਦਾ ਹੈ। ਕਿਉਂਕਿ ਕੇਵਲ ਪਦਾਰਥ, ਉਹ ਤੇ ਜਾਨਵਰ ਯਾਰ ਬੈਠੇ ਨੇ, ਸਾਡੇ ਤੋਂ ਬੈਟਰ ਲਾਈਫ ਉਹਨਾਂ ਦੀ, ਕੋਈ ਪੋਲੂਸ਼ਨ ਨਹੀਂ, ਕੋਈ ਗੱਲਬਾਤ ਨਹੀਂ, ਕੋਈ ਤੁੜ ਭੰਨ ਨਹੀਂ, ਕੋਈ ਪ੍ਰਕਿਰਤੀ ਨਾਲ ਛਿੜਖਾਨੀ ਨਹੀਂ। ਉਹ ਵੀ ਤੇ ਤਨ ਦੀ ਪ੍ਰਾਪਤੀ ਤੱਕ ਹੀ, ਤਨ ਦੀ ਜ਼ਰੂਰਤ ਤੱਕ ਹੀ ਆਪਣਾ ਜੀਵਨ ਬਤੀਤ ਕਰਦੇ ਆ। ਜਦੋਂ ਢਿੱਡ ਭਰ ਜਾਂਦਾ ਸਾਈਡ ਤੇ ਹੋ ਕੇ ਬਹਿ ਜਾਂਦੇ, ਭੁੱਖ ਲੱਗਦੀ ਫਿਰ ਸ਼ਿਕਾਰ ਕਰਦੇ ਆ, ਲੱਭਦੇ ਆ। ਹਾਂਜੀ ਬਿਲਕੁਲ, ਔਰ ਆਪਾਂ ਤਾਂ ਜਿਹੜਾ ਹੈਗਾ ਜਮਾ ਕਰੀ ਜਾਂਦੇ ਬਸ। ਹਾਂ, ਉਹ ਸਾਡੇ ਵਰਗਿਆਂ ਕੋ ਭਾਵੇਂ ਜਿੰਨਾ ਮਰਜ਼ੀ ਆਵੇ ਤੇ ਉਹਦਾ ਕੋਈ ਅੰਤ ਨਹੀਂ। ਔਰ ਇੰਨਾ ਕੁ ਜ਼ਿਆਦਾ ਹੋ ਗਿਆ, ਫਿਰ ਵੀ ਅਸੀਂ ਸੋਚਦੇ ਹਾਂ ਪਤਾ ਨਹੀਂ ਕੀ ਹੋ ਜਾਣਾ, ਕੱਲ ਨੂੰ ਖੋ ਨਾ ਲਵੇ ਕੋਈ ਸਾਡੇ ਤੋਂ। ਉਹ ਸਾਂਭਣ ਦੇ ਲਈ, ਉਹਨੂੰ ਸਿਕਿਉਰ ਕਰਨ ਦੇ ਲਈ ਸਾਡਾ ਜੀਵਨ ਲੰਘ ਜਾਂਦਾ।
ਠੀਕ ਹੈ ਜੀ। ਤੇ ਬਿਲਕੁਲ ਇਹ ਜਦੋਂ ਬੰਦਾ ਅੱਤ ਦਾ ਅੰਨਾ ਤੇ ਬੋਲਾ ਹੋ ਜਾਂਦਾ ਹੈ, ਮਤਲਬ ਉਹਨੂੰ ਸੱਚ ਹੀ ਨਹੀਂ ਦਿਖਦਾ ਫਿਰ, ਕਿਉਂਕਿ ਅੰਦਰ ਰੌਲਾ ਘਚੋਲਾ ਹੀ ਬਹੁਤ ਹੈ, ਵਿਚਾਰਾਂ ਦਾ ਰੌਲਾ ਵਾ ਬਹੁਤ ਜ਼ਿਆਦਾ। ਇਹ ਕਰਕੇ ਉਹਦੇ ਅੰਦਰ ਕਲਰ ਬਲਾਈਂਡਨੈਸ ਹੋ ਗਈ ਆ, ਉਹਨੂੰ ਯਥਾਰਥ ਸੱਚ ਦਿਖਦਾ ਹੀ ਨਹੀਂ, ਉਹਨੂੰ ਨਹੀਂ ਪਤਾ ਲੱਗਦਾ ਧਰਮ ਕੀ ਹੈ। ਸੱਚ ਨੂੰ ਨਹੀਂ ਦੇਖਣ ਦਾ ਮਤਲਬ ਇਹੋ ਹੀ ਆ ਕਿ ਉਹਨੂੰ ਧਰਮ ਦਾ ਨਹੀਂ ਪਤਾ ਕਿ ਧਰਮ ਕੀ ਹੈ। ਉਹ ਸੋਚਦਾ ਪੈਸੇ ਇਕੱਠੇ ਕਰੋ, ਉਹ ਨਹੀਂ ਪਰਵਾਹ ਕਰਦਾ ਕਿ ਪੈਸਾ ਆਉਣ ਕਿੱਥੋਂ ਦਿਆ। ਆਪ ਚੀਜ਼ ਨੋਟਿਸ ਕਰੋ, ਜਿਹੜੇ ਬੰਦੇ ਨੂੰ ਗਿਆਨ ਹੀ ਨਹੀਂ ਆ, ਜਿਹਨੂੰ ਪਤਾ ਹੀ ਨਹੀਂ ਆ ਪੈਸਾ ਕੀ ਹੈ, ਕਿੱਥੋਂ ਲਿਆਂਦਾ ਮੈਂ। ਆਪ ਪਲੀਜ਼ ਅੰਡਰਸਟੈਂਡ ਕਰੋ, ਇਹ ਜਿਹੜਾ ਪੈਸਾ ਹੈ ਬੜਾ ਮਾੜਾ ਵਾ, ਐਵੇਂ ਨਾ ਚੁੱਕ ਕੇ ਘਰੇ ਲੈ ਆਇਆ ਕਰੋ ਇਹਨੂੰ। ਕੇਵਲ ਉਹੀ ਅੰਨ ਲੈ ਕੇ ਆਉਣਾ। ਮੈਂ ਵੇਖਦਾ ਕਈ ਬੰਦੇ ਇੱਥੇ ਰਿਟਾਇਰਮੈਂਟ, ਮੇਰੇ ਹਿਸਾਬ ਨਾਲ ਪੰਜਾਬ 'ਚ ਕੀ ਹਰ ਥਾਂ ਇੰਡੀਆ 'ਚ, ਜੇ ਕਿਸੇ ਬਜ਼ੁਰਗ ਨੇ ਉਹ ਜੌਬ ਕੀਤੀ ਆ, ਸਾਡੇ ਖਾਨਦਾਨ 'ਚ ਵੀ 2-4 ਬੰਦੇ ਹੈਗੇ ਆ, ਉਹ ਬਸ ਉਹ ਕੰਮ ਹੀ ਨਹੀਂ ਕਰਦੇ, ਵਿਹਲੜ ਬੈਠੇ ਆ, ਕਿਉਂਕਿ ਪਿਓ ਦੀ ਪੈਨਸ਼ਨ ਆਈ ਜਾਂਦੀ ਆ। ਹੁਣ ਪਿਓ ਗਿਆ ਮਰ, ਫਿਰ ਮਾਂ ਨੂੰ ਮਿਲ ਡੇ ਪਈ। ਹੁਣ ਉਹ ਮਾਂ ਨੂੰ ਤਾਂ ਕੈਰੀ ਕਰਦੇ ਆ ਕਿ ਚੱਲ ਪੈਨਸ਼ਨ ਤੇ ਆਉਂਦੀ ਆ। ਉਹ ਸਮਝ ਲਓ ਕਿ ਉਹ ਜਿਹੜਾ ਅੰਨ ਆ, ਠੀਕ ਹੈ, ਮੈਂ ਨਹੀਂ ਕਹਿੰਦਾ ਪੈਨਸ਼ਨ ਮਾੜੀ ਚੀਜ਼ ਆ, ਮੈਂ ਕਹਿੰਦਾ ਕਿ ਤੁਸੀਂ ਇਹ ਨਾ ਹੋਵੇ ਕਿ ਉਹ ਪੈਨਸ਼ਨ ਦੇ ਸਿਰ ਤੇ ਆਪਣਾ ਜੀਵਨ ਖਰਾਬ ਕਰ ਲਓ, ਕਿਉਂਕਿ ਤੁਹਾਡੀ ਬੁੱਧੀ ਭ੍ਰਿਸ਼ਟ ਹੋ ਜਾਣੀ ਆ, ਤੁਸੀਂ ਕੰਮ ਹੀ ਨਹੀਂ ਕੀਤਾ। ਨਿੱਜਰ ਸਾਹਿਬ, ਇਹ ਮੈਟਰ ਕਰਦੀਆਂ ਚੀਜ਼ਾਂ। ਬਿਲਕੁਲ ਸਹੀ ਗੱਲ ਆ, ਬਿਲਕੁਲ ਸਹੀ ਜਿਹੜੀ ਗੱਲ। ਹਾਂ, ਇਹ ਆਪ ਵੇਖੋ ਕਈ ਘਰਾਂ ਦੇ ਵਿੱਚ ਜ਼ਹਿਰ ਆ, ਉਹ ਕੰਮ ਹੀ ਨਹੀਂ ਕਰਦਾ, ਸਾਰਾ ਟੱਬਰ ਬੈਠਾ ਲੰਮਾ ਤਾਣ ਕੇ ਬੈਠਾ ਕਿ ਭਾਪੇ ਦੀ ਪੈਨਸ਼ਨ ਆਈ ਜਾਂਦੀ, ਖਾਈ ਪੀ ਜਾਓ, ਨਜ਼ਾਰੇ ਲਈ ਜਾਓ। ਜਦ ਤੱਕ ਉਹ ਬੁੱਢਾ ਮਰ ਨਹੀਂ ਜਾਂਦਾ ਤਦ ਤੱਕ ਉਹ ਬੰਦੇ ਹਿਲਦੇ ਨਹੀਂ। ਜਦ ਕਿ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜਦ ਤੱਕ ਬਜ਼ੁਰਗ ਹੈਗੇ ਆ, ਉਹਨਾਂ ਦੀ ਪੈਨਸ਼ਨ ਮਿਲ ਰਹੀ ਹੈ, ਕਮ ਸੇ ਕਮ ਮੈਂ ਆਪਣੀ ਜ਼ਿੰਦਗੀ ਦਾ ਸੋਰਸ ਵੀ ਲੱਭਣਾ। ਪਰ ਬਹੁਤ ਲੋਕ ਏਦਾਂ ਜੀਵਨ ਬਤੀਤ ਕਰਦੇ ਆ, ਠੀਕ ਹੈ। ਇਸ ਕਰਕੇ ਕੋਸ਼ਿਸ਼ ਕਰੋ, ਜਿਹੜਾ ਆਪਾਂ ਅੰਨ ਵੀ ਖਾਂਦੇ ਆ ਨਾ, ਤੁਹਾਡੀ ਕਮਾਈ ਦਾ ਹੀ ਅੰਨ ਖਾਓ, ਨਾ ਖਾਓ ਦੂਜਾ, ਕਿਉਂਕਿ ਉਹ ਆਇਆ ਕਿੱਥੋਂ ਆ, ਤੁਸੀਂ ਤਾਂ ਕਮਾਇਆ ਹੀ ਨਹੀਂ। ਇਹ ਨਹੀਂ ਆ ਕਿ ਮੈਂ ਹੁਣ ਮੁੰਡਾ ਬੈਠਾ, ਮੈਂ ਮੁੰਡਾ ਕਾਹਦਾ ਮੰਨਦਾ, ਸਿਰ 27 ਸਾਲ ਮੇਰੀ ਉਮਰ ਹੋ ਗਈ ਆ, ਮੇਰਾ ਫਰਜ਼ ਬਣਦਾ ਕਿ ਮੈਂ ਆਪਣੀ ਰੋਜੀ ਦਾ ਖੁਦ ਅਰੇਂਜਮੈਂਟ ਕਰਾਂ। ਜੇ ਮੈਂ ਹਜੇ ਵੀ ਪਿਓ ਤੋਂ ਹੀ ਖਾਈ ਜਾਂਦੇ ਆ, ਅਸਕਰ ਮੇਰੇ ਤਨ ਦੇ ਕੱਪੜੇ, ਮੇਰੀ ਰੋਟੀ ਪਾਣੀ, ਮੇਰਾ ਜਿਹੜਾ ਲਾਈਫ ਸਟਾਈਲ ਆ, ਇਹਦਾ ਖਰਚਾ ਕੌਣ ਪੇ ਕਰ ਰਿਹਾ? ਉਹ ऋण ਚੜ੍ਹਨ ਦਿਆ ਮੇਰੇ ਤੇ। ਇਹ ਵੈਰੀ ਇੰਪੋਰਟੈਂਟ। ਇਹ ਧਰਮ ਦੇ ਤੋਂ ਸੋਚੋ, ਤੇ ਧਰਮ ਤੇ ਇਹ ਕਹਿੰਦਾ ਹੈ, ਧਰਮ ਇਹ ਨਹੀਂ ਕਹਿੰਦਾ ਕਿ ਕਹਿੰਦਾ ਤੂੰ ਬੱਚਾ ਥੋੜੀ ਆ, 26-27 ਸਾਲ ਤੇਰੀ ਉਮਰ ਹੋ ਗਈ ਆ, ਤੇਰਾ ਫਰਜ਼ ਬੰਦਾ ਕੋਈ ਕੰਮ ਕੁਮ ਕਰ, ਕਿਉਂਕਿ ਕਮ ਸੇ ਕਮ ਆਪਣੀ ਰੋਟੀ ਤੇ ਕਮਾ ਕੇ ਲਿਆ। ਤੇ ਇਹ ਚੀਜ਼ਾਂ ਧਰਮ ਦੇ ਵਿੱਚ ਹੈ ਨੇ, ਪਲੀਜ਼ ਆਪ ਅੰਡਰਸਟੈਂਡ ਕਰੋ। ਧਰਮ ਜਦੋਂ ਚੱਲੋਗੇ ਆਪੇ ਤੁਹਾਨੂੰ ਪਤਾ ਲੱਗ ਜਾਣਾ ਕੀ ਸਹੀ ਕੀ ਗਲਤ ਆ। ਹਾਂਜੀ, ਅੱਗੇ ਬੰਨੇ ਕਹਿੰਦੇ ਮਾਇਆ ਧਾਰੀ ਆਤਨ ਨਾ ਬੋਲਾ, ਸ਼ਬਦ ਨਹੀਂ ਸੁਣਦੇ, ਉਹਨੂੰ ਨਹੀਂ ਪਤਾ ਲੱਗਦਾ। ਉਹਨੂੰ ਚੰਗੀਆਂ ਗੱਲਾਂ ਵੀ ਸੁਣਾਓਗੇ ਨਾ, ਉਹ ਕਹਿੰਦਾ ਛੱਡੋ ਖੜਾ, ਇਹ ਪਤਾ ਨਹੀਂ ਕੀ ਬੋਲੀ ਜਾਂਦੇ ਆ। ਇੱਥੇ ਵੇਖੋ ਆ ਕਿੰਨੇ ਨਜ਼ਾਰੇ ਨੇ, ਭੋਗਾਂ ਨੂੰ ਭੋਗੀਏ, ਨਜ਼ਾਰੇ ਲਈਏ। ਅਗਲੇ ਬੰਨੇ ਨਿਜਰ ਸਾਹਿਬ ਬੋਲੀਏ, ਗੁਰਮੁਖ ਜਾਪੇ ਸ਼ਬਦੇ ਲਿਵ ਲਾਏ। ਗੁਰਮੁਖ ਜਿਹੜੇ ਹੁੰਦੇ ਆ, ਜਿਹਨਾਂ ਦਾ ਮਨ ਦਰਵਿਤ ਹੁੰਦਾ ਹੈ, ਜਿਹੜੀ ਜ਼ਮੀਨ ਜਿਹੜੀ ਹੈਗੀ ਉਹਦੇ ਵਿੱਚ ਉਪਜਾਊ ਜ਼ਮੀਨ ਹੁੰਦੀ ਆ, ਕਹਿੰਦੇ ਉਹ ਜਿਹੜੇ ਹੈਗੇ ਆ ਉਸ ਗੁਰੂ ਤੋਂ ਜਿਹੜਾ ਗਿਆਨ ਲੈ ਲੈਂਦੇ ਆ ਔਰ ਉਹਦਾ ਪ੍ਰੈਕਟੀਕਲ ਕਰਦੇ ਆ। ਸ਼ਬਦ ਲਿਵ ਲਾਏ, ਲਿਵ ਲਗਾਉਂਦੇ ਆ ਸ਼ਬਦ ਦੇ ਨਾਲ, ਸ਼ਬਦ ਜਿਹੜਾ ਹੈਗਾ ਪ੍ਰੈਕਟੀਕਲ। ਹਰ ਨਾਮ ਸੁਣ ਮੰਨੇ, ਹਰ ਨਾਮ ਸਮਾਏ। ਔਰ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਭਾਈ ਨਾਮ ਨੂੰ ਸਵਾਸ ਦੇਣੇ ਆ। ਨਾਮ ਨੂੰ ਸੁਣ ਲਿਆ, ਉਹਨਾਂ ਨੇ ਗੱਲ ਸੁਣ ਲਈ ਔਰ ਉਸ 'ਤੇ ਫਿਰ ਪ੍ਰੈਕਟੀਕਲ ਕੀਤਾ, ਮੰਨ ਲਿਆ, ਉਸ ਗੱਲ ਨੂੰ ਮਨ ਦੇ ਵਿੱਚ ਵਸਾਇਆ ਔਰ ਫਿਰ ਨਾਮ ਦੇ ਵਿੱਚ ਹੀ ਸਮਾ ਜਾਂਦੇ ਆ। ਉਹ ਨਾਮ ਪ੍ਰਗਟ ਹੋ ਜਾਂਦਾ ਹੈ ਔਰ ਉਹਦੇ ਵਿੱਚ ਹੀ ਸਮਾਈ ਹੋ ਜਾਂਦੀ ਹੈ। ਉਹ ਮਾਇਆ ਜਿਹੜੀ ਹੈਗੀ, ਜੋ ਮਾਲਕ ਨੇ ਹਰਡਲ ਪਾਈ ਹੈ, ਕਾਮ ਕ੍ਰੋਧ ਲੋਭ ਮੋਹੰਕਾਰ, ਉਹ ਜਿਹੜੇ ਹੈਗੇ ਆ ਉਹ ਕਾਬੂ ਦੇ ਵਿੱਚ ਆ ਜਾਂਦੇ ਆ। ਜੋ ਤਿਸ ਭਾਵੈ ਸੋ ਕਰੇ ਕਰਾਇਆ। ਜੋ ਮਾਲਕ ਨੂੰ ਜਿਹੜਾ ਹੈਗਾ ਪਾਉਂਦਾ ਹੈ ਭਾਈ, ਜੋ ਤਿਸ ਭਾਵੈ ਸੋ ਕਰੇ ਕਰਾਇਆ। ਉਹ ਜੋ ਮਾਲਕ ਚਾਹੁੰਦਾ ਹੈ ਉਹੀ ਜਿਹੜਾ ਸੰਸਾਰ ਦੇ ਵਿੱਚ ਜਿਹੜੇ ਹੈਗੇ ਆ ਹੁੰਦਾ ਆ। ਔਰ ਮਾਲਕ ਜਿਹੜਾ ਹੈਗਾ, ਜੋ ਇਨਸਾਨ ਚਾਹੁੰਦੇ ਆ, ਉਹ ਉਹਨਾਂ ਦੀ ਇੱਛਾ ਧਾਰੀ, ਜੋ ਇੱਛਾ ਹੈ ਉਹਨਾਂ ਦੀ ਬਈ ਪਰਮਾਤਮਾ ਵੱਲ ਜਾਂ ਮਾਇਆ ਵੱਲ, ਉਹ ਉਸੇ ਪਾਸੇ ਨੂੰ ਜਿਹੜਾ ਹੈਗਾ ਮਾਲਕ ਵਜਾ ਦਿੰਦਾ ਹੈ ਉਹਨਾਂ ਨੂੰ ਭਾਈ। ਨਾਨਕ ਵਜਦਾ ਜੰਤ ਵਜਾਇਆ। ਬਾਜਾ ਜਿਹੜਾ ਹੈਗਾ ਮਾਲਕ ਵਜਾਉਂਦਾ ਹੈ, ਇੱਛਾ ਆਪਣੀ ਹੁੰਦੀ ਹੈ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਤੇ ਜਿਹੜੇ ਗੁਰਮੁਖ ਹੁੰਦੇ ਆ ਕੀ ਕਰਦੇ, ਸ਼ਬਦ ਵਿੱਚ ਲਿਵ ਲਾ ਲੈਂਦੇ ਆ ਤੇ ਹਰ ਦੇ ਨਾਮ ਨੂੰ ਸੁਣ ਲੈਂਦੇ ਆ, ਤੇ ਜਦੋਂ ਸੁਣ ਲੈਂਦੇ ਆ ਤੇ ਫਿਰ ਉਹਦੇ ਵਿੱਚ ਹੀ ਸਮਾ ਜਾਂਦੇ। ਦੇਖੋ ਆਖਰ ਦੇ ਵਿੱਚ
ਜਿਹੜੀ ਨਦੀ ਆ ਉਹ ਸਮੁੰਦਰ ਚ ਜਦੋਂ ਪ੍ਰਵੇਸ਼ ਕਰ ਜਾਂਦੀ ਆ, ਉਸ ਤੋਂ ਬਾਅਦ ਹੀ ਉਹਦੀ ਯਾਤਰਾ ਕੰਪਲੀਟ ਹੁੰਦੀ ਆ। ਉਹ ਬ੍ਰਹਮ ਦੇ ਵਿੱਚ ਸਮਾਉਣਾ ਬਹੁਤ ਜ਼ਰੂਰੀ ਆ, ਔਰ ਜਿਉਂਦੇ ਜੀ ਹੀ ਸਾਡੇ ਕੋਲ ਆਪਸ਼ਨ ਹੈ। ਮਰਨ ਤੋਂ ਬਾਅਦ ਨਹੀਂ ਕੋਈ ਸਮਾ ਸਕਦਾ, ਉਹ ਇੱਕ ਅਲੱਗ ਚੀਜ਼ ਹੈ। ਜਿਉਂਦੇ ਜੀ ਸਾਨੂੰ ਉੱਥੇ ਪ੍ਰਵੇਸ਼ ਕਰਨਾ ਪਵੇਗਾ, ਉਸ ਅਵਸਥਾ ਨੂੰ ਜਾਣਾ ਪਊਗਾ ਜਿੱਥੇ ਸਭ ਕੁਝ ਸਥਿਰ ਹੋ ਜਾਂਦਾ ਹੈ, ਜਿੱਥੇ ਮਨ ਚੁੱਪ ਹੋ ਜਾਂਦਾ ਹੈ ਤੇ ਤਨ ਵੀ ਆਪਣੀ ਇੱਕ ਅਕਿਰਿਆ ਅਵਸਥਾ ਚ, ਸੁਰਤੀ ਇੱਕਦਮ ਇਕਾਗਰ ਹੋ ਜਾਂਦੀ ਹੈ, ਚਿੱਤ ਇੱਕਦਮ ਗਤੀਹੀਨ ਹੋ ਜਾਂਦਾ ਹੈ। ਔਰ ਜਦੋਂ ਸਭ ਕੁਝ ਠਹਿਰ ਜਾਂਦਾ ਹੈ, ਪੰਜੇ ਤੱਤ ਆਪਣੀ ਜਗ੍ਹਾ ਤੇ ਚੱਲ ਜਾਂਦੇ ਆ, ਮਨ ਬੁੱਧੀ ਆਪਣੀ ਜਗ੍ਹਾ ਬਹਿ ਜਾਂਦੀ ਆ, ਪੰਜੇ ਜਿਹੜੇ ਤੱਤ ਨੇ, ਇਹਨਾਂ ਦੇ ਔਗਣ ਨੇ, ਉਹ ਵੀ ਆਪਣੀ ਜਗ੍ਹਾ 'ਚ ਬਹਿ ਜਾਂਦੇ ਆ। ਗਿਆਨ ਇੰਦਰੀ, ਕਰਮ ਇੰਦਰੀ ਨਿਸ਼ਕਿਰਿਆ ਹੋ ਜਾਂਦੇ ਆ, ਖਲੋ ਜਾਂਦੇ ਆ ਇੱਕਦਮ। ਉਸ ਅਵਸਥਾ 'ਚ ਜਦੋਂ ਅਸੀਂ ਪ੍ਰਵੇਸ਼ ਕਰਦੇ ਹਾਂ, ਉਸ ਤੋਂ ਬਾਅਦ ਹੀ ਤੇ ਗਿਆਨ ਹੁੰਦਾ ਹੈ ਕਿ ਇਹ ਸੰਸਾਰ ਦੇ ਪਿੱਛੇ ਇੱਕ ਸ਼ਕਤੀ ਬੈਠੀ ਹੋਈ ਆ, ਜਿਹੜੀ ਗੁਪਤ ਰੂਪ 'ਚ ਇਹਨੂੰ ਕੰਟਰੋਲ ਕਰ ਰਹੀ ਹੈ, ਔਰ ਉਹਨੂੰ ਜਾਣਨਾ ਹੀ ਜੀਵਨ ਦਾ ਮਕਸਦ ਹੈ। ਬਾਕੀ ਕੰਮ ਕੁੰਮ ਤੇ ਹੁੰਦੇ ਹੀ ਰਹਿਣੇ, ਉਹ ਤੇ ਸਾਰੀ ਦੁਨੀਆ ਕਰ ਰਹੀ ਹੈ। ਹਾਂਜੀ ਨੱਚੇ ਸਾਹਿਬ। ਹਾਂ, ਤੇ ਇਸ ਤੋਂ ਅੱਗੇ ਪੌੜੀ ਤੂੰ ਕਰਤਾ। ਦੇਖੋ ਹੁਣ ਜਿਹੜਾ ਹੈਗਾ, ਦੋਨੋਂ ਚੀਜ਼ਾਂ ਜਿਹੜੀਆਂ ਹੈਗੀਆਂ, ਦੋਨੋਂ ਰਸਤੇ ਹੈਗੇ ਆ। ਔਰ ਅੱਗੇ ਦੱਸ ਰਹੇ ਭਾਈ ਕਿ ਉਹ ਪਹਿਲਾਂ ਲਿਖਿਆ ਉਹਨਾਂ ਨੇ ਪਿਛਲੇ ਉਹਦੇ ਵਿੱਚ ਵੀ, ਜੋ ਤਿਸ ਭਾਵੈ ਸੋ ਕਰੇ ਕਰਾਇਆ, ਨਾਨਕ ਵਜਦਾ ਜੰਤ ਵਜਾਇਆ। ਹੁਣ ਦੇਖੋ ਅੱਗੇ ਮਹਾਰਾਜ ਦੱਸ ਰਹੇ ਭਾਈ ਕਿ ਮਾਲਕ ਕਿਵੇਂ ਵਜਾ ਦਿੰਦਾ ਹੈ, ਕਿਵੇਂ ਜੰਤ ਵੱਜਦਾ ਹੈ ਮਾਲਕ ਦੇ ਹਿਸਾਬ ਦੇ ਨਾਲ। ਪੌੜੀ ਤੂੰ ਕਰਤਾ ਸਭ ਕਿਛ ਜਾਣਦਾ, ਜੋ ਜੀਆਂ ਅੰਦਰ ਵਰਤੈ। ਕਹਿੰਦੇ ਤੈਨੂੰ ਉਹਨਾਂ ਦੀ ਡਿਮਾਂਡ ਪਤਾ ਹੁੰਦੀ ਆ, ਉਹਨਾਂ ਦੀ ਇੱਛਾ ਪਤਾ ਹੁੰਦੀ ਆ, ਉਹਨਾਂ ਦੇ ਅੰਦਰ ਕੀ ਵਰਤ ਰਿਹਾ ਆ, ਕੀ ਵਿਚਾਰ ਚੱਲ ਰਹੇ ਆ ਉਹਨਾਂ ਦੇ ਅੰਦਰ ਦੀ ਬੁੱਝਦਾ ਹੈ, ਅੰਦਰ ਦੀ, ਬਾਹਰ ਮੂੰਹ ਦੀ ਨਹੀਂ, ਅੰਦਰ ਦੀ। ਤੂੰ ਕਰਤਾ ਸਭ ਕੁਝ ਜਾਣਦਾ, ਤੂੰ ਕਰਕੇ ਲਿਖ ਰਿਹਾ, ਦੇਖੋ ਬਿਲਕੁਲ ਡਾਇਰੈਕਟ 1 to 1। ਤੂੰ ਕਰਤਾ ਸਭ ਕੁਝ ਜਾਣਦਾ, ਜੋ ਜੀਆਂ ਅੰਦਰ ਵਰਤਾ ਹੈ। ਤੂੰ ਕਰਤਾ ਆਪ ਅਗਣਤ ਹੈ, ਸਭ ਜਗ ਵਿੱਚ ਗਣਤ ਹੈ। ਦੇਖੋ ਕਹਿੰਦੇ ਤੂੰ ਮਾਲਕਾ ਵਧੀਆ ਹੈ, ਤੇਰਾ ਜਿਹੜਾ ਹੈਗਾ ਸਾਨੂੰ ਸਾਰੇ ਸੰਸਾਰ ਨੂੰ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਇਹ ਕਰਮਾਂ ਦੇ ਬੰਧਨ ਦੇ ਵਿੱਚ ਬੰਨ੍ਹ ਦਿੱਤਾ, ਸਾਨੂੰ ਜਿਹੜਾ ਹੈਗਾ ਗਿਣਤੀ ਮਿਣਤੀ 'ਚ ਪਾ ਦਿੱਤਾ। ਸਾਰੇ ਸਾਡੇ ਜਿਹੜੇ ਹੈਗੇ ਐਕਸ਼ਨ ਨੂੰ ਪੂਰਾ ਜਿਹੜਾ ਹੈਗਾ ਵਾਚ ਹੁੰਦਾ ਹੈ, ਉਹ ਜਿਹੜਾ ਪੂਰਾ ਉਹਦੇ ਹਿਸਾਬ ਦੇ ਨਾਲ ਸਾਨੂੰ ਜਿਹੜਾ ਹੈਗਾ ਅਗਲਾ ਜੀਵਨ ਮਿਲਦਾ ਹੈ। ਅਤੇ ਤੂੰ ਤਾਂ ਬਗੈਰ ਗਿਣਤੀ ਮਿਣਤੀ ਦੇ ਆ, ਤੂੰ ਅਸੀਂ ਸਾਰੇ ਗਿਣਤੀ ਮਿਣਤੀ ਦੇ ਵਿੱਚ ਹੈਗੇ। ਸਾਨੂੰ ਗਿਣਤੀ ਮਿਣਤੀ ਨਾਲ ਸਾਨੂੰ ਜਿਹੜਾ ਹੈਗਾ ਦੁੱਖ ਸੁੱਖ, ਚਿੰਤਾ, ਝੋਰਾ, ਸੋਚ, ਸਾਰਾ ਕੁਛ ਸਾਡੇ ਨਾਲ ਲੱਗਿਆ ਹੋਇਆ ਭਾਈ। ਤੂੰ ਕਰਤਾ ਆਪ ਅਗਣਤ ਹੈ, ਸਭ ਜਗ ਵਿੱਚ ਗਣਤ ਹੈ। ਸਭ ਕੀਤਾ ਤੇਰਾ ਵਰਤਦਾ, ਸਭ ਤੇਰੀ ਬਣਤਾ ਹੈ। ਮਾਲਕਾ ਤੇਰੀ ਮਰਜ਼ੀ ਆ, ਅਸੀਂ ਤਾਂ ਕੁਛ ਕਰ ਹੀ ਨਹੀਂ ਸਕਦੇ। ਤੇਰਾ ਕੀਤਾ ਹੋਇਆ ਵਰਤਦਾ ਹੈ, ਤੂੰ ਬਣਾਇਆ ਹੈ, ਸਾਰੀ ਤੇਰੀ ਬਣਤਰ ਹੈਗੀ, ਤੇਰਾ ਡਿਜ਼ਾਈਨ ਹੈਗਾ ਸਾਰਾ। ਤੂੰ ਮਾਲਕ ਹੈਗਾ ਭਾਈ। ਤੂੰ ਘੱਟ ਇੱਕ ਵਰਤਦਾ, ਸਭ ਸੱਚ ਸਾਹਿਬ ਚਲਤੇ। ਤੂੰ ਹਰੇਕ ਦੇ ਵਿੱਚ ਤੂੰ ਹੀ ਹੈਗਾ ਆ। ਇੱਥੇ ਆ ਕੇ ਜਿਹੜਾ ਹੈਗਾ ਮਾਲਕ ਫਿਰ ਕੰਪਲੇਂਟ ਨਹੀਂ ਕਰ ਸਕਦੇ ਆਪਾਂ ਨੂੰ, ਕਿਉਂਕਿ ਉਹ ਕਹਿੰਦਾ ਮੈਂ ਹੀ ਤਾਂ ਹੈਗਾ ਆ, ਮੇਰੀ ਮਰਜ਼ੀ ਆ। ਤੂੰ ਘੱਟ ਇੱਕ ਵਰਤਦਾ, ਸੱਚ ਸਾਹਿਬ ਚਲਦਾ ਹੈ। ਕਹਿੰਦੇ ਸੱਚਾ ਆ ਔਰ ਤੂੰ ਮਾਲਕ ਹੈ, ਔਰ ਇਹ ਤੇਰਾ ਤਮਾਸ਼ਾ ਵਧੀਆ ਹੈ ਮਾਲਕਾ। ਤੂੰ ਘੱਟ ਇੱਕ ਵਰਤਦਾ, ਸੱਚ ਸਾਹਿਬ ਚਲਤਾ ਹੈ ਮਤਲਬ ਤਮਾਸ਼ਾ। ਸਤਿਗੁਰ ਨੂੰ ਮਿਲੇ ਸੋ ਹਰ ਮਿਲੇ, ਨਾ ਹੀ ਕਿਸੇ ਪਰਤਾ ਹੈ। ਬਸ ਜੇ ਪਰਮਾਤਮਾ ਨੂੰ ਮਿਲਣਾ ਹੈ, ਗੇਮ 'ਚੋਂ ਬਾਹਰ ਨਿਕਲਣਾ, ਆਤਮ ਦਰਸ਼ਨ ਕਰਨੇ ਆ ਭਾਈ, ਗਿਆਨ ਲੈਣਾ ਪਊਗਾ, ਬ੍ਰਹਮ ਗਿਆਨੀਆਂ ਨੂੰ ਮਿਲਣਾ ਪਊਗਾ। ਜਿਹਨੇ ਮਾਲਕ ਨੂੰ ਪਾ ਲਿਆ ਉਹ ਗਿਆਨ ਚਾਹੀਦਾ ਆ। ਸਤਿਗੁਰ ਨੂੰ ਮਿਲੇ ਸੋ ਹਰ ਮਿਲੇ, ਉਹੀ ਆਤਮ ਦਰਸ਼ਨ ਕਰ ਸਕਦਾ ਹੈ, ਪਰਮਾਤਮਾ ਨੂੰ ਮਿਲ ਸਕਦਾ ਹੈ, ਪਾਰ ਉਤਰ ਸਕਦਾ ਹੈ, ਪਾਰ ਬ੍ਰਹਮ ਨੂੰ ਮਿਲ ਸਕਦਾ ਹੈ। ਨਾ ਹੀ ਕਿਸੇ ਪਰਤਾ ਹੈ, ਉਹਨੂੰ ਕੋਈ ਪਰਤਾ ਨਹੀਂ ਸਕਦਾ ਭਾਈ, ਉਹਨੂੰ ਕੋਈ ਵਿਚਲਿਤ ਨਹੀਂ ਕਰ ਸਕਦਾ, ਉਹਨੂੰ ਕੋਈ ਮਾਰਗ ਤੋਂ ਭਟਕਾ ਨਹੀਂ ਸਕਦਾ। ਹਾਂਜੀ ਗੋਰਖੀ ਸਾਹਿਬ। ਹਾਂਜੀ ਠੀਕ ਹੈ ਜੀ। ਸਭ ਤੋਂ ਪਹਿਲਾਂ ਬਾਣੀ 'ਚ ਕਹਿੰਦੇ ਕਿ ਤੁਹਾਡੀ ਆਵਾਜ਼ ਬੰਦ ਹੋ ਗਈ ਜੀ, ਆਵਾਜ਼ ਘੱਟ ਗਈ। ਉਹ ਵਿੱਚ ਕੋਈ WhatsApp ਤੇ ਫੋਨ ਕਰੀ ਜਾਂਦੇ। ਹਾਂਜੀ। ਕਹਿੰਦੇ ਆ ਕਿ ਤੂੰ ਕਰਤਾ ਸਭ ਕੁਝ ਜਾਣਦਾ, ਜੋ ਜੀਆ ਅੰਦਰ ਵਰਤੇ। ਮੇਰੇ ਪਿਤਾ, ਕਿਉਂਕਿ ਉਹ ਆਤਮਾ ਹੈ,
ਆਤਮਾ ਦੇ ਰਾਹੀਂ ਆਪਾਂ ਦੇਖਦੇ ਹਾਂ, ਤੁਸੀਂ ਦੇਖਦੇ ਨਹੀਂ ਜੇ ਪਏ ਜੋ ਇਹ ਕਿੱਥੋਂ ਵੇਖ ਸਕਦੇ ਤੁਸੀਂ? ਇਹ ਆਤਮਾ ਦੇ ਰਾਹੀਂ ਤੁਸੀਂ ਵੇਖ ਰਹੇ ਜੋ। ਕਿਹਦੇ ਰਾਹੀਂ ਸੁਣਦੇ ਪਏ ਜੋ? ਆਤਮਾ ਦੇ ਰਾਹੀਂ। ਹੈਡਫੋਨ, ਮਾਈਕ, ਇਹ ਟੀਵੀ, ਇਹ ਤੁਹਾਡੇ ਜਿਹੜੇ ਅੱਖਾਂ ਦੇ ਟੀਵੀ ਆ ਜਿਹੜੇ ਤੁਹਾਡੇ ਕੰਨਾਂ ਦੇ ਮਾਈਕ ਮੂੰਹ ਦੇ ਵਿੱਚ ਲੱਗੇ ਨੇ ਜਿਹੜੇ ਕੰਨਾਂ 'ਚ, ਇਹ ਮੂੰਹ ਜਿਹੜਾ ਸਪੀਕਰ ਲੱਗਾ ਹੈ, ਇਹ ਕਿੱਥੋਂ ਸ਼ਕਤੀ ਪ੍ਰਾਪਤ ਕਰ ਰਿਹਾ ਹੈ? ਸਭ ਆਤਮਾ ਚੋਂ ਹੀ ਆ ਰਿਹਾ ਹੈ। ਵਾਪਸ ਫਿਰ ਕਿੱਥੇ ਸਮਾਉਣਾ ਹੈ? ਤੁਹਾਡਾ ਬੋਲ ਸਾਰੇ ਆਤਮਾ 'ਚ ਹੀ ਸਮਾ ਜਾਂਦੇ ਆ, ਆਕਾਸ਼ ਦੇ ਰੂਪ 'ਚ, ਜਿਹੜਾ ਸਰਵ ਵਿਆਪਕ ਤੱਤ ਆ। ਔਰ ਇਸ ਕਰਕੇ ਸਾਡੇ ਅੰਦਰ ਵੀ ਉਹੀ ਆ। ਕਿਉਂਕਿ ਉਹਦੇ ਰਾਹੀਂ ਆਪਾਂ ਬੋਲਦੇ ਹਾਂ। ਪਰ ਉਹ ਜੋ ਉਹ ਬੋਲਦਾ ਹੈ ਉਹ ਨਹੀਂ ਬੋਲਦੇ, ਅਸੀਂ ਉਹਨੂੰ ਮੋਡੀਫਾਈ ਕਰ ਦਿੰਦੇ ਹਾਂ। ਕਿਉਂਕਿ ਬਾਣੀ ਕਹਿੰਦੀ ਆ ਮਨ ਮੈਲੇ ਤੇ ਸਭ ਕੁਛ ਮੈਲਾ। ਭਾਵੇਂ ਆਤਮਾ 'ਚ ਬੈਠੇ ਆ, ਪਰ ਜੇ ਤੇਰਾ ਮਨ ਮੈਲਾ ਹੈ ਨਾ, ਤੁਸੀਂ ਦੇਖੋ ਤੁਹਾਡੀ ਉੱਤੇ ਟੈਂਕੀ 'ਚ ਪਾਣੀ ਸ਼ੁੱਧ ਆ, ਉਤੋਂ ਵਧੀਆ ਪਾਣੀ ਪਾਇਆ, ਨਿਰਮਲ ਜਲ ਪਾਇਆ। ਉਹ ਜਿਹੜੀ ਤੁਹਾਡੀ ਟੂਟੀ ਗੰਦੀ ਆ, ਜਿਹਦੇ ਅੰਦਰ ਜੰਗਾਲ ਜੰਮਿਆ ਜਾਂ ਪਾਈਪਾਂ ਖਰਾਬ ਨੇ, ਉਹ ਸ਼ੁੱਧ ਨੇ ਅਸ਼ੁੱਧ ਹੋ ਜਾਣਾ ਵਾ। ਬਿਲਕੁਲ। ਉਹ ਹੁਣ ਤੁਸੀਂ ਕਹੋਗੇ ਏਦਾਂ ਕਿੱਦਾਂ ਹੋ ਸਕਦਾ? ਆਤਮਾ 'ਚ ਅਸੀਂ ਕਿੱਦਾਂ ਮਲੀਨਤਾ ਪੈਦਾ ਕਰ ਦਾਂਗੇ? ਕਿਉਂਕਿ ਉਹ ਆਤਮਾ ਤੁਹਾਡੇ ਰਾਹੀਂ ਪ੍ਰਗਟ ਹੋ ਰਹੀ ਹੈ, ਪਰ ਹੁਣ ਉਹਦਾ ਰੂਪ ਏਦਾਂ ਦਾ ਪ੍ਰਗਟ ਕਰ ਰਹੇ ਹੋ ਜੋ ਤੁਸੀਂ, ਜਿੱਦਾਂ ਦੇ ਤੁਸੀਂ ਅੰਦਰ ਸ਼ੀਸ਼ਾ ਰੱਖ ਕੇ ਬੈਠੇ ਜੋ। ਹੁਣ ਤੁਹਾਡੀ ਗੱਡੀ ਦਾ ਸ਼ੀਸ਼ਾ ਜੇ ਗੰਦਾ ਹੈ ਤੇ ਤੁਹਾਨੂੰ ਜਿਹੜੀਆਂ ਬਾਹਰਲੀਆਂ ਤਸਵੀਰਾਂ ਗੰਦੀਆਂ ਹੀ ਨਜ਼ਰ ਆਉਣੀਆਂ ਵਾ। ਜੇ ਕਾਮ ਦਾ ਗੰਧ ਲੱਗਿਆ ਸ਼ੀਸ਼ੇ ਨੂੰ, ਤੁਹਾਨੂੰ ਕਾਮ ਨਜ਼ਰ ਆਊਗਾ। ਤੁਹਾਨੂੰ ਤੇ ਉਹ ਔਰਤ ਜਾਂ ਮਰਦ ਨਜ਼ਰ ਹੀ ਨਹੀਂ ਆਉਣਾ, ਉਹਨਾਂ ਤੇ ਕੁਝ ਹੋਰ ਚੀਜ਼ਾਂ ਦਿਖਾਈ ਦੇਣੀਆਂ ਤੁਹਾਨੂੰ। ਜੇ ਤੁਸੀਂ ਕ੍ਰੋਧ ਨੂੰ ਚੰਬੇੜ ਕੇ ਬੈਠੇ ਸ਼ੀਸ਼ੇ ਨਾਲ, ਤੇ ਤੁਹਾਨੂੰ ਵੇਖੋ ਸਾਰੀ ਦੁਨੀਆ 'ਚ ਕ੍ਰੋਧ ਨਜ਼ਰ ਆਉਣਾ। ਲੋਭ ਦਾ ਸ਼ੀਸ਼ਾ ਜੇ ਚਿੰਬੜਿਆ ਗੰਦਮੰਦ, ਤੁਹਾਨੂੰ ਵੇਖੋ ਉਲਟਾ ਪੁਲਟਾ ਹੀ ਦਿਖਾਈ ਦੇਣਾ। ਲੋਭ ਹੀ ਦਿਖਾਈ ਦੇਣਾ, ਮੋਹ ਦਿਖਾਈ ਦੇਣਾ, ਹੰਕਾਰ ਦਿਖਾਈ ਦੇਣਾ। ਜੋ ਚੀਜ਼ ਤੁਸੀਂ ਆਪਣੇ ਮਨ ਰੂਪੀ ਸ਼ੀਸ਼ੇ ਦੇ ਵਿੱਚ ਚੰਬੇੜ ਕੇ ਬੈਠੇ ਜੋ ਨਾ, ਉਹਦਾ ਰੂਪ ਹੀ ਤੁਹਾਡੇ ਸਾਹਮਣੇ ਪ੍ਰਗਟ ਹੋਣਾ ਹੈ। ਬਾਣੀ ਵੀ ਕਹਿੰਦੀ ਇਹ ਮਨ ਆਰਸੀ ਕੋਈ ਵਿਰਲਾ ਦੇਖੇ। ਇਹ ਮਨ ਸ਼ੀਸ਼ਾ ਹੈ ਔਰ ਕੋਈ ਵਿਰਲਾ ਵਹਿੰਦਾ ਹੈ। ਔਰ ਵਿਰਲਾ ਕਿਉਂ ਵਹਿੰਦਾ ਹੈ? ਕਿਉਂਕਿ ਅੰਤਰ ਧਿਆਨ ਹੋਣ ਲਈ ਤੁਸੀਂ ਕਿਸੇ ਨੂੰ ਕਹੋ, ਉਹ ਕਹਿੰਦਾ ਛੱਡੋ ਖੜਾ, ਪਾਠ ਪੂਠ ਪੜ੍ਹਨ ਦੀ ਗੱਲ ਕਰੋ ਤੇ ਮੈਂ 3 ਘੰਟੇ ਪੜ੍ਹ ਸਕਦਾ, ਪਰ ਅੰਤਰ ਧਿਆਨ ਨਹੀਂ ਹੋਇਆ ਜਾਂਦਾ। ਚੋਰ ਨੂੰ ਸਾਰੇ ਚੋਰ ਨਜ਼ਰ ਆਉਂਦੇ ਗੁਰਕੀ ਸਾਹਿਬ ਆਉਂਦੇ, ਕਿਉਂਕਿ ਉਹ ਤੇ ਕਹਿੰਦਾ ਹੀ ਆ। ਉਹ ਵੇਖੋ ਅਰਜਨ ਤੇ ਦੁਰਯੋਧਨ ਦੇ ਨਾਲ ਜੋ ਬੀਤਿਆ ਸੀ, ਅਸਲ 'ਚ ਤਾਂ ਉਹਨਾਂ ਦੀ ਕਹਾਣੀ ਨਹੀਂ ਹੈ, ਉਹ ਕਹਾਣੀ ਸਾਡੀ ਆ। ਉਹ ਤੇ ਸੰਤਾਂ ਦਾ ਸਮਝਾਉਣ ਦਾ ਤਰੀਕਾ ਸੀ। ਅਰਜਨ ਖੁਦ ਚੰਗਾ ਸੀ, ਉਹਨੂੰ ਮਾੜਾ ਕਿੱਥੋਂ ਲੱਭੇ? ਦੁਰਯੋਧਨ ਖੁਦ ਬੁਰਾ ਸੀ, ਉਹਨੂੰ ਚੰਗਾ ਕਿੱਥੋਂ ਲੱਭੇ? ਉਹ ਗੱਲ ਜਿਹੜੀ ਉੱਥੇ ਖਤਮ ਕਰ ਦਿੰਦੇ ਨੇ ਲੋਕ ਕਿ ਉਹ ਤੇ ਕਿੱਸਾ ਸੀ, ਕਹਾਣੀ ਸੀ। ਪਰ ਅਸਲ 'ਚ ਉਹ ਕਹਾਣੀ ਨਹੀਂ ਆ, ਉਹ ਸਾਡੀ ਕਹਾਣੀ ਆ। ਜਿਹੜਾ ਕਿਰਦਾਰ ਹੁੰਦਾ ਹੈ, ਕਿਰਦਾਰ ਸਾਡੇ ਅੰਦਰ ਵੇਖੋ, ਤੁਹਾਡੇ ਅੰਦਰ 2 ਫੌਜਾਂ ਨੇ, ਇੱਕ ਚੰਗੀ ਬੁੱਧੀ ਆ ਤੇ ਇੱਕ ਘਟੀਆ ਬੁੱਧੀ ਆ। ਹਰ ਟਾਈਮ ਉਹਦੀ ਫਾਈਟ ਹੋ ਰਹੀ ਹੈ। ਔਰ ਆਪਾਂ ਸੰਗਤ ਕਿਉਂ ਕਰਦੇ ਪਏ ਆ ਕਿ ਉਹ ਜਿਹੜੀ ਆਰਮੀ ਆ ਉਹ ਕਿਸੇ ਤਰੀਕੇ ਨਾਲ ਸਟਰੋਂਗ ਕੀਤੀ ਜਾਵੇ। ਹੁਣ ਤੁਹਾਡੇ ਜਦੋਂ ਵੇਖੇ ਨੇ ਵਾਈਟ ਸੈੱਲ ਘਟ ਜਾਂਦੇ ਨਿਜਰ ਸਾਹਿਬ, ਆਪਾਂ ਕੀ ਕਰਦੇ ਆ? ਆਪਾਂ ਉਹ ਕਹਿੰਦੇ ਕਿ ਇਹਨੂੰ ਬੂਸਟਰ ਦਿਓ ਜੀ, ਬਿਲਕੁਲ, ਜਾਂ ਉਦਾਂ ਦੇ ਫੂਡ ਦਿਓ ਤਾਂ ਜੋ ਇਹਦੀ ਜਿਹੜੀ ਆਰਮੀ ਸਟਰੋਂਗ ਹੋ ਜਾਏ, ਜਿਹੜੀ ਬਿਮਾਰੀ ਨਾਲ ਲੜ ਸਕੇ। ਹੁਣ ਇੱਥੇ ਵੀ ਆਪਾਂ ਸੰਗਤ ਕਰਦੇ ਆ, ਉਹਦਾ ਕਾਰਨ ਇਹੋ ਹੀ ਆ ਕਿ ਸਾਡੀਆਂ ਜਿਹੜੀਆਂ ਜਾਲੀਆਂ ਖਰਾਬ ਹੋ ਗਈਆਂ ਔਰ ਰਿਪੇਅਰ ਕੀਤੀਆਂ ਜਾਣ, ਕਿਉਂਕਿ ਫਿਲਟਰੇਸ਼ਨ ਪ੍ਰੋਪਰ ਨਹੀਂ ਨਾ ਹੋ ਰਹੀ। ਡਾਟਾ ਤੁਸੀਂ ਪ੍ਰੋਸੈਸ ਨਹੀਂ ਕਰ ਪਾ ਰਹੇ। ਹੁਣ ਤੁਸੀਂ ਕਹੋਗੇ ਡਾਟਾ ਕਿੱਦਾਂ ਪ੍ਰੋਸੈਸ? ਤੁਹਾਡੇ ਘਰ ਜਾਲੀ ਹੈਗੀ ਆ, ਹੁਣ ਜਾਲੀ ਦੇ ਵਿੱਚ ਤੁਸੀਂ ਦਾਲ ਨੂੰ ਛੱਟਣਾ ਹੈ ਜਾਂ ਚੌਲ ਛੱਟਣੇ ਆ, ਔਰ ਚੋਂ ਕੰਕਰ ਪੱਥਰ ਕੱਢਣੇ ਆ। ਇਸੇ ਹੀ ਤਰ੍ਹਾਂ ਤੁਹਾਡੇ ਅੰਦਰ ਇੱਕ ਬੁੱਧੀ ਦੀ ਜਾਲੀ ਹੈ। ਹੁਣ ਬੁੱਧੀ ਦੀ ਜਾਲੀ ਜਿਹੜੀ ਵਿਵੇਕ ਬੁੱਧੀ ਜਿਹਨੂੰ ਕਹਿ ਦਿੰਦੇ ਆ, ਉਹ ਜਾਲੀ ਦੇ 'ਚ ਛੇਕ ਹੋ ਗਿਆ ਔਗੁਣਾਂ ਦੇ, ਤੇ ਇਸ ਕਰਕੇ ਉਹ ਔਗੁਣ ਵੀ ਵਿੱਚੋਂ ਦੀ ਲੰਘ ਜਾ ਰਹੇ ਆ। ਬਿਲਕੁਲ, ਉਹਨੂੰ ਫਿਲਟਰੇਸ਼ਨ ਨਹੀਂ ਪ੍ਰੋਪਰ ਹੋ ਰਹੀ। ਹੁਣ ਜਦੋਂ ਵੇਖੋ ਕੋਈ ਚੀਜ਼ ਫਿਲਟਰ ਨਹੀਂ ਹੋ ਗਈ, ਤੁਹਾਡਾ ਐਕਵਾ ਗਾਰਡ ਆ ਜਾਂ ਕੁਛ ਵੀ ਲੈ, ਉਹ ਫਿਲਟਰ ਕੰਮ ਹੀ ਨਹੀਂ ਕਰ ਰਿਹਾ। ਇਹਦਾ ਮਤਲਬ ਕਿ ਜਿਹੜੀ ਚੀਜ਼ ਨਹੀਂ ਜਾਣੀ ਚਾਹੀਦੀ ਉਹ ਵੀ ਅੱਗੇ ਚੱਲ ਗਈ। ਹੁਣ ਜਦੋਂ ਅੱਗੇ ਜਾਊਗੀ ਤੇ ਉਹਨੇ ਮਸ਼ੀਨ ਨੂੰ ਖਰਾਬ ਕਰ ਦੇਣਾ, ਕਿਉਂਕਿ ਮਸ਼ੀਨ ਕੋ ਤੇ ਪਾਵਰ ਨਹੀਂ ਨਾ ਨੂੰ ਅਲੱਗ ਕਰਨ ਦੀ। ਉਹਦੇ ਪਿੱਛੇ ਜਿੱਦਾਂ ਡੀਜ਼ਲ ਦਾ ਟੈਂਕ ਹੁੰਦਾ ਹੈ, ਗੱਡੀ 'ਚ ਲੱਗਿਆ ਹੁੰਦਾ, ਉੱਥੇ ਵੇਖੋ ਇੱਕ ਨਾ ਡੀਜ਼ਲ ਫਿਲਟਰ ਲੱਗਾ ਹੁੰਦਾ। ਬਿਲਕੁਲ।
ਹੁਣ ਮਸ਼ੀਨ ਦਾ ਕੰਮ ਥੋੜੀ ਹੈ ਕਿ ਉੱਥੋਂ ਕਚਰੇ ਨੂੰ ਬਾਹਰ ਕੱਢਣਾ। ਮਸ਼ੀਨ ਨੇ ਤੇ ਪ੍ਰੋਸੈਸ ਕਰ ਦੇਣਾ। ਤੁਸੀਂ ਗੰਦਮੰਦ ਵੀ ਸੁੱਟਤਾ, ਉਹਨੂੰ ਨਹੀਂ ਪਤਾ ਵਿਚਾਰੇ ਨੂੰ। ਉਹ ਤੇ ਜੇਕਰ ਫਿਊਲ ਦੇ ਵਿੱਚ ਇਨਪਿਓਰਿਟੀ ਹੈ, ਕੁਝ ਗੰਦਮੰਦ ਹੈਗਾ, ਕੋਈ ਕਚਰਾ ਹੈਗਾ, ਉਹਨੂੰ ਟੈਂਕ ਚੋਂ ਨਿਕਲਦਿਆਂ ਸਾਰ ਹੀ ਰੋਕਣਾ ਜ਼ਰੂਰੀ ਆ। ਇੰਜਨ ਤੱਕ ਤੇ ਪਹੁੰਚਣਾ ਨਹੀਂ ਚਾਹੀਦਾ ਉਹ। ਬਿਲਕੁਲ। ਹੁਣ ਜਦੋਂ ਆਪਾਂ ਫਿਲਟਰ ਕੱਢ ਦਈਏ ਬਸ ਕੰਮ ਹੋ ਗਿਆ, ਤੁਹਾਡਾ ਇੰਜਨ ਖਰਾਬ ਹੋ ਜਾਣਾ। ਅਨਫਿਲਟਰਡ ਡਾਟਾ, ਹੁਣ ਤੁਹਾਡੀਆਂ ਇੰਦਰੀਆਂ ਨੇ, ਤੁਹਾਡੀਆਂ ਅੱਖਾਂ, ਹੁਣ ਇੱਥੇ ਉਹ ਫਿਲਟਰ ਨਹੀਂ ਹੈਗਾ। ਹੁਣ ਇਹ ਉਹ ਵੇਖਦੀਆਂ ਨੇ ਜੋ ਨਹੀਂ ਵੇਖਣਾ ਚਾਹੀਦਾ। ਹੁਣ ਤੁਹਾਡੇ ਕੰਨ ਨੇ, ਇਹ ਉਹ ਸੁਣਦੇ ਆ ਜੋ ਨਹੀਂ ਸੁਣਨਾ ਚਾਹੀਦਾ। ਇਹ ਤੁਹਾਡਾ ਮੂੰਹ, ਇਹ ਉਹ ਬੋਲੀ ਜਾ ਰਿਹਾ ਜੋ ਨਹੀਂ ਬੋਲਣਾ ਚਾਹੀਦਾ। ਨਾਸਕਾ ਜਾਂ ਦੂਜੇ ਇੰਦਰੀ, ਕਿਉਂਕਿ ਇਹਦੇ ਨਾਲ ਜਿਹੜਾ ਬੁੱਧੀ ਦਾ ਫਿਲਟਰ ਨਹੀਂ ਲੱਗਾ। ਔਰ ਜਦੋਂ ਫਿਲਟਰ ਲੱਗ ਗਿਆ ਤਾਂ ਤੁਸੀਂ ਇੱਕ ਸਵਾਲ ਕਰਨਾ ਆਪਣੇ ਆਪ ਤੋਂ ਕਿ ਇਹ ਕੰਮ ਮੈਂ ਕਿਉਂ ਕਰਾਂ? ਕੁਐਸਚਨ ਮਾਰਕ। ਬਿਲਕੁਲ। ਅੰਦਰੋਂ ਚਿੱਤ ਚ ਵਿਚਾਰ ਆ ਗਿਆ, ਚਰਨ ਜੀ ਚੱਲ ਪਲੀਏ, ਉਹ ਫਲਾਨੀ ਜਗ੍ਹਾ ਤੇ ਪਹੁੰਚੀਏ, ਬੜੇ ਨਜ਼ਾਰੇ ਨੇ, ਤੇ ਮੈਂ ਇੱਕ ਕੁਐਸਚਨ ਮਾਰਕ ਆਪਣੇ ਆਪ ਤੋਂ ਕਰੂੰਗਾ ਕਿ ਮੈਂ ਕਿਉਂ ਜਾਵਾਂ ਔਰ ਕਿਉਂ ਜਾਊਂਗਾ। ਜਿੱਦਾਂ ਕਈ ਬੰਦਿਆਂ ਨੂੰ ਆਦਤ ਹੁੰਦੀ ਹੈ ਨਾ ਸ਼ਾਪਿੰਗ ਕਰਨ ਦੀ। ਇੱਕ ਬੰਦੇ ਹੁੰਦੇ ਉਹ ਸ਼ਾਪਿੰਗ ਉਦੋਂ ਕਰਦੇ ਆ ਜਦੋਂ ਉਹਨੂੰ ਲੋੜ ਹੁੰਦੀ ਹੈ। ਹੁਣ ਜੁੱਤੀ ਟੁੱਟ ਗਈ ਹੈ, ਉਹ ਵਿਚਾਰਾ ਸੋਚਦਾ ਹੈ ਕਿ ਯਾਰ ਜੁੱਤੀ ਟੁੱਟ ਗਈ ਹੈ ਤੇ ਇਹ ਜ਼ਰੂਰੀ ਆ, ਚਲੋ ਏਦਾਂ ਕਰਦੇ ਆ ਕਿ ਯਾਰ 1500 ਦੀ ਜੁੱਤੀ ਲੈ ਆਉਂਦੇ ਆ। ਠੀਕ ਹੈ, ਹੁਣ ਕੱਪੜੇ ਮੇਰੇ ਥੋੜੇ ਖਰਾਬ ਹੋ ਗਏ ਆ ਤੇ ਮੈਨੂੰ ਥੋੜੀ ਸ਼ਾਪਿੰਗ ਕਰਨੀ ਚਾਹੀਦੀ ਹੈ। ਠੀਕ ਹੈ ਜੀ, ਜ਼ਰੂਰਤਾਂ। ਹੁਣ ਜਿਹੜਾ ਬੰਦਾ ਬਿਮਾਰ ਹੁੰਦਾ ਵਾ ਉਹਨੂੰ ਜ਼ਰੂਰਤ ਨਹੀਂ ਹੁੰਦੀ, ਉਹ ਤਾਈਓ ਬਿਨਾਂ ਮਤਲਬ ਦੇ ਖਰੀਦ ਲਿਆਉਂਦਾ ਵਾ। ਉਹਨੂੰ ਥੋੜੀ ਪਤਾ ਹੈ ਕਿ ਮੈਂ, ਮੇਰੇ ਮਨ ਚ ਕੋਈ ਇੱਕ ਬੇਵਕੂਫੀ ਹੈ, ਇਹਦੀ ਲੋੜ ਹੀ ਨਹੀਂ ਮੈਨੂੰ। 5 ਜੁੱਤੀਆਂ ਤੇ ਅੱਗੇ ਪਈਆਂ, 2 ਤੂੰ ਹੋਰ ਚੁੱਕ ਲਿਆ। ਇਹਦਾ ਮਤਲਬ ਇਹੋ ਕਿ ਤੇਰੇ ਅੰਦਰ ਉਹ ਜਿਹੜਾ ਤੇਰੇ ਅੰਦਰ ਜੱਜਮੈਂਟ ਵਾਲਾ ਪੁਰਜਾ ਹੈ ਉਹ ਬਰਾਬਰ ਕੰਮ ਨਹੀਂ ਕਰ ਰਿਹਾ, ਔਰ ਤੂੰ ਕੁਝ ਐਸਾ ਕੰਮ ਕਰ ਰਿਹਾ ਵਾ ਜਿਹੜਾ ਤੈਨੂੰ ਨਹੀਂ ਕਰਨਾ ਚਾਹੀਦਾ। ਕਿਉਂਕਿ ਇਹ ਜਿਹੜਾ ਤੇਰਾ ਪੈਸਾ ਸੀ ਉਹ ਤੇਰੇ ਪੈਸੇ ਕੰਮ ਆਉਣਾ ਸੀ, ਔਰ ਤੂੰ ਜਿਹੜੀ ਚੀਜ਼ ਤੇਰੇ ਕੋਲ ਆਲਰੇਡੀ ਹੈਗੀ ਆ ਤੂੰ ਉਹ ਇੱਕ ਹੋਰ ਖਰੀਦ ਲਿਆ। ਉਹ ਡਜ਼ਨਟ ਮੇਕ ਐਨੀ ਸੈਂਸ। ਬਾਣੀ ਦੇ ਵਿੱਚ ਸਾਨੂੰ ਇੰਨਾ ਹੀ ਸਮਝਾਇਆ ਗਿਆ ਕਿ ਜਿਹੜੀ ਤੇਰੀ ਜ਼ਰੂਰਤ ਆ ਉਹਨੂੰ ਪੂਰੀ ਕਰ, ਔਰ ਜਿਹੜੀ ਗੈਰ ਜ਼ਰੂਰੀ ਚੀਜ਼ਾਂ ਨੇ ਤੂੰ ਉਹਨੂੰ ਕਿਉਂ ਕਰ ਰਿਹਾ? ਤੂੰ ਕੁਐਸਚਨ ਕਿਉਂ ਨਹੀਂ ਪੁੱਛਦਾ ਆਪਣੇ ਆਪ ਨੂੰ? ਸਵਾਲ ਕਰਨਾ ਕਿ ਮਤਲਬ ਚੀਜ਼ਾਂ ਤੇਰੇ ਕੋਲ ਨਾ ਹੋਣ ਤਾਂ ਠੀਕ ਆ, ਪਰ ਤੇਰੇ ਕੋਲ ਆਲਰੇਡੀ ਚੀਜ਼ਾਂ ਹੈਗੀਆਂ ਨੇ, ਲੋੜ ਤੋਂ ਜ਼ਿਆਦਾ ਨੇ, ਔਰ ਤੂੰ ਫਿਰ ਭੱਜਾ ਫਿਰਦਾ ਵਾ। ਔਰ ਤੈਨੂੰ ਅੰਦਰ ਇੱਕ ਸਵਾਲ ਪੁੱਛਣਾ ਚਾਹੀਦਾ ਹੈ ਕਿ ਉਹ ਜਿਹੜੀ ਚੀਜ਼ ਪ੍ਰਾਪਤ ਕਰਨੀ ਕੋਈ ਮਾੜੀ ਚੀਜ਼ ਨਹੀਂ ਹੈ, ਪਰ ਤੇਰਾ ਰਸਤਾ ਤੇ ਸਹੀ ਹੋਣਾ ਚਾਹੀਦਾ ਨਾ। ਰਸਤਾ ਤੇ ਤੇਰਾ ਸਹੀ ਨਹੀਂ ਹੈ। ਉਹ ਕਿਸੇ ਤੂੰ ਗਲਤ ਤਰੀਕੇ ਨਾਲ ਚੀਜ਼ ਨੂੰ ਲੈ ਕੇ ਆ ਰਿਹਾ ਆਪਣੇ ਕੋਲ। ਹੁਣ ਤੇਰੇ ਮਨ ਦੇ ਅੰਦਰ ਇੱਛਾ ਹੈਗੀ ਹੈ ਕਿ ਆ ਫਲਾਨਾ ਕੰਮ ਕਰਨਾ, ਇੱਥੇ ਮਹਿਲ ਬਣਾਉਣਾ, ਤੇ ਮਹਿਲ ਹੁਣ ਮੇਰੇ ਤੇ ਮਿਹਨਤ ਕਰਕੇ ਕਿੱਥੋਂ ਬਣਾ ਲੈਣਾ? ਉਹ ਤੇ ਕੋਈ ਪੰਗਾ ਛੰਗਾ ਲਊਂਗੇ ਤੇ ਤਾਂ ਹੀ ਪੈਸੇ ਆਉਣਗੇ। ਇਸੇ ਕਰਕੇ ਬਾਣੀ ਕਹਿੰਦੀ ਵਿਵੇਕ ਬੁੱਧੀ। ਵਿਵੇਕ ਬੁੱਧੀ ਦਾ ਮਤਲਬ ਹੈ ਕਿ ਤੁਹਾਡੀ ਜ਼ਿੰਦਗੀ 'ਚ ਫਿਲਟਰ ਹੋਣਾ ਬੜਾ ਜ਼ਰੂਰੀ ਆ, ਕਿ ਜੋ ਵੀ ਚਿੱਤ 'ਚ ਜੋ ਵੀ ਚੀਜ਼ ਮਨ 'ਚ ਆਵੇ ਉਹਨੂੰ ਪ੍ਰੋਸੈਸ ਕਰੋ, ਉਹਨੂੰ ਆਇਡੈਂਟੀਫਾਈ ਕਰੋ ਕਿ ਇਹ ਜੋ ਮੇਰੇ ਚਿੱਤ 'ਚ ਵਿਚਾਰ ਆਇਆ ਸੱਚੀ ਇਹਨੂੰ ਅਪਰੂਵਲ ਦੇਣਾ ਜ਼ਰੂਰੀ ਹੈ ਜਾਂ ਕੈਂਸਲ ਕਰਨਾ? ਬਿਲਕੁਲ। ਔਰ ਆਪਾਂ ਸਾਈਨ ਕਰ ਦਿੰਦੇ ਹਾਂ। ਆਪਾਂ ਵੇਖਿਆ ਨਹੀਂ, ਹੁਣ ਭਗਵੰਤ ਮਾਨ ਨੇ ਇੱਕ ਬੰਦੇ ਨੂੰ ਫੜ ਲਿਆ, ਉਹ ਕਹਿੰਦਾ ਸਾਈਨ ਕਰਾ ਲਓ, ਪੈਸੇ ਦੇ ਦਿਓ। ਹੁਣ ਸਾਈਨਿੰਗ ਅਥਾਰਟੀ ਉਹ ਆ। ਇਸੇ ਹੀ ਤਰ੍ਹਾਂ ਕੋਈ ਵੀ ਕਰਮ ਜਦੋਂ ਹੁੰਦਾ ਹੈ ਉਹਦੇ ਚ ਚਰਨਜੀਤ ਸਾਈਨ ਕਰਦਾ ਹੈ, ਫਿਰ ਮਨ ਕੰਮ ਕਰ ਸਕਦਾ, ਅਦਰਵਾਈਜ਼ ਮਨ ਕੋ ਪਾਵਰ ਨਹੀਂ ਜਾਏਗੀ। ਸਹੀ ਹੈ ਨਾ ਜੀ ਸਾਹਿਬ? ਬਿਲਕੁਲ ਠੀਕ ਹੈ ਜੀ। ਜਿਹੜੀ ਫਾਈਲ ਆ, ਕੋਈ ਮਾੜੇ ਕਰਮ ਦੀ ਫਾਈਲ ਆਈ ਹੈ ਮੇਰੇ ਕੋਲ, ਭਾਈ ਸਾਹਿਬ ਅਸੀਂ ਉੱਥੇ ਸਾਈਨ ਕਰਦੇ ਹਾਂ ਪ੍ਰੋਪਰਲੀ, ਉਸ ਤੋਂ ਬਾਅਦ ਹੀ ਤਾਂ ਕੰਮ ਸ਼ੁਰੂ ਹੁੰਦਾ। ਅਪਰੂਵਲ, ਪਾਈਨੇ ਦਾ ਅਪਰੂਵਲ ਤਾਂ ਹੀ ਹੁੰਦਾ ਹੈ। ਔਰ ਉਸੇ ਲਈ ਹੀ ਜੀਵ ਭਟਕ ਰਿਹਾ ਹੈ, ਉਸੇ ਲਈ ਹੀ ਜੀਵ ਬੰਧਨ ਦੇ ਵਿੱਚ ਵੱਜਿਆ ਹੈ, ਕਿਉਂਕਿ ਇਹ ਖੁਦ ਇਹਨੇ ਸਾਈਨ ਕੀਤੇ ਨੇ। ਔਰ ਤੁਸੀਂ ਵੇਖ ਲਓ ਤੁਹਾਡੀ ਜ਼ਿੰਦਗੀ ਤੁਸੀਂ ਕਿੰਨੇ ਸਾਈਨ ਕੀਤੇ ਨੇ, ਚੰਗੇ ਜਾਂ ਮਾੜੇ ਇਹਦਾ ਤਾਂ ਮੈਨੂੰ ਪਤਾ ਨਹੀਂ, ਪਰ ਜੋ ਵੀ ਕੰਮ ਤੁਹਾਡੀ ਜ਼ਿੰਦਗੀ 'ਚ ਹੋਇਆ ਉੱਥੇ ਤੁਹਾਡੇ ਸਿਗਨੇਚਰ ਮਸਟ ਹੋਏ ਨੇ। ਬਿਲਕੁਲ ਹੈਗੇ, ਤਾਂ ਹੀ ਆਪਾਂ ਜਿਹੜੇ ਹੈਗੇ ਫੜੇ ਜਾਂਦੇ ਆ। ਧਰਮਰਾਜ ਤਾਂ ਹੀ ਫੜਦਾ, ਉਹ ਕੱਢ ਕੇ ਦਿਖਾਉਂਦਾ, ਭਾਈ ਆ ਸਾਈਨ ਕੀਤੇ ਨਾ ਤੂੰ। ਬਿਲਕੁਲ। ਬਿਨਾਂ ਕੀਤੇ ਤੇ ਕੁਛ ਵੀ ਨਹੀਂ ਹੋਣਾ। ਪੱਖਾ ਤੁਹਾਡਾ ਨਹੀਂ ਚਾਲੂ ਹੁੰਦਾ, ਤੁਹਾਡੇ ਮੋਬਾਈਲ ਨੇ ਆਨ ਨਹੀਂ ਹੋਣਾ ਭਾਈ ਸਾਹਿਬ। ਤੁਸੀਂ ਉਹਦਾ ਸੁੱਚ ਨੱਪੋਗੇ ਸਾਈਡ ਤੇ ਬਟਨ, ਉਸ ਤੋਂ ਬਾਅਦ ਇਹਦੀ ਡਿਸਪਲੇ ਆਨ ਹੁੰਦੀ ਆ।
ਉਹ ਟੂਟੀ ਨਹੀਂ ਚੱਲ ਸਕਦੀ, ਉਹ ਕੁਛ ਵੀ ਨਹੀਂ ਹੁੰਦਾ। ਤੁਹਾਡੀ ਮਰਜ਼ੀ ਤੋਂ ਬਿਨਾਂ ਹੱਥ ਨਹੀਂ ਅੱਗੇ ਪਿੱਛੇ ਹੋ ਸਕਦਾ। ਔਰ ਤੁਸੀਂ ਕਹਿੰਦੇ ਕਰਮ ਹੋ ਗਿਆ ਮੇਰੇ ਤੋਂ ਆਪਣੇ ਆਪ, ਕਿੱਥੋਂ ਹੋਇਆ? ਨਹੀਂ ਹੋ ਸਕਦਾ, ਤੂੰ ਕੀਤਾ ਤੇ ਹੋਇਆ। ਧਰਮ ਤੇ ਇਹ ਕਹਿੰਦਾ 101% you was there, you are doing, ਔਰ ਤੂੰ 101% ਉਸ ਕੰਮ ਦੇ ਵਿੱਚ ਬੈਠਾ ਸੀ। ਇਸੇ ਲਈ ਤੇ ਧਰਮਰਾਜ ਤੈਨੂੰ ਫੜਦਾ ਪਿਆ। ਹੁਣ ਧਰਮਰਾਜ ਬਿਨਾਂ ਕਾਰਨ ਤੋਂ ਤੈਨੂੰ ਕਿੱਥੋਂ ਫੜ ਲੂਗਾ? ਆਤਮਾ ਤੱਤ ਚ ਉੱਥੇ ਅਸੀਂ ਨਹੀਂ ਕਰਦੇ ਕੰਮ, ਉਹ ਫਿਰ ਸਾਈਡ ਤੇ ਹੋ ਜਾਂਦੇ ਆ। ਵੀ ਆਰ ਨਾਟ ਰਿਸਪੋਂਸਿਬਲ ਫॉर ਐਨੀ ਵਰਕ, ਨਾ ਤੇ ਚੰਗੇ ਦਾ ਤੇ ਨਾ ਬੁਰੇ ਦਾ, ਕਿਉਂਕਿ ਆਤਮਾ ਪ੍ਰਗਟ ਹੋ ਗਈ ਆ। ਔਰ ਆਤਮਾ ਚ ਤਾਂ ਉਗਣ ਹੈਗਾ ਹੀ ਨਹੀਂ। ਤੁਸੀਂ ਮਾੜਾ ਕੰਮ ਕਿੱਥੋਂ, ਹੁਣ ਕਬੀਰ ਸਾਹਿਬ ਕਿੱਥੋਂ ਮਾੜਾ ਕੰਮ ਕਰ ਲੈਣਗੇ? ਗੁਰੂ ਨਾਨਕ ਪਾਤਸ਼ਾਹ ਮਾੜਾ ਕਰਮ ਕਰ ਸਕਦੇ ਆ? ਨਹੀਂ, ਉਲਟਾ ਆਪਣੇ ਵਾਲਾ ਹੈਗਾ ਉਹ ਵੀ ਛੱਡ ਦਿੰਦੇ ਹੋ। ਕਿਸੇ ਦਾ ਕੀ ਖੋਣਾ ਉਹਨਾਂ। ਠੀਕ ਹੈ ਜੀ, ਬਿਲਕੁਲ ਇਹ ਗੱਲਾਂ ਹੈਗੀਆਂ ਨੇ। ਅੱਜ ਦੀ ਵਿਚਾਰ ਇੱਥੇ ਨੇ ਜੱਜ ਸਾਹਿਬ। ਹਾਂਜੀ ਬਿਲਕੁਲ ਠੀਕ ਹੈ ਜੀ। ਇਹ ਤਾਂ ਪਰਮਾਤਮਾ ਕਹਿਣਾ ਚਾਹੁੰਦੇ? ਮੈਂ ਤਾਂ ਇੰਨਾ ਹੀ ਕਹਿਣਾ ਚਾਹੁੰਦਾ। ਨਹੀਂ ਵਧੀਆ ਵੀਰ ਜੀ, ਬਹੁਤ ਵਧੀਆ। ਆਪਾਂ ਤਾਂ ਇਹੀ ਹੈ ਵੀ ਭਾਈ ਦੇਖੋ, ਇਹ ਗੇਮ ਹੈਗੀ ਆ ਪੂਰੀ ਦੀ ਪੂਰੀ। ਇਹਦੇ ਵਿੱਚ ਜਿਹੜਾ ਹੈਗਾ ਮਾਲਕ ਪਰਮਾਤਮਾ ਜਿਹੜਾ ਹੈਗਾ ਪੂਰਾ ਹਰ ਚੀਜ਼ ਨੂੰ ਦੇਖ ਰਿਹਾ, ਹਰ ਚੀਜ਼ ਨੂੰ ਜਾਣਦਾ ਹੈ। ਉਹਨੂੰ ਪਤਾ ਹੈ ਜੀ ਜਿਹੜੇ ਹੈਗੇ ਕੀ ਚਾਹੁੰਦੇ, ਜਿਹੜਾ ਚਾਹੁੰਦਾ ਹੈ ਜੇ ਉਸ ਪਾਸੇ ਨੂੰ ਉਹਨੂੰ ਤੋੜ ਦਿੰਦਾ ਹੈ। ਔਰ ਜਿਹੜਾ ਹੈਗਾ ਜੇ ਕਿਸੇ ਨੇ ਵੀ ਜਿਹੜਾ ਯਾਤਰਾ 'ਚੋਂ ਬਾਹਰ ਨਿਕਲਣਾ ਹੈ, ਜੇ ਇੱਛਾ ਹੈਗੀ ਉਹਦੇ ਅੰਦਰ, ਤੇ ਉਹਨੂੰ ਸਤਿਗੁਰੂ ਨੂੰ ਮਿਲਾ ਕੇ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਆਪਣੇ ਨਾਲ ਮਿਲਾ ਲੈਂਦਾ। ਹਾਂਜੀ ਵਾਹਿਗੁਰੂ ਜੀ। ਵਾਹਿਗੁਰੂ ਜੀ। ਹਾਂਜੀ ਗੋਰਖੀ ਸਾਹਿਬ ਜੀ, ਇੱਕ ਮੈਂ ਬੇਨਤੀ ਕਰਨੀ ਸੀ ਜੀ ਕਿ ਰਾਤ ਵਾਹਿਗੁਰੂ ਜੀ ਅਰਦਾਸ ਕੀਤੀ ਸੀਗੀ ਸ਼ਾਂਤੀ ਦੇ ਵਾਸਤੇ, ਤੇ ਬੀਬੀ ਨੇ ਕਰਵਾਈ ਸੀਗੀ ਜੀ, ਗੁਰਕੀ ਸਾਹਿਬ ਨੇ ਕੀਤੀ ਨਾ। ਤੇ ਇਹਨਾਂ ਨੇ ਇੱਕ ਸਾਨੂੰ ਪ੍ਰੈਕਟੀਕਲ ਕਰਨ ਦੇ ਵਾਸਤੇ ਇੱਕ ਜੁਗਤੀ ਤਰੀਕਾ ਸਮਝਾਤਾ ਕਿ ਚੁੱਪ ਕਰ ਜਾਓ। ਉਸ ਤੋਂ ਬਾਅਦ ਦੇ ਵਿੱਚ ਜੀ ਇਸ ਵੇਲੇ ਇਹ ਪ੍ਰੈਕਟੀਕਲ ਕਰਨਾ ਸ਼ੁਰੂ ਕੀਤਾ ਕਿ ਚੁੱਪ ਕਰਕੇ ਦੇਖੀਏ। ਹੁਣ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਨੇ ਇਹਨਾਂ ਨੂੰ ਪੁੱਛਿਆ ਜੀ ਕਿ ਤੁਸੀਂ ਤਾਂ ਕਹਿੰਦੇ ਆ ਕਿ ਚੁੱਪੇ ਚੁੱਪ ਨਾ ਹੋਵੀ। ਹੁਣ ਮੈਂ ਚੁੱਪ ਕਰ ਲਈ, ਮੈਨੂੰ ਇਹਨਾਂ ਨੇ ਕਹਿਤਾ, ਮੈਂ ਸੰਗਤ ਕੀਤੀ ਆ ਕਾਫੀ ਸਮੇਂ ਤੋਂ, ਕਰ ਵੀ ਰਿਹਾ, ਕਰੂੰਗਾ ਵੀ। ਤੇ ਇਹ ਹੁਣ ਮੈਨੂੰ ਤੁਸੀਂ ਦੱਸੋ ਵੀ ਮੈਂ ਚੁੱਪ ਕਿੱਦਾਂ ਕਰਾਂ? ਉਹਨਾਂ ਨੇ ਆਖਿਆ ਕਿ 9 ਦਾ ਠਾਕੋ। ਹੁਣ 9 ਦਾ ਠਾਕਣ ਲੱਗੇ ਹੈਗੇ ਆ, ਤੇ ਸਾਨੂੰ ਜਿਸ ਵੇਲੇ ਅੱਖਾਂ ਦਾ ਜਿਹੜਾ ਕਰਨਾ ਸ਼ੁਰੂ ਕੀਤਾ ਠਾਕਣ ਦਾ, ਤਾਂ ਉਸ ਵੇਲੇ ਜਿਹੜਾ ਸੀਗਾ ਜੀ ਕਾਲ ਨੇ ਇੰਨਾ ਜ਼ਿਆਦਾ ਜ਼ੋਰ ਪਾ ਦਿਆ ਕਿ ਬਹੁਤ ਹੀ ਜ਼ਿਆਦਾ ਪਾਉਂਦਾ ਆ। ਇਸ ਤੋਂ ਗਾਂਹ ਅੱਗੇ ਨਹੀਂ ਨਿਕਲ ਹੋਇਆ। ਇਹ ਕਿਰਪਾ ਕਰਕੇ ਤੁਸੀਂ ਪਲੀਜ਼ ਸਾਨੂੰ ਮੈਨੂੰ ਗਾਈਡ ਕਰ ਦਿਓ ਕਿ ਜਿਹੜਾ ਹੈਗਾ ਆ ਕਿ ਇਹ ਕਿੰਨਾ ਕਰਨਾ ਹੈਗਾ ਜੀ। ਕਿ ਜਿਹੜਾ ਸੀਗਾ ਵੀ ਕਿਸ ਤਰੀਕੇ ਦੇ ਨਾਲ ਆਨੰਦ ਸ਼ਬਦ ਸੁਣਨ ਲੱਗ ਪਿਆ, ਕੰਨਾਂ ਦਾ ਹੋ ਗਿਆ, ਨਾਸਾਂ ਦਾ ਹੋ ਗਿਆ, ਜ਼ੁਬਾਨ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। ਬਾਕੀ ਦੇ ਚਲੋ ਲੈਟਰਨ ਬਾਥਰੂਮ ਜਿਹੜੇ ਇਹ ਆਪਣੇ ਆਪ ਆਟੋਮੈਟਿਕਲੀ ਬੰਦ ਹੋਈ ਜਾਂਦੇ ਹੈਗੇ ਜੋ ਆਪਣੀ ਕਿਰਿਆ ਕਰਨ ਤੋਂ ਬਾਅਦ। ਇਹ ਜਿਹੜਾ ਸੀਗਾ ਇਹ ਤੁਸੀਂ ਮੈਨੂੰ ਹੁਣ ਸਮਝਾਇਆ ਹੋਏ ਤੋਂ ਗਾਂਹ ਕਿ ਮੈਨੂੰ ਗਾਈਡੈਂਸ ਦੀ ਲੋੜ ਲੱਗ ਰਹੀ ਹੈਗੀ ਆ, ਤਾਂ ਕਿ ਸ਼ਾਂਤੀ ਤਾਂ ਸਾਰੇ ਹੀ ਚਾਹੁੰਦੇ ਆ, ਪਰ ਇਹ ਹੋਣੀ ਜਿਹੜੀ ਹੈਗੀ ਆ ਜਿੱਦਾਂ ਤੁਸੀਂ ਆਖਿਆ ਹੈ ਕਿ ਚੁੱਪ ਕਰੋਗੇ ਤਾਂ ਫੇਰ ਹੈ ਜੀ। ਇਹ ਮੈਨੂੰ ਸਮਝਾ ਦਿਓ, ਗਾਈਡ ਕਰ ਦਿਓ, ਬਹੁਤ ਮਿਹਰਬਾਨੀ ਹੋਏਗੀ। ਚੁੱਪ ਤਾਂ ਵਿਚਾਰਾ ਨਹੀਂ ਕਰਨਾ ਜਨਾਬ, ਵਿਚਾਰ ਹੀ ਤਾਂ ਚੁੱਪ ਕਰਾਉਣੇ। ਚੁੱਪ ਜਿਹੜੀ ਨਾ, ਦੇਖੋ ਪਤਾ ਕਿ ਚੁੱਪ ਦਾ ਮਤਲਬ ਇਹੋ ਹੀ ਹੈ ਕਿ ਜਦੋਂ ਗਿਆਨ ਹੋ ਗਿਆ, ਤੇ ਜਦੋਂ ਗਿਆਨ ਹੋ ਗਿਆ ਤੁਸੀਂ ਆਪੇ ਚੁੱਪ ਹੋ ਜਾਣਾ ਵਾ। ਕਿਉਂਕਿ ਕਾਫੀ ਕੁਝ ਜਿਹੜਾ ਅੰਦਰ ਚੱਲਣ ਦਿਆ ਨਾ, ਉਹ ਧਰਮ ਦੇ ਅਨੁਸਾਰ ਠੀਕ ਨਹੀਂ ਹੈਗਾ। ਉਹ ਮੈਨੂੰ ਲੱਗਦਾ ਠੀਕ ਹੈ। ਕਿਉਂਕਿ ਮੈਂ ਇੱਥੇ ਇਨਵੈਸਟਮੈਂਟ ਕੀਤੀ ਹੈ ਕਾਫੀ ਜ਼ਿਆਦਾ। ਹੁਣ ਆਪ ਦੇਖੋ, ਆਪ ਨੇ ਜਿਹੜੀਆਂ ਚੀਜ਼ਾਂ ਅੰਦਰ ਬਣਾ ਕੇ ਰੱਖੀਆਂ ਨੇ, ਵਿਚਾਰ ਉਹਨਾਂ ਚੀਜ਼ਾਂ ਦੇ ਹੀ ਆਉਂਦੇ ਆ। ਕਿਤੇ ਉਸ ਚੀਜ਼ ਦਾ ਵਿਚਾਰ ਹੈ ਕਿ ਜਿਹੜੀ ਚੀਜ਼ ਨੂੰ ਤੁਸੀਂ ਨਹੀਂ ਜਾਣਦੇ, ਜਿਹੜੀ ਚੀਜ਼ ਤੁਹਾਡੇ ਜੀਵਨ ਦਾ ਹਿੱਸਾ ਨਹੀਂ ਆ। ਮੋਸਟਲੀ ਜਿਹੜਾ ਸਾਡੇ ਅੰਦਰ ਅਸ਼ਾਂਤੀ ਦਾ ਜਿਹੜਾ ਤੱਤ ਆ ਨਾ, ਉਹਦੇ ਲਈ ਸਾਡਾ ਪਾਸਟ ਜੀਵਨ ਬਹੁਤ ਵੱਡੇ ਲੈਵਲ ਤੇ ਜ਼ਿੰਮੇਵਾਰ ਹੁੰਦਾ ਹੈ। ਕਿਉਂਕਿ ਉੱਥੇ ਕੁਛ ਨਾ ਕੁਛ ਆਪਾਂ ਸਟਾਰਟਅਪ ਕੀਤਾ ਹੁੰਦਾ। ਕੋਈ ਵੀ ਫਿਲਮ ਚੱਲਦੀ ਆ, ਉਹਦਾ ਐਂਡ ਉਦੋਂ ਹੀ ਹੁੰਦਾ ਹੈ ਕਿ ਜਦੋਂ ਉਹ ਲਿਖਣ ਵਾਲਾ ਜਿਹੜਾ ਸਟੋਰੀ ਉਹਨੂੰ ਕਲੋਜ਼ ਕਰ ਦੇ, ਇਹ ਵੀ ਇਹਦਾ ਐਂਡ ਹੈਗਾ। ਤੇ ਜੇਕਰ ਆਪਾਂ ਉਹਨੂੰ ਨਹੀਂ ਸਟਾਪ ਕਰਦੇ ਉਹ ਤੇ ਚੱਲਦਾ ਹੀ ਰਹਿੰਦਾ। ਅਸ਼ਾਂਤੀ ਦਾ ਮਤਲਬ ਇਹੋ ਹੀ ਆ ਕਿ ਤੁਸੀਂ ਦੇਖੋ, ਪਤਾ ਕੀ ਹੋਇਆ ਵਾ ਕਿ ਜਿਹੜਾ ਬੀਤ ਗਿਆ ਉਹਨੂੰ ਤੈਨੂੰ ਕੁਛ ਵੀ ਨਹੀਂ ਕਰ ਸਕਦੇ। ਮੈਂ ਆਪਣੇ ਜੀਵਨ 'ਚ ਵੀ ਨਹੀਂ ਕੁਛ ਕਰ ਸਕਦਾ ਕਿਉਂਕਿ ਮੈਂ ਵੀ ਬੜੇ ਗੁਨਾਹ ਕੀਤੇ, ਪਰ ਮੈਂ ਇੱਕ ਕੰਮ ਕਰ ਸਕਦਾ ਕਿ ਆਹ ਜਿਹੜਾ ਲਮਾ ਜਿਹੜਾ ਮੌਜੂਦਾ ਵਾ, ਜਿਹੜਾ ਮੇਰੇ ਹੱਥ 'ਚ ਆ, ਹੁਣ ਮੈਂ ਕੀ ਕਰਾਂ ਕਿ ਉੱਥੇ ਲੱਕੜ ਨਾ ਪਾਵਾਂ। ਅੱਗ ਤੇ ਲੱਗੀ ਸੀ, ਹੁਣ ਉੱਥੇ 40-50 ਕਿਲੋ ਲੱਕੜਾਂ ਪਈਆਂ ਨੇ, ਉਹਨਾਂ ਨੂੰ ਸੜਨ ਦੇ ਲਈ ਟਾਈਮ ਤੇ ਲੱਗਣਾ ਹੈ। ਕਿਉਂਕਿ ਕਾਫੀ ਟਾਈਮ ਤੋਂ ਸੁੱਟ ਰਿਹਾ ਨਾ ਨਿੱਜਾ ਸਾਹਿਬ ਲੱਕੜਾਂ ਲੈ ਕੇ। ਬਿਲਕੁਲ। ਹੁਣ ਉੱਥੇ ਇੱਕ ਕੰਮ ਕਰ ਸਕਦੇ ਹਾਂ ਕਿ ਹੁਣ ਨਵੀਂ ਲੱਕੜ ਨਾ ਪਾਈ ਜਾਵੇ। ਨਵੀਂ ਲੱਕੜ ਦਾ ਭਾਵ ਕਿ ਤੁਹਾਡੇ ਚਿੱਤ 'ਚ ਵਿਚਾਰ ਆਵੇ ਤੇ ਉਹਨੂੰ ਕਹਿ ਦਿਓ ਕਿ ਬਸ ਖਤਮ ਕਹਾਣੀ,
ਜੋ ਪਹਿਲਾ ਪ੍ਰੋਸੈਸ ਸੀ ਉਹਨੂੰ ਚੱਲਣ ਦਿਓ। ਮੈਂ ਦੇਖਣਾ ਚਾਹੁੰਦਾ। ਬਾਕੀ ਜੇ ਤੁਸੀਂ ਚਾਹੁੰਦੇ ਕਿ ਮੈਂ ਇੱਥੇ ਡਿਸਕਸ ਕਰਾਂ, ਇੱਥੇ ਪਾਣੀ 'ਚ ਮਧਾਣੀ ਪਾਵਾਂ, ਤੇ ਉਹ ਇਟ ਇਜ਼ ਨਾਟ ਪੋਸੀਬਲ। ਤੇ ਚੁੱਪ ਰਹਿਣ ਦਾ ਮਤਲਬ ਇਹੋ ਹੀ ਆ ਕਿ ਕੋਸ਼ਿਸ਼ ਤੇ ਇਹੋ ਕਰੋ ਕਿ ਚੁੱਪ ਹੋਵੋ ਅੰਦਰੋਂ। ਬਾਹਰੋਂ ਚੁੱਪ ਹੋਣ ਦੇ ਨਾਲ ਤੁਸੀਂ ਅੰਦਰੋਂ ਚੁੱਪ ਤੇ ਨਹੀਂ ਹੋ ਜਾਣਾ। ਹਾਂਜੀ ਹਾਂਜੀ ਠੀਕ ਹੈ। ਅੱਜ ਵੀ ਨਿਜਰ ਸਾਹਿਬ ਉਹਨਾਂ ਨੇ ਵੀ ਸਮਝਾਇਆ ਸੀਗਾ, ਉੱਡੇ ਨਾ ਹੰਸ ਪਰੇ ਨਾ ਕੰਧ। ਇਹਦੇ ਬਾਰੇ ਇਹਨਾਂ ਨੇ ਉਸ ਵੇਲੇ ਪਹਿਲਾਂ ਮੈਨੂੰ ਬਹੁਤ ਜ਼ਿਆਦਾ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈਗੀ ਜੀ। ਤੇ ਹੁਣ ਤੁਸੀਂ ਹੁਣ ਵੀ ਇਹ ਵਿਚਾਰ ਹੋ ਰਹੀ ਸੀਗੀ। ਬਹੁਤ ਬਹੁਤ ਤੁਹਾਡੀ ਸਾਰਿਆਂ ਦੀ ਮਿਹਰਬਾਨੀ ਜੀ। ਤੇ ਇਹ ਤੇ ਮੈਂ ਪ੍ਰੈਕਟੀਕਲ ਕਰਨ ਦੀ ਕੋਸ਼ਿਸ਼ ਕਰਾਂ। ਅਰਦਾਸ ਜੋ ਜਿਹੜੀ ਬੇਨਤੀ ਵੀ ਕਰ ਦਿਓ ਕਿ ਪ੍ਰੈਕਟੀਕਲ ਦੇ ਵਿੱਚ ਪਰਮਾਤਮਾ ਸਫਲ ਕਰੇ ਜੀ, ਤੇ ਤੁਹਾਡੀ ਸੰਗਤ ਕਰਦਾ ਰਹਾਂ। ਹਾਂ ਨਹੀਂ ਟੈਨਸ਼ਨ ਨਹੀਂ ਲੈਣੀ ਜੀ। ਦੇਖੋ ਪਤਾ ਕੀ ਹੈ, ਦੇਖੋ ਤੁਸੀਂ ਜੋ ਬ੍ਰਹਮ ਤੋਂ ਮੰਗਦੇ ਜੋ ਮਿਲਣਾ। ਉਹ ਕੋਈ ਮੇਰਾ ਘਰ ਥੋੜੀ ਹੈ ਕਿ ਇੱਥੇ ਕੁਛ ਕਈਆਂ ਨੂੰ ਮਿਲਿਆ ਕਈਆਂ ਨੂੰ ਨਹੀਂ ਮਿਲਣਾ। ਉਹ ਪ੍ਰਮਾਤਮਾ ਹੈ। ਉਹਦੇ ਦਰ ਤੋਂ ਜੋ ਵੀ ਕੋਈ ਮੰਗਦਾ ਹੈ ਉਹਨੂੰ ਮਿਲਦਾ ਹੈ। ਉਹ ਗਰੰਟੀ ਹੈ, ਗਰੰਟੀ। ਬਾਣੀ 'ਚ ਵੀ ਲਿਖਿਆ ਹੈ, ਜੋ ਮੰਗੇ ਠਾकुर ਆਪਣੇ ਸੇ ਸੋਈ ਦੇਵੇ। ਸਟੈਂਪ ਮਾਰੀ ਅਗਲਿਆਂ ਨੇ ਉਸੇ ਟਾਈਮ, ਕਿਉਂਕਿ ਪ੍ਰਮਾਤਮਾ ਦੇ ਘਰੋਂ ਮੰਗਿਆ ਤੁਸੀਂ, ਉਹ ਮਿਲਣਾ ਹੀ ਮਿਲਣਾ। ਇਸ ਕਰਕੇ ਕਹਿੰਦੇ, ਬਾਣੀ ਵੀ ਕਹਿੰਦੀ ਹੈ ਕਿ ਧਿਆਨ ਨਾਲ ਮੰਗ, ਐਵੇਂ ਨਾ ਗਲਤ ਚੀਜ਼ ਨਾ ਮੰਗ ਲਈ। ਉਹ ਬਾਣੀ 'ਚ ਫਿਰ ਕਹਿੰਦੇ ਦੁੱਖ ਦਾਰੂ ਸੁੱਖ ਰੋਗ ਪਿਆ। ਸੁੱਖ ਨਾ ਮੰਗ ਲਿਓ ਜ਼ਿਆਦਾ ਸੁੱਖ, ਕਿ ਇਹ ਨਾ ਹੋਵੇ ਕਿ ਤੁਹਾਨੂੰ ਪ੍ਰਮਾਤਮਾ ਹੀ ਭੁੱਲ ਜੇ। ਇਸ ਕਰਕੇ ਜੀਵਨ ਦੇ ਵਿੱਚ ਡਿਮਾਂਡ ਘੱਟ ਕਰੋ। ਉਹਦਾ ਕਾਰਨ ਇਹੋ ਹੀ ਹੈ। ਫਿਰ ਕੁਦਰਤ ਆਟੋਮੈਟਿਕਲੀ ਤੁਹਾਡੇ ਜੀਵਨ ਦਾ ਜਿਹੜਾ ਕੰਟਰੋਲ ਆਪਣੇ ਹੱਥਾਂ 'ਚ ਲੈ ਲੈਂਦੀ। ਪਰ ਕੁਦਰਤ ਵੈਸੇ ਵੀ ਤੁਹਾਡੇ 'ਚ ਚਾਹੁੰਦੀ ਨਹੀਂ ਔਗਣ ਪਾਏ ਜਾਣਾ। ਪ੍ਰਕਿਰਤੀ ਵੀ ਨਹੀਂ ਚਾਹੁੰਦੀ ਕਿ ਤੁਹਾਨੂੰ ਬੰਨ ਕੇ ਇੱਥੇ ਰੱਖਿਆ ਜਾਵੇ। ਪ੍ਰਕਿਰਤੀ ਕਹਿੰਦੀ ਹੈ, ਡਾਂਗਾਂ ਫੇਰਦੀ ਹੈ, ਧੀਆਂ ਪੁੱਤਾਂ ਕੋਲ ਗਾਲਾਂ ਕਢਾਉਂਦੀ ਹੈ, ਘਰੋਂ ਵੀ ਕਢਵਾ ਦਿੰਦੀ ਆ ਕਿ ਕਿਸੇ ਤਰੀਕੇ ਨਾਲ ਤੂੰ ਦੁਖੀ ਹੋ ਕੇ ਤੂੰ ਖੁਦ ਕਹਦੇ ਕਿ ਮੈਂ ਮੁਕਤੀ ਚਾਹਵਾਂ। ਬੜੀ ਕੋਸ਼ਿਸ਼ ਕਰ ਰਹੀ ਆ ਕੁਦਰਤ। ਬਿਲਕੁਲ ਕੁਦਰਤ ਜੇ ਨਾ ਕੋਸ਼ਿਸ਼ ਕਰੇ ਨਿਜਰ ਸਾਹਿਬ, ਇੱਥੇ ਤੋਂ ਨਿਕਲੇ ਨਾ। ਬਿਲਕੁਲ ਨਹੀਂ ਨਿਕਲੇ। ਜੇ ਸੁੱਖੀ ਸੁੱਖ ਹੋਣ ਤੇ ਕੋਈ ਵੀ ਨਹੀਂ ਨਿਕਲੂਗਾ ਭਾਈ। ਕੋਈ ਰੱਬ ਵੱਲ ਮੂੰਹ ਹੀ ਨਹੀਂ ਕਰੂਗਾ, ਸੋਚੇਗਾ ਵੀ ਨਹੀਂ। ਇਹ ਸੋ ਸੰਸਾਰ ਆ। ਤੇ ਬਾਕੀ ਕੋਈ ਨਹੀਂ, ਤੁਸੀਂ ਸੰਗਤ ਕਰਿਆ ਕਰੋ, ਬੰਦਗੀ ਕਰੋ। ਔਰ ਬੰਦਗੀ ਕਰਨ ਦਾ ਇੱਕੋ ਤਰੀਕਾ ਹੈ, ਅੱਖਾਂ ਬੰਦ ਕਰਕੇ ਦੋਨੋਂ ਮੱਥਿਆਂ ਦੇ ਵਿਚਕਾਰ, ਦੋਨੋਂ ਭਰੋਟਿਆਂ ਦੇ ਵਿਚਕਾਰ, ਮੱਥੇ ਦੇ ਵਿਚਕਾਰ ਆਪਣਾ ਧਿਆਨ ਇਕਾਗਰ ਕਰੋ। ਔਰ ਵਾਹਿਗੁਰੂ ਦਾ ਜਿਹੜਾ ਜਾਪ ਕਰਨਾ ਉਹ ਏਦਾਂ ਹੀ ਕਰਨਾ ਹੈ। ਕੋਈ ਸਟਾਈਲ ਚੇਂਜ ਨਹੀਂ ਕਰਨਾ। ਲੰਮਾ ਉਚਾਰ ਕਰਨਾ ਹੈ। ਉਚਾਰਨ ਵਾਹਿਗੁਰੂ, ਫਿਰ ਚੁੱਪ ਹੋ ਜਾਣਾ, ਫਿਰ ਬੋਲਣਾ ਹੈ ਵਾਹਿਗੁਰੂ। ਬਸ 4-5 ਦਿਨ 'ਚ ਤੇ ਕੰਮ ਸ਼ੁਰੂ ਹੋ ਜਾਂਦਾ। ਅੱਜ ਵੀ ਇੱਕ ਵੀਰ ਦਾ ਫੋਨ ਆਇਆ, ਕਹਿੰਦਾ ਵੀਰ ਜੀ ਸਰੀਰ ਦੇ ਅੰਦਰ ਥੱਲੇ ਹਲਚਲ ਨੱਚਦੀ ਹੈ ਪੂਰੀ, ਸਰੀਰ ਦੇ ਅੰਦਰ ਪੂਰਾ, ਪਹਿਲਾਂ ਸੱਜੇ ਬੰਨੇ ਫਿਰ ਖੱਬੇ ਬੰਨੇ ਪੂਰੀ ਐਕਟੀਵਿਟੀ ਸ਼ੁਰੂ ਹੋਈ। ਔਰ ਇਹ ਚੀਜ਼ਾਂ ਜਿਹੜੀਆਂ ਵਾ ਉਹ ਇਸੇ ਲਈ ਡਿਜ਼ਾਈਨ ਕੀਤੀਆਂ ਨੇ, ਸਾਡੀ ਮਦਦ ਕਰਨ ਵਾਸਤੇ। ਤੇ ਨਾਮ ਸਾਡੇ ਅੰਦਰ ਰੱਖਿਆ ਹੈ ਜਿਹੜਾ ਸਰੀਰ ਦੇ ਅੰਦਰ। ਔਰ ਉਹਨੂੰ ਪ੍ਰਗਟ ਕਰਨ ਦੇ ਲਈ ਸਾਡੀ ਇੱਛਾ ਹੋਣੀ ਬੜੀ ਜ਼ਰੂਰੀ ਹੈ। ਜਦ ਤੱਕ ਇੱਛਾ ਨਹੀਂ ਹੈ ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਪਹਿਲਾਂ ਟਾਰਗੇਟ ਸੈੱਟ ਕਰੀਦਾ, ਫਿਰ ਹੀ ਤਾਂ ਉੱਥੇ ਪਹੁੰਚੀਦਾ ਨਾ। ਹੁਣ ਕਈ ਬੰਦੇ ਕਹਿੰਦੇ ਜੀ ਮੈਂ ਜੀ ਪਤਲਾ ਹੋਣਾ ਚਾਹੁੰਦਾ। ਠੀਕ ਹੈ, ਤੂੰ ਪਤਲਾ ਹੋਣਾ ਚਾਹੁੰਦਾ, ਉਹ ਸਾਰੀ ਜ਼ਿੰਦਗੀ ਪਤਲਾ ਹੋਣ ਦੀ ਕੋਸ਼ਿਸ਼ ਕਰੇਗਾ, ਕਿਤੇ ਨਹੀਂ ਹੋ ਸਕਦਾ। ਕਿਉਂ? ਕਿਉਂਕਿ ਇਹਨੇ ਟਾਰਗੇਟ ਸੈੱਟ ਨਹੀਂ ਕੀਤਾ। ਉਹਨੂੰ ਚਾਹੀਦਾ ਵਾ, ਜੇ ਕੋਈ ਪਤਲਾ ਹੋਣਾ ਚਾਹੁੰਦਾ ਉਹ ਕਵੇ ਕਿ ਇਸ ਮਹੀਨੇ ਮੈਂ 7 ਕਿਲੋ ਵਜ਼ਨ ਘੱਟ ਕਰਨਾ। ਨਿਜਰ ਸਾਹਿਬ ਤੇ ਫਿਰ ਵਜ਼ਨ ਘਟਣਾ ਵਾ। ਤੇ ਜਦੋਂ ਮੇਰੇ ਵਰਗਾ ਕਹਿੰਦਾ ਮੈਂ ਪਤਲਾ ਹੋਣਾ ਚਾਹੁੰਦਾ, ਫਿਰ ਮੈਂ ਸਾਰੀ ਜ਼ਿੰਦਗੀ ਪਤਲਾ ਹੋਈ ਜਾਵਾਂ। ਫਿਰ ਉੱਥੇ ਲੰਮੀਆਂ ਕਹਾਣੀਆਂ ਹੈ। ਕਹਿਣ ਦੇ ਨਾਲ ਪਤਲਾ ਨਹੀਂ ਹੋਣਾ। ਟਾਰਗੇਟ ਸੈੱਟ ਕਰੋ ਕਿ ਮੈਂ ਕਰਨਾ ਕੀ ਹੈ। ਇਸ ਮਹੀਨੇ ਮੈਂ ਕਿੰਨਾ ਉਸ ਦਿਸ਼ਾ ਦੇ ਵੱਲ ਗਤੀ ਕਰਨੀ ਆ, ਪ੍ਰੋਗਰੈਸ ਕਿੰਨੀ ਮੇਰੀ ਹੈ। ਔਰ ਬਸ ਆਟੋਮੈਟਿਕਲੀ ਉਹ ਚੀਜ਼ ਤੁਹਾਨੂੰ ਮਿਲੂਗੀ। ਕਿਉਂ ਨਾ ਮਿਲੂਗੀ? ਹੁਣ ਦੇਖੋ, ਹੁਣ ਤੁਸੀਂ ਕੋਈ ਕੰਮ ਕਰਨਾ ਚਾਹੁੰਦੇ ਜੋ। ਹੁਣ ਤੁਸੀਂ ਇੱਕ ਕੰਮ ਕਰਨਾ ਸੀ ਕਿ ਵੀ ਮੈਂ ਫਲਾਨਾ ਕੰਮ ਕਰਨਾ ਹੈ, ਜਾਂ ਮੈਂ ਇਹ ਕੰਮ ਨੂੰ ਕੰਪਲੀਟ ਕਰਨਾ ਚਾਹੁੰਦਾ। ਹੁਣ ਉਹਦੇ 'ਚ ਰੁਕਾਵਟ ਕੀ ਆਈ ਹੈ? ਹੁਣ ਕੰਮ ਨਹੀਂ ਹੋਇਆ। ਹੁਣ ਤੁਸੀਂ ਬਹਿ ਜਾਓ ਇਕੱਲੇ, ਕਿਤਾਬ ਤੇ ਲਿਖਣਾ ਸ਼ੁਰੂ ਕਰੋ ਕਾਪੀ ਤੇ ਕਿ ਇਹ ਰੁਕਾਵਟਾਂ ਸਨ ਜਿਹਦੇ ਕਰਕੇ ਉਹ ਜਿਹੜਾ ਕੰਮ ਜਿਹੜਾ ਮੈਨੂੰ ਇੰਨਾ ਹੋਣਾ ਚਾਹੀਦਾ ਸੀ ਨਹੀਂ ਹੋਇਆ। ਤੇ ਫਿਰ ਉਹਨੂੰ ਕਰਨ ਦਾ ਕੀ ਤਰੀਕਾ? ਜਿਹੜੀਆਂ ਰੁਕਾਵਟਾਂ ਸਨ ਉਹਨੂੰ ਕੱਢ ਦੋ ਤੇ ਕੰਮ ਹੋ ਜਾਣਾ। ਇਹੋ ਹੀ ਤੇ ਥਿਊਰੀ ਹੈ। ਦੇਖੋ, ਪਰਮਾਤਮਾ ਨੇ ਇਹ ਜਿਹੜੀ ਪ੍ਰਕਿਰਤੀ ਬਣਾਈ ਹੈ, ਚਾਹੇ ਧਰਤੀ, ਚਾਹੇ ਪਾਣੀ, ਚਾਹੇ ਕੁਛ ਵੀ, ਇਹ ਪ੍ਰੈਕਟੀਕਲ ਪੋਸੀਬਲ ਹੈਗੇ ਨੇ। ਕੋਈ ਹਵਾ 'ਚ ਤੀਰ ਨਹੀਂ ਮਾਰੇ।
ਇੱਕ ਇੱਕ ਜਿਹੜੀ ਚੀਜ਼ ਬਣਾਈ ਆ ਉਹਦੇ ਪਿੱਛੇ 101% ਜਿਹੜੀ ਆ ਉਹਦੇ ਪਿੱਛੇ ਬੁੱਧੀ ਯੂਜ਼ ਹੋਈ ਹੈ, ਟੌਪ ਦੀ ਬੁੱਧੀ। ਬਿਲਕੁਲ। ਔਰ ਉਹ ਜੇਕਰ ਉਸੇ ਲੈਵਲ ਤੇ ਅਸੀਂ ਵੀ ਜਾਣਾ ਚਾਹੁੰਦੇ ਹਾਂ, ਉਹਨਾਂ ਚੀਜ਼ਾਂ ਨੂੰ ਜਦੋਂ ਅਸੀਂ ਮਿਕਸ ਕਰਦੇ ਹਾਂ ਤੇ ਉਹ ਚੀਜ਼ ਸਾਡੇ ਸਾਹਮਣੇ ਵੀ ਪ੍ਰਗਟ ਹੋ ਜਾਂਦੀ ਉਹ ਬਣ ਜਾਂਦੀ। ਠੀਕ ਹੈ ਜੀ। ਇਸ ਕਰਕੇ ਆਪਣੀ ਜ਼ਿੰਦਗੀ ਸੈਟਅਪ ਕਰੋ ਕਿ ਮੈਂ ਕਰਨਾ ਕੀ ਹੈ ਤੇ ਜਾਣਾ ਕਿਸ ਡਾਇਰੈਕਸ਼ਨ ਵੱਲ ਹੈ ਤੇ ਪਹੁੰਚਣਾ ਕਦੋਂ ਆ ਤੇ ਟਾਈਮ ਕਿੰਨਾ ਮੇਰੇ ਕੋਲ ਹੈਗਾ ਹੈ ਔਰ ਮੈਂ 24 ਘੰਟਿਆਂ ਚੋਂ ਕਿੰਨਾ ਟਾਈਮ ਦੇ ਸਕਦਾ। ਬਸ ਠੀਕ ਇੰਨੀ ਕੁ ਗੱਲ ਹੈ। ਵੱਧ ਤੋਂ ਵੱਧ ਟਾਈਮ ਤਾਂ ਦਿਨੇ, ਹੁਣ 2 ਟਾਈਮ ਤੇ ਬਾਣੀ ਵੀ ਕਹਿੰਦੀ ਹੈ, ਸਵੇਰੇ ਤੇ ਸ਼ਾਮੀ 2 ਟਾਈਮ, ਔਰ 45 ਮਿੰਟ ਤੋਂ ਵੱਧ ਬਹਿਣਾ, ਘੱਟੋ ਘੱਟ 45 ਮਿੰਟ ਪਲੱਸ। ਅੱਜ ਦੀ ਵਿਚਾਰੇ ਇੱਥੇ ਸਮਾਪਤ ਨੇ ਜਸਾ। ਹਾਂਜੀ, ਬਹੁਤ ਵਧੀਆ ਗੁਰੂ ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ ਜੀ ਸਾਡੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹਾਂਜੀ। ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਬਾਣੀ ਸਰਵਣ ਕਰਦੇ ਆ। ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਘਰ ਵਿੱਚ ਸੁੱਖ ਸ਼ਾਂਤੀ ਅਤੇ ਤੰਦਰੁਸਤੀ ਬਖਸ਼ਣੀ, ਦੇਹ ਨਿਰੋਗਤਾ ਬਖਸ਼ਣੀ। ਮੇਰੇ ਪਿਤਾ 2 ਅਰਦਾਸਾਂ ਆਈਆਂ ਨੇ। ਇੱਕ ਹੋਰ ਗੋਰਕੀ ਸਾਹਿਬ ਲੈ ਲਓ। ਉਹ ਇੱਕ ਬੀਬੀ ਹੈਗੀ, ਆਪਣੇ ਸਾਧਕ ਹੀ ਹੈਗੇ, ਉਹਨਾਂ ਦੇ ਮਦਰ ਇਨ ਲਾ ਕਾਫੀ ਜ਼ਿਆਦਾ ਸੀਰੀਅਸ ਹੈਗੇ ਆ। ਪਲੀਜ਼ ਉਹਨਾਂ ਦੀ ਅਰਦਾਸ ਕਰ ਦੇਣਾ। ਠੀਕ ਗੁਰਕੀ ਰੋਮਨ ਦੇ ਵਿੱਚ ਕਰਦੀ। ਠੀਕ ਹੈ। ਠੀਕ। ਮੇਰੇ ਪਿਤਾ ਇੱਕ ਅਰਦਾਸ ਆਈ ਹੈ। ਇੱਕ ਤੇ ਪਿਤਾ ਆਪਣੇ ਬੱਚੀ ਦੀ ਅਰਦਾਸ ਕਰਾਈ ਸੀ, ਉਹਨਾਂ ਦਾ ਕੱਲ ਆਪਰੇਸ਼ਨ ਹੋਇਆ, ਠੀਕ ਨੇ, ਆਪ ਉਹਨਾਂ ਨੂੰ ਤੰਦਰੁਸਤੀ ਬਖਸ਼ੋ। ਇੱਕ ਮਾਤਾ ਆਪਣੇ ਬੱਚੇ ਦੀ ਅਰਦਾਸ ਕਰਾ ਰਹੇ ਨੇ, ਕਹਿੰਦੇ ਉਹਨਾਂ ਨੂੰ ਬੱਚੇ ਨੂੰ ਸੱਟ ਲੱਗ ਗਈ ਹੈ ਤੇ ਉਹ ਬੱਚੇ ਨੂੰ ਆਪ ਚੰਗੀ ਸਿਹਤ ਬਖਸ਼ੋ। ਇੱਕ ਹੋਰ ਅਰਦਾਸ ਆਈ ਹੈ ਮੇਰੇ ਪਿਤਾ ਸ਼ੁਕਰਾਨੇ ਦੀ ਅਰਦਾਸ। ਉਹ ਕਹਿੰਦੇ ਨੇ ਕਿ ਉਹਨਾਂ ਦਾ ਜਿਹੜਾ ਕਾਰਜ ਸੀ ਉਹ ਪੂਰਾ ਹੋ ਗਿਆ। ਆਪ ਜੀ ਦਾ ਧੰਨਵਾਦ ਕਰਨਾ ਚਾਹੁੰਦੇ ਨੇ ਸੰਗਤ ਦੇ ਵਿੱਚ। ਇੱਕ ਮੇਰੇ ਪਿਤਾ ਉਹ ਮਾਤਾ ਦੀ ਅਰਦਾਸ, ਉਹ ਕਹਿੰਦੇ ਉਹਨਾਂ ਨੂੰ ਬੜੀ ਪ੍ਰੋਬਲਮ ਆ ਰਹੀ ਹੈ, ਆਪ ਉਹਨਾਂ ਨੂੰ ਦੇਹ ਨਿਰੋਗਤਾ ਬਖਸ਼ੋ। ਇੱਕ ਅਰਦਾਸ ਹੋਰ ਹੈ ਮੇਰੇ ਪਿਤਾ, ਆਪ ਉਹ ਬੱਚੇ ਨੂੰ ਤੰਦਰੁਸਤੀ ਬਖਸ਼ੋ, ਉਹਨੂੰ ਦੇਹ ਨਿਰੋਗਤਾ ਬਖਸ਼ੋ, ਤਾਂ ਜੋ ਆਪਣੇ ਜੀਵਨ ਦਾ ਜਿਹੜਾ ਕਾਰਜ ਉਹ ਸਹੀ ਤਰ੍ਹਾਂ ਪੂਰਾ ਕਰ ਸਕਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਸਾਧ ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।